ਵਿਜ਼ਨ ਪੰਜਾਬ ਟੀਵੀ ਦੇ ਨਾਲ ਜੁੜ ਚੁੱਕੇ ਸਾਰੇ ਹੀ ਪਰਿਵਾਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ। ਤੁਹਾਡਾ ਹੋਸਟ ਦੋਸਤ ਨਰਿੰਦਰ ਸਿੰਘ ਜਸਵਾਲ ਪਿਆਰ ਨਾਲ ਤੁਸੀਂ ਮੰਗਾ ਕਹਿੰਦੇ ਹੋ ਪ੍ਰੋਗਰਾਮ ਪਰਿਵਾਰਿਕ ਸਾਂਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਜੀ ਹਾਜ਼ਰ ਹਾਂ। ਪਰਿਵਾਰਿਕ ਸਾਂਝ ਪ੍ਰੋਗਰਾਮ ਵਿਜ਼ਨ ਪੰਜਾਬ ਟੀਵੀ ਦੀ ਪੇਸ਼ਕਸ਼, ਜਿਸ ਨੂੰ ਤੁਸੀਂ ਆਪਣੇ IPTV ਬਾਕਸਿਸ ਦੇ ਉੱਪਰ ਜਿਹੜਾ ਪੰਜਾਬੀ ਪ੍ਰੋਫਾਈਲ ਦੇ ਉੱਪਰ ਜਾ ਕੇ ਵਿਜ਼ਨ ਪੰਜਾਬ ਟੀਵੀ ਦੇ ਨਾਲ ਜੁੜ ਕੇ ਵੇਖ ਸਕਦੇ ਹੋ। ਫੇਸਬੁੱਕ ਦੇ ਉੱਪਰ ਜਿਹੜਾ ਜੀ ਪ੍ਰੋਗਰਾਮ ਲਾਈਵ ਕਰ ਦਿੱਤਾ ਆ। ਵਿਜ਼ਨ ਪੰਜਾਬ ਦੇ ਫੇਸਬੁੱਕ ਪੇਜ ਨੂੰ ਜੇ ਤੁਸੀਂ ਨਹੀਂ ਲਾਈਕ ਕੀਤਾ ਤਾਂ ਲਾਈਕ ਕਰ ਲੈਣਾ ਆ। ਨਰਿੰਦਰ ਜਸਵਾਲ ਜਾਂ ਟੋਨੀ ਜੌਲ ਪੇਜਾਂ ਦੇ ਉੱਪਰ ਜਾ ਕੇ ਤਕਰੀਬਨ ਸਾਡੀ ਜਿੰਨੀ ਸਮੁੱਚੀ ਟੀਮ ਆ ਉਹਨਾਂ ਸਾਰਿਆਂ ਵੱਲੋਂ ਪ੍ਰੋਗਰਾਮ ਜਿਹੜਾ ਹੈ ਜੀ ਉਹ ਸ਼ੇਅਰ ਕਰ ਦਿੱਤਾ ਜਾਂਦਾ ਆ। ਇੱਥੇ ਮੈਂ ਆਪਣੇ ਜਿੰਨੇ ਵੀ ਸਾਡੇ ਸਮੁੱਚੇ ਟੀਮ ਮੈਂਬਰਸ ਆ ਉਹਨਾਂ ਨੂੰ ਇੱਕ ਜਾਣਕਾਰੀ ਥੋੜ੍ਹੀ ਜਿਹੀ ਦੇਣੀ ਚਾਹੁੰਦਾ ਕਿ ਜਦੋਂ ਤੁਸੀਂ ਸ਼ੇਅਰ ਕਰਦੇ ਹੋ, ਸ਼ੇਅਰ ਦੇ ਨਾਲ ਇੱਕ ਆਪਸ਼ਨ ਆਉਂਦੀ ਆ ਕਿ ਵਾਚ ਪਾਰਟੀ ਟੂਗੈਦਰਸ। ਸੋ ਉਹ ਵਾਚ ਪਾਰਟੀ ਟੂਗੈਦਰ ਦੇ ਉੱਤੇ ਜਾ ਕੇ ਤੁਸੀਂ ਕਲਿੱਕ ਕਰਕੇ ਜਿਹੜਾ ਆ ਸਟਾਰਟ ਕਰ ਦਿਆ ਕਰੋ, ਅਤੇ ਫਿਰ ਜਿੰਨੇ ਵੀ ਕਾਂਟੈਕਟ ਜਿਹੜੇ ਆ ਉਹ ਤੁਹਾਡੀ ਲਿਸਟ ਦੇ ਵਿੱਚ ਨੇ, ਤੁਹਾਡੇ ਫੇਸਬੁੱਕ ਦੇ ਉੱਪਰ ਨੇ, ਉਹਨਾਂ ਸਾਰਿਆਂ ਨੂੰ ਨੋਟੀਫਿਕੇਸ਼ਨ ਪਹੁੰਚ ਜਾਂਦੀ ਆ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜਿਹੜਾ ਹੈ ਜੀ ਉਹ ਜੁੜ ਗਏ ਹੋ ਅਤੇ ਪ੍ਰੋਗਰਾਮ ਔਨ ਹੋ ਗਿਆ ਆ। ਸੋ ਇਸ ਦੇ ਨਾਲ ਫਿਰ ਸਾਰੇ ਹੀ ਜਿੰਨੇ ਸਾਡੇ ਪਰਿਵਾਰ ਦੇ ਮੈਂਬਰ ਆ, ਸਾਨੂੰ ਚਾਹੁਣ ਵਾਲੇ ਆ, ਉਹਨਾਂ ਸਾਰਿਆਂ ਤੱਕ ਮੈਸੇਜ ਚੱਲ ਜਾਂਦਾ ਅਤੇ ਤੁਸੀਂ ਖੁਦ ਆਥਰ ਬਣ ਜਾਂਦੇ ਹੋ ਫੇਸਬੁੱਕ ਦੇ ਉੱਤੇ ਵਿਜ਼ਨ ਪੰਜਾਬ ਟੀਵੀ ਦੇ ਲਈ ਉਸ ਪ੍ਰੋਗਰਾਮ ਦੇ। ਸੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜੇ ਕਾਲ ਕਰਨੀ ਆ, ਪਰਿਵਾਰਿਕ ਸਾਂਝ ਪ੍ਰੋਗਰਾਮ ਆ। ਪਰਿਵਾਰਿਕ ਸਾਂਝ ਤੁਹਾਡੇ ਨਾਲ ਪਰਿਵਾਰਿਕ ਸਾਂਝਾਂ ਪਾਉਂਦਾ ਆ। ਵੀਕਐਂਡ ਦੇ ਉੱਤੇ ਕੀ ਦੁਨੀਆ ਦੇ ਉੱਤੇ ਹੋਇਆ, ਕੀ ਹੋ ਰਿਹਾ ਆ, ਉਹਨਾਂ ਦੀਆਂ ਗੱਲਾਂ ਬਾਤਾਂ ਕਰਦਾ ਆ। ਪਰਿਵਾਰਾਂ ਦੇ ਵਿੱਚ ਸਮਾਜਿਕ, ਧਾਰਮਿਕ, ਆਰਥਿਕ ਜਿਹੜੀਆਂ ਬੁਰਾਈਆਂ ਆ, ਜਿਹੜੀਆਂ ਸਮਾਜਿਕ ਕ੍ਰਿਤੀਆਂ, ਇਹਨਾਂ ਨੂੰ ਕਿਵੇਂ ਆਪਾਂ ਦੂਰ ਕਰ ਸਕਦੇ ਹਾਂ, ਕਿਹੜੇ ਮਾੜੇ ਆਨਸਰਸ ਆ ਜਿਹੜੇ ਸਮਾਜ ਨੂੰ ਖਰਾਬ ਕਰਦੇ ਆ, ਉਹਨਾਂ ਬਾਰੇ ਸਾਰੀਆਂ ਗੱਲਾਂ ਬਾਤਾਂ ਅਸੀਂ ਇੱਕ ਵਧੀਆ ਤਰੀਕੇ ਦੇ ਨਾਲ ਪਰਿਵਾਰਿਕ ਸਾਂਝ ਦੇ ਵਿੱਚ ਪਰਿਵਾਰਾਂ ਦੇ ਆਮਣੋ ਸਾਹਮਣੇ ਬੈਠ ਕੇ, ਸਨਮੁਖ ਬੈਠ ਕੇ ਜਿਹੜੀਆਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਸੋ ਇੱਧਰ ਅਸੀਂ ਬੈਠੇ ਹਾਂ ਅਤੇ ਸਾਹਮਣੇ ਸੋਫਿਆਂ ਦੇ ਉੱਤੇ ਤੁਸੀਂ ਬੈਠੇ ਹੋ। ਬਿਲਕੁਲ ਕੋਈ ਇੱਦਾਂ ਨਹੀਂ, ਜਦੋਂ ਵੀ ਦਿਲ ਕਰੇ ਫੋਨ ਚੱਕੋ ਅਤੇ ਸਾਨੂੰ ਨੰਬਰ ਮਿਲਾ ਦਿਓ। ਇੱਕੋ ਹੀ ਇੱਕ ਨੰਬਰ ਸਟੂਡੀਓ ਦਾ 905 790 9099। ਸੋ ਪਰਿਵਾਰਿਕ ਸਾਂਝ ਪ੍ਰੋਗਰਾਮ ਦੀ ਹਫ਼ਤੇ ਦੀ ਪਹਿਲੀ ਸਾਂਝ ਪਾਉਂਦੇ ਆ ਪਰਿਵਾਰਾਂ ਦੇ ਨਾਲ। ਉਸ ਤੋਂ ਪਹਿਲਾਂ ਹਮੇਸ਼ਾ ਆਪਾਂ ਜੌਲ ਸਾਹਿਬ ਦੇ ਨਾਲ ਸਾਂਝ ਪਾਈਦੀ ਆ। ਸੋ ਆਓ ਪਹਿਲਾਂ ਜੌਲ ਸਾਹਿਬ ਉਹਨਾਂ ਦੇ ਨਾਲ ਸਾਂਝ ਪਾਈਏ ਅਤੇ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ। ਜੌਲ ਸਾਹਿਬ ਪ੍ਰੋਗਰਾਮ ਦੇ ਵਿੱਚ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਿੱਘੀ ਜੀ ਆਇਆਂ ਜੀ। ਥੈਂਕ ਯੂ ਮੰਗਾ ਭਾਜੀ, ਆਪ ਜੀ ਨੂੰ ਵੀ ਅਤੇ ਜਿੰਨੇ ਵੀ ਇਸ ਵੇਲੇ ਭੈਣ ਭਰਾ ਵਿਜ਼ਨ ਪੰਜਾਬ ਟੀਵੀ ਨਾਲ ਜੁੜੇ ਹੋਏ ਉਹਨਾਂ ਸਾਰਿਆਂ ਨੂੰ ਵੀ ਜੀ ਦਿਲ ਦੀਆਂ ਗਹਿਰਾਈਆਂ 'ਚੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਮੰਗਾ ਭਾਜੀ ਨੇ ਸਾਂਝ ਪਾਈ ਆ ਕਿ ਵੀਕਐਂਡ ਦਾ ਪਹਿਲਾ ਪ੍ਰੋਗਰਾਮ ਲੈ ਕੇ ਅਸੀਂ ਤੁਹਾਡੇ ਰੂਬਰੂ ਹੋ ਚੁੱਕੇ ਹਾਂ। ਬਹੁਤ ਸਾਰੀਆਂ ਜਿਹੜੀਆਂ ਕੁਝ ਕੈਨੇਡਾ ਦੀਆਂ ਅਤੇ ਕੁਝ ਇੰਡੀਆ ਦੀਆਂ ਖਬਰਾਂ ਆ, ਪਹਿਲਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤਾਂ ਉਸ ਤੋਂ ਬਾਅਦ ਬਹੁਤ ਸਾਰਾ ਸਟਾਫ ਅੱਜ ਤੁਹਾਡੇ ਲਈ ਜਿਹੜਾ ਇਕੱਠਾ ਕੀਤਾ ਹੋਇਆ ਅਸੀਂ ਤੁਹਾਡੇ ਨਾਲ ਰੱਖਾਂਗੇ। ਪਰ ਤੁਹਾਡੇ ਕੋਲ ਕੋਈ ਵੀ ਕੋਈ ਅਪਡੇਟ ਹੋਵੇ, ਟੋਰਾਂਟੋ ਨੂੰ ਲੈ ਕੇ ਕੋਈ ਜਾਣਕਾਰੀ ਹੋਵੇ, ਕੋਈ ਮੇਜਰ ਨਿਊਜ਼ ਹੋਵੇ, ਕੋਈ ਵੀ ਐਕਸੀਡੈਂਟ ਦੇ ਨਾਲ ਰਿਲੇਟਡ ਜਾਂ ਕੋਈ ਹਾਈਵੇ 'ਤੇ ਕੁਛ ਮੇਜਰ ਜਿੱਦਾਂ ਕੋਈ ਵਾਪਰਿਆ ਹੋਵੇ ਅਤੇ ਉਹ ਤੁਸੀਂ ਕੋਈ ਸਾਂਝ ਪਾਉਣੀ ਹੋਵੇ ਤਾਂ ਨੰਬਰ ਸਟੂਡੀਓ ਦਾ ਤੁਹਾਡੀ ਸਕਰੀਨ 'ਤੇ ਸ਼ੇਅਰ ਹਮੇਸ਼ਾ ਕਰਦੇ ਰਹੀਦਾ ਔਰ ਨੰਬਰ ਫਲੈਸ਼ ਕਰ ਰਿਹਾ। ਇਸ ਨੰਬਰ 'ਤੇ ਤੁਸੀਂ ਜਿਹੜੀ ਆ ਸਾਂਝ ਪਾ ਲੈਣੀ ਆ। 905 790 9099 ਆ ਜਿਹੜਾ ਆਪਣਾ ਨੰਬਰ। ਇਸ ਨੰਬਰ 'ਤੇ ਤੁਹਾਡੀ ਅਤੇ ਸਾਡੀ ਗੱਲਬਾਤ ਜਿਹੜੀ ਹੋ ਸਕਦੀ ਆ। ਔਰ ਪਿਛਲੇ ਵੀਕ ਇੱਕ ਪ੍ਰੋਗਰਾਮ ਤੁਹਾਡੇ ਰੂਬਰੂ ਕੀਤਾ ਸੀਗਾ ਬਾਤਾਂ ਨੂੰ ਲੈ ਕੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮ ਜਿਹੜੇ ਲਿਖਾਂਗੇ। ਬਹੁਤ ਸਾਰੀਆਂ ਤੁਹਾਡੀਆਂ ਕਾਲਾਂ ਆਈਆਂ, ਬਹੁਤ ਪਿਆਰ ਮਿਲਿਆ। ਇਸੇ ਤਰ੍ਹਾਂ ਵੀਕਐਂਡ 'ਤੇ ਵੀ ਜਦੋਂ ਅਸੀਂ ਦੋਨੋਂ ਵੀਰ ਪ੍ਰੋਗਰਾਮ ਕਰਦੇ ਹਾਂ ਤਾਂ ਤੁਹਾਡੀਆਂ ਕਾਲਾਂ ਕਾਫੀ ਸਾਰੀਆਂ ਜਿਹੜੀਆਂ ਆਉਂਦੀਆਂ ਆ। ਇਸੇ ਤਰ੍ਹਾਂ ਫੇਸਬੁੱਕ 'ਤੇ ਤੁਸੀਂ ਜੁੜਦੇ ਆ। ਇਸੇ ਤਰ੍ਹਾਂ ਵਿਜ਼ਨ ਪੰਜਾਬ ਟੀਵੀ ਦੀ ਸਾਡੀ ਟੀਮ ਆ ਜਿਹੜੀ ਆ ਵਿਨੀਪੈਗ ਤੋਂ ਇਸ ਵੇਲੇ ਸਾਡੇ ਵੀਰ ਸਾਡੇ ਨਾਲ ਨੀਲੂ ਹੁਣੀ ਆ, ਰਾਜੂ ਭਾਜੀ ਆ, ਹੋਰ ਸੁਨੀਲ ਭਾਜੀ ਆ, ਵੱਡੇ ਵੀਰ ਆ, ਸਾਰੇ ਹੀ ਜੁੜੇ ਹੋਏ ਆ। ਔਰ ਇਸੇ ਤਰ੍ਹਾਂ ਇੰਡੀਆ ਤੋਂ ਟੀਮ ਜੇ ਗੱਲਬਾਤ ਕਰਾਂ, ਚੰਡੀਗੜ੍ਹ ਸਾਡੀ ਜਿਹੜੀ ਆ ਮੇਨ ਟੀਮ ਆ ਉਹ ਵੀ ਆਪਾਂ। ਪਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰੋਗਰਾਮ ਦੇ ਵਿੱਚ ਕੋਈ ਚੇਂਜ ਅਪ ਚਾਹੁੰਦੇ ਆ, ਕੋਈ ਤੁਹਾਡਾ ਸੁੱਖ ਸੁਨੇਹਾ ਆ ਕਿ ਇਸ ਤਰ੍ਹਾਂ ਕੋਈ ਚੀਜ਼ ਤੁਸੀਂ ਵਧੀਆ ਕਰ ਸਕਦੇ ਆ, ਤਾਂ ਤੁਹਾਡਾ ਮੋਸਟ ਵੈਲਕਮ। ਹਮੇਸ਼ਾ ਹੀ ਅਸੀਂ ਕਹਿੰਦੇ ਆ ਕਿ ਨੰਬਰ ਸਾਡਾ ਤੁਹਾਡੇ ਕੋਲ ਆ। ਸਟੂਡੀਓ ਦੇ ਨੰਬਰ 'ਤੇ ਤੁਸੀਂ ਕਾਲ ਕਰਨੀ ਆ ਤਾਂ 905 790 9099। ਮੇਰੇ ਨਾਲ ਤੁਸੀਂ ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰਨੀ ਆ ਤਾਂ 416 818 BB 416818 2020 ਤੇ ਤੁਸੀਂ ਗੱਲਬਾਤ ਕਰ ਸਕਦੇ ਆ। ਮੰਗਾ ਭਾਜੀ ਅੱਜ ਆਪਾਂ ਗੱਲਬਾਤ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਕਹਿੰਦੇ ਜਦੋਂ ਖੇਤ ਦੀ ਬਾਹਰ ਖੇਤ ਨੂੰ ਖਾਣ ਲੱਗ ਪਏ ਨਾ ਤਾਂ ਫਿਰ ਖੇਤ ਦਾ ਬੁਰਾ ਹਾਲ ਹੋ ਜਾਂਦਾ। ਬਿਲਕੁਲ ਜੀ, ਇਹਦਾ ਸਿਆਣਿਆਂ ਦੀਆਂ ਕਈਆਂ ਗੱਲਾਂ ਆ। ਕਹਿੰਦੇ ਸਿਆਣੇ ਦਾ ਕਹਿ ਤੇ ਔਲੇ ਦਾ ਖਾਧਾ ਜਿਹੜਾ ਬਾਅਦ ਦੇ ਵਿੱਚ ਪਤਾ ਲੱਗਦਾ। ਇੱਕ ਸ਼ੋਲੇ ਮੂਵੀ ਦਾ ਡਾਇਲੌਗ ਚੇਤੇ ਆ ਗਿਆ, ਅਬ ਤੁਮਾਰਾ ਕਿਆ ਹੋਗਾ ਕਾਲੀਆ, ਹੈ ਨਾ, ਕਿਉਂਕਿ
ਬੜਾ ਮਸ਼ਹੂਰ, ਕਿਉਂਕਿ ਸ਼ੋਲੇ ਮੂਵੀ ਇਦਾਂ ਦੀ ਸੀ ਕਿ ਉਹਦੀ ਇੱਕ ਇੱਕ ਗੱਲ, ਇੱਕ ਇੱਕ ਡਾਇਲੋਗ, ਇੱਕ ਇੱਕ ਸੀਨ, ਇੱਕ ਇੱਕ ਕਰੈਕਟਰ ਜਿਹੜਾ ਆ ਉਹ ਅਮਰ ਹੋ ਗਿਆ। ਅਮਰ ਵੀ ਹੋ ਗਿਆ। ਔਰ ਜਿਹਨੇ ਵੀ ਸ਼ੋਲੇ ਮੂਵੀ ਦੇਖੀ ਹੋਗੀ, ਮੇਰਾ ਖਿਆਲ ਨਹੀਂ ਵੀ ਜਿਹਨੇ ਵੀ ਵੇਖੀ ਇੱਕ ਵਾਰੀ ਨਿਆਣੇ ਵੀ ਦੇਖਦੇ ਆ, ਨਿਆਣੇ ਵੀ ਦੇਖ ਰਹੇ ਆ ਜੀ। ਔਰ ਜਿਹਨੇ ਦੇਖੀ ਹੋਗੀ ਇੱਕ ਵਾਰੀ ਨਹੀਂ ਦੇਖੀ ਹੋਗੀ, ਇਹ ਮੈਂ ਗਰੰਟੀ ਨਾਲ ਕਹਿ ਸਕਦਾ। ਜਦੋਂ ਮਰਜ਼ੀ ਲਾ ਦੋ ਦੇਖਣ ਨੂੰ ਦਿਲ ਕਰਨ ਲੱਗ ਪੈਂਦਾ ਹੈ। ਇਸੇ ਤਰ੍ਹਾਂ ਜੇ ਅਸੀਂ ਜਿੱਥੇ ਸ਼ੋਲੇ ਮੂਵੀ ਦੀ ਗੱਲਬਾਤ ਕਰਦੇ ਹਾਂ, ਪੰਜਾਬੀ ਦੇ ਵਿੱਚ ਅੰਗਰੇਜ਼ ਮੂਵੀ ਦੀ ਅਸੀਂ ਗੱਲਬਾਤ ਕਰ ਲਈਏ, ਬਿਲਕੁਲ ਜੀ, ਚੰਨ ਪਰਦੇਸੀ, ਸੰਤੋ ਬੰਤੋ, ਹਾਂਜੀ, ਇਹਨਾਂ ਮੂਵੀਆਂ ਨੂੰ ਵੀ ਜਦੋਂ ਮਰਜ਼ੀ ਦੇਖ ਲਓ, ਇਹ ਨਵੀਆਂ ਨਕੋ ਰਹਿੰਦੀਆਂ। ਲੌਂਗ ਦਾ ਲਸ਼ਕਾਰਾ, ਬਿਲਕੁਲ ਜੀ। ਐਕਚੁਅਲੀ ਮੇਰਾ ਕਹਿਣ ਦਾ ਮਤਲਬ ਇਹ ਸੀ ਕਿ ਅਬ ਦੁਬਾਰਾ ਕਿਆ ਹੋਗਾ ਕਾਲੀਆ ਤੋਂ, ਕਿ ਜਿਹੜੇ ਵਿਚਾਰੇ ਟਿਕਟੌਕ ਸਟਾਰ ਸੀ ਉਹਨਾਂ ਦਾ ਕੀ ਹੋਊਗਾ। ਟਿਕਟੌਕ ਤੇ ਆਪਾਂ ਬਾਅਦ ਦੇ ਵਿੱਚ ਚੱਲਦੇ ਹਾਂ। ਕਿ ਟੋਰਾਂਟੋ ਦੀ ਮੇਨ ਨਿਊਜ਼ ਆ ਜਿਹੜੀ ਪਿਛਲੇ ਦਿਨਾਂ ਦੀ, ਜਿੱਥੇ ਮੈਂ ਕਹਿਣ ਲੱਗਾ ਸੀਗਾ ਕਿ ਜਦੋਂ ਖੇਤ ਦੀ ਬਾੜ ਖੇਤ ਨੂੰ ਖਾਂਦੀ ਆ ਤਾਂ ਖੇਤ ਦਾ ਫੇਰ ਕੱਖ ਨਹੀਂ ਰਹਿੰਦਾ। ਬਿਲਕੁਲ ਜੀ। ਤੇ ਆਪਣੇ ਪ੍ਰੋਗਰਾਮ ਜਦੋਂ ਇੰਤਜ਼ਾਰ ਰੇਡੀਓ ਵੀ ਸ਼ੁਰੂ ਹੁੰਦਾ, ਇੱਥੋਂ ਸ਼ੁਰੂ ਹੁੰਦਾ ਆ। ਹਾਂਜੀ, ਕਿ ਜਿਹੜੇ ਖੇਤ ਦੀ ਬਾੜ ਖੇਤ ਨੂੰ ਖਾਣ ਲੱਗ ਪੈਂਦੀ ਹੈ, ਉਹਦਾ ਬੇੜਾ ਗਰਕ ਹੋ ਜਾਂਦਾ। ਤੇ ਜਿਹੜੇ ਕੌਮ ਦੇ ਵਿੱਚ ਕਹਿੰਦੇ ਦੋ ਪਾੜ ਹੋ ਜਾਵੇ, ਉਸ ਕੌਮ ਦਾ ਵੀ ਕੁਝ ਨਹੀਂ ਰਹਿੰਦਾ। ਮੰਗਾ ਭਾਜੀ, ਇੱਕ ਟੋਰਾਂਟੋ ਦਾ ਪੁਲਿਸ ਅਫਸਰ ਆ ਜੀ, ਆਫ ਡਿਊਟੀ ਆ, ਤੇ ਪਿਛਲੇ ਤਕਰੀਬਨ ਕੁਝ ਦੇਰ ਤੋਂ ਉਹਦੀ ਇੱਕ ਕਾਲੇ ਦੇ ਨਾਲ ਕੋਈ ਗੱਲਬਾਤ, ਖੈਬੜਬਾਜੀ ਹੁੰਦੀ ਆ। ਖੈਬੜਬਾਜੀ ਆ ਉਹ ਵੱਧਦੀ ਆ, ਕੁਝ ਇੰਨੀ ਕੁ ਵੱਧ ਜਾਂਦੀ ਆ ਕਿ ਜੇ ਉਹ ਆਫ ਡਿਊਟੀ ਵੀ ਹੁੰਦਾ ਤਾਂ ਕਾਲੇ ਨੂੰ ਬੜੀਆਂ ਟੇਢੀਆਂ ਨਜ਼ਰਾਂ ਨਾਲ ਦੇਖਦਾ ਆ, ਵੇਖਦਾ ਆ। ਤੇ ਕਾਲਾ ਇੱਥੇ ਦਾ ਪੜ੍ਹਿਆ ਲਿਖਿਆ ਜਿਹੜਾ ਸੀਗਾ, ਉਹਨੂੰ ਵੀ ਪਤਾ ਸੀ ਇੱਥੇ ਦੇ ਕਾਇਦਾ ਕਾਨੂੰਨ, ਇੱਥੇ ਦੇ ਕਾਨੂੰਨਾਂ ਬਾਰੇ, ਕਿ ਕਿਸ ਤਰ੍ਹਾਂ ਦੇ ਕਾਨੂੰਨ ਆ, ਕਿ ਮੈਨੂੰ ਇਹ ਕੀ ਕਹਿ ਸਕਦਾ ਆਫ ਡਿਊਟੀ ਪੁਲਿਸ ਅਫਸਰ। ਤਾਂ ਵੈਸੇ ਦੋਸਤੋ, ਅਗਰ ਤੁਸੀਂ ਸਹੀ ਆ ਤਾਂ ਡਿਊਟੀ ਤੇ ਵੀ ਤੁਹਾਨੂੰ ਕੁਝ ਨਹੀਂ ਕਹਿ ਸਕਦਾ। ਆਫ ਡਿਊਟੀ ਦੀਆਂ ਬਹੁਤੀਆਂ ਗੱਲਾਂ ਆ। ਡਿਊਟੀ ਤੇ ਜਿਹੜਾ ਉਹ ਪੁਲਿਸ ਅਫਸਰ ਸੀਗਾ ਤੇ ਉਦੋਂ ਵੀ ਕਾਲੇ ਨੂੰ ਤੰਗ ਕਰਦਾ ਰਿਹਾ। ਤੇ ਇੱਕ ਦਿਨ ਇਸ ਤਰ੍ਹਾਂ ਦਾ ਆਉਂਦਾ ਆ ਕਿ ਕਾਲਾ ਕਿਤੇ ਖੜਾ ਆ ਤੇ ਉਹ ਗੱਡੀ ਸਟਾਰਟ ਕਰਕੇ ਚੱਲਣ ਲੱਗਦਾ, ਤਾਂ ਪੁਲਿਸ ਅਫਸਰ ਆ ਆਫ ਡਿਊਟੀ, ਤੇ ਉਹਦੇ ਨਾਲ ਉਹਦੇ ਦੋ ਬ੍ਰਦਰ ਆ ਉਸ ਦਿਨ ਪੁਲਿਸ ਅਫਸਰ ਦੇ ਦੋਨੋਂ ਬ੍ਰਦਰ ਉਹਨਾਂ ਨੂੰ ਪਿੱਛਾ ਕਰਦੇ ਆ ਜੀ ਕਾਲੇ ਦਾ। ਤੇ ਕਾਲਾ ਜਿੱਥੇ ਜਾ ਕੇ ਗੱਡੀ ਲਾਉਂਦਾ ਆ ਤੇ ਉਹਨੂੰ ਇੰਨਾ ਕੁ ਕੁੱਟਦੇ ਮਾਰਦੇ ਆ ਮੰਗਾ ਭਾਜੀ, ਕਿ ਜਿੰਨਾ ਕੁ ਝੂਠ ਬੋਲੀਏ, ਉਸ ਕੁੱਟ ਮਾਰ ਦੇ ਵਿੱਚ ਉਹਦਾ ਪਤਾ ਨਹੀਂ ਕੀ ਕੁਛ ਉਹਦੀ ਬੋਡੀ ਦਾ ਟੁੱਟਦਾ ਆ। ਟੁੱਟਣ ਤੋਂ ਬਾਅਦ ਐਂਬੂਲੈਂਸ ਉਹਨੂੰ ਲੈ ਕੇ ਜਾਂਦੀ ਆ ਮੰਗਾ ਭਾਜੀ। ਲਿਜਾਣ ਤੋਂ ਬਾਅਦ ਇੱਕ ਅੱਖ ਤੋਂ ਉਹ ਸਦਾ ਲਈ ਉਹਦੀ ਚਲ ਜਾਂਦੀ ਆ। ਓ ਮਾਈ ਗॉड। ਸਦਾ ਲਈ ਅੱਖ ਜਾਣ ਤੋਂ ਬਾਅਦ ਹਾਈ ਪ੍ਰੋਫਾਈਲ ਇੱਕ ਕੇਸ ਆ ਇਹ ਟੋਰਾਂਟੋ ਦਾ ਦੋਸਤੋ, ਪਿਛਲੇ ਕਾਫੀ ਸਮੇਂ ਦਾ, ਜਿਹਦਾ ਹੁਣ ਫੈਸਲਾ ਆਇਆ ਆ। ਫੈਸਲਾ ਇਸ ਤਰ੍ਹਾਂ ਦਾ ਆਇਆ, ਦੇਖੋ ਇੱਕ ਨਾ ਅਸੀਂ ਕਹਿੰਦੇ ਹੁੰਦੇ ਆ ਕਿ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ, ਬਹੁਤ ਵਾਰੀ ਕੋਰਟ ਦੇ ਵਿੱਚ ਅਗਰ ਸਾਨੂੰ ਟਿਕਟ ਮਿਲੀ ਹੁੰਦੀ ਆ ਨਾ, ਤੇ ਜੱਜ ਮੋਸਟ ਆਫ ਦੈਮ ਪੁਲਿਸ ਦੇ ਫੇਵਰ 'ਚ ਜਾਂਦੀ ਆ ਜਿਹੜੀ ਗੱਲਬਾਤ ਆ। ਪਰ ਇਹ ਕੇਸ ਥੋੜਾ ਉਲਟਾ ਹੋਇਆ। ਉਲਟਾ ਇਸ ਤਰ੍ਹਾਂ ਹੋਇਆ ਮੰਗਾ ਭਾਜੀ ਕਿ ਜਦੋਂ ਹੁਣ ਇਸ ਕੇਸ ਦੀਆਂ ਸੁਣਵਾਈਆਂ ਸ਼ੁਰੂ ਹੋਈਆਂ ਸੀਗੀਆਂ, ਪਹਿਲਾਂ ਤਾਂ ਮੀਡੀਆ ਜਿਹੜਾ ਉਸ ਪੁਲਿਸ ਅਫਸਰ ਦੇ ਪਿੱਛੇ ਪਿਆ ਸੀਗਾ ਬਹੁਤ ਬੁਰੀ ਤਰ੍ਹਾਂ। ਲੋਕ ਉਹਨੂੰ ਟੌਰਚਰ ਕਰਦੇ ਸੀ ਜਦੋਂ ਵੀ ਉਹਨਾਂ ਦੀਆਂ ਡੇਟਾਂ ਪੈਂਦੀਆਂ ਸੀਗੀਆਂ ਕਿ ਤੂੰ ਗੁੰਡਾਗਰਦੀ ਕੀਤੀ ਹੈ ਇਸ ਬੱਚੇ ਦੇ ਨਾਲ। ਵਾਲੀ ਇਹਦਾ ਨਹੀਂਗਾ, ਛੋਟੀ ਏਜ ਦਾ ਸੀ ਬੱਚਾ, ਵੀ ਤੂੰ ਗੁੰਡਾਗਰਦੀ ਕੀਤੀ ਹੈ। ਚਲੋ ਉਹ ਕੇਸ ਵੀ ਚੱਲਦਾ ਰਿਹਾ। ਜਦੋਂ ਮੀਡੀਆ ਕੁਛ ਉਹਨਾਂ ਨੂੰ ਪੁੱਛਦਾ ਸੀ ਨਾ, ਪੁਲਿਸ ਅਫਸਰ ਦੇਖੋ ਉਹਨੂੰ ਪਤਾ ਮੈਂ ਆਪਣੀ ਡਿਊਟੀ ਕਿਸ ਤਰ੍ਹਾਂ ਦੀ ਕਰਨੀ ਆ, ਪਰ ਜਿਹੜੇ ਉਹਦੇ ਬ੍ਰਦਰ ਸੀ ਨਾ, ਉਹ ਮੀਡੀਆ ਨੂੰ ਵੀ ਔਖਾ ਸਿੱਧਾ ਬੋਲਦੇ ਰਹੇ। ਪਰ ਹੁਣ ਐਂਡ ਕੀ ਹੋਇਆ ਜੀ, ਕੇਸ ਜਿਹੜਾ ਸੀਗਾ ਉਹ ਕਾਲੇ ਦੇ ਹੱਕ ਵਿੱਚ ਆ ਗਿਆ ਜੀ, ਕਾਲੇ ਬੱਚੇ ਦੇ। ਉਹ ਤਾਂ ਆਉਣਾ ਹੀ ਸੀ। ਤੇ ਕਾਲੇ ਬੱਚੇ ਦੇ ਹੱਕ ਵਿੱਚ ਆ ਗਿਆ। ਤੇ ਜਿਹੜਾ ਤਾਂ ਉਹਦਾ ਭਰਾ ਸੀਗਾ ਪੁਲਿਸ ਅਫਸਰ ਦਾ, ਉਹਨੂੰ ਤਾਂ ਦਿੱਤਾ ਛੱਡ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਅਫਸਰ ਨੂੰ ਸਜ਼ਾ ਸੁਣਾਈ ਜਾ ਰਹੀ ਆ ਕਿ ਜਿਹੜੀ ਸਜ਼ਾ ਸੁਣਾਈ ਜਾ ਰਹੀ ਆ ਉਹਦੇ ਤੇ ਕਾਫੀ ਸਾਰੇ ਪੇਪਰਾਂ ਦੇ ਵਿੱਚ ਕਾਫੀ ਕੁਝ ਪੜ੍ਹਨ ਨੂੰ ਜਿਹੜਾ ਮਿਲਿਆ ਕਿ ਇੱਕ ਇਤਿਹਾਸਿਕ ਫੈਸਲਾ ਜਿਹੜਾ ਕੋਰਟ ਨੇ ਕਹਿੰਦੇ ਸੁਣਾਇਆ ਆ ਕਿ ਪੁਲਿਸ ਅਫਸਰ ਨੂੰ ਸਜ਼ਾ ਦਿੱਤੀ ਹੈ। ਇੱਕ ਦੂਸਰਾ ਜਿਹੜਾ ਉਹਨੂੰ ਹੁਣ ਸਜ਼ਾ ਸੁਣਾਈ ਜਾਣੀ ਆ, ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਉਹਨੂੰ ਕੈਦ ਹੁੰਦੀ ਆ ਜਾਂ ਜੇਲ੍ਹ ਹੁੰਦੀ ਆ ਜਾਂ ਕਿੰਨਾ ਕੁ ਉਹਨੂੰ ਫਾਈਨ ਹੁੰਦਾ ਆ, ਜੌਬ ਤੋਂ ਹੱਥ ਧੋਣੇ ਪੈਂਦੇ ਆ। ਮੋਸਟ ਆਫ ਦੈਮ ਜਦੋਂ ਮੰਗਾ ਭਾਜੀ ਪੁਲਿਸ ਅਫਸਰ ਕਦੀ ਵੀ ਸਸਪੈਂਡ ਹੁੰਦਾ ਨਾ, ਤਾਂ ਇੱਕ ਲਫ਼ਜ਼ ਲਿਖਿਆ ਹੁੰਦਾ ਥੱਲੇ, ਸਸਪੈਂਡਡ ਵਿਦ ਪੇ। ਸਸਪੈਂਡਡ ਵਿਦ ਪੇ ਦਾ ਮਤਲਬ ਹੈ ਕਿ ਘਰ ਬੈਠਿਆਂ ਨੂੰ ਵੀ ਪੇ ਮਿਲੀ ਜਾਣੀ ਹੈ। ਪਰ ਜੱਜ ਨੇ ਸਟ੍ਰਿਕਟਲੀ ਇਹ ਗੱਲ ਕਹਿਤੀ ਹੈ ਕਿ ਇਹ ਪੁਲਿਸ ਅਫਸਰ ਨੂੰ ਜੋ ਵੀ ਕੁਝ ਹੋਏਗਾ ਵਿਦਆਊਟ ਪੇ ਹੋਵੇਗਾ। ਤੇ ਵੀ ਇਹਨੇ ਇੱਕ ਆਫ ਡਿਊਟੀ ਪਹਿਲਾਂ ਤਾਂ ਜੀ ਉਹ ਮੰਨਿਆ ਹੀ ਨਹੀਂਗਾ ਮੰਗਾ ਭਾਜੀ। ਜਦੋਂ ਕੇਸ ਚੱਲਿਆ ਨਾ ਕੋਰਟ ਦੇ ਵਿੱਚ ਇਹੀ ਕਰਦਾ ਰਿਹਾ ਕਿ ਇਹ ਬੰਦਾ ਡਰੱਗ ਦਾ ਧੰਦਾ ਕਰਦਾ ਸੀ, ਤਾਂ ਅਸੀਂ ਉਹਨੂੰ ਤਾਂ ਫੋਲੋ ਕੀਤਾ ਹੈ। ਫਿਰ ਵੀ ਜਿਹੜੀ ਇੱਥੇ ਦੀ ਮਾਨਯੋਗ ਅਦਾਲਤ ਹੈ ਜੀ, ਅਦਾਲਤ ਦੇ ਅੱਗੇ ਸਿਰ ਝੁਕਦਾ ਹਮੇਸ਼ਾ ਹੀ ਦੋਸਤੋ ਜਦੋਂ ਵੀ ਅਸੀਂ ਕੋਰਟ ਦੇ ਵਿੱਚ ਜਾਂਦੇ ਹਾਂ। ਪਰ ਐਨੀਵੇ ਪਹਿਲਾਂ ਕਾਲ ਤੇ ਚੱਲਦੇ ਆ ਜੀ, ਬਾਅਦ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਦੇ ਹਾਂ। ਕਾਲ ਜਿਹੜੀ ਹੈ ਜੀ ਇਹ ਡ੍ਰੌਪ ਹੋ ਗਈ ਆ ਦੁਬਾਰਾ, ਫਿਰ ਹਾਂਜੀ ਬਿਲਕੁਲ ਜੀ, ਇਹ ਦੁਬਾਰਾ ਤੁਸੀਂ ਕਾਲ ਕਰ ਲਿਓ। ਕਾਲ ਵੀ ਮੈਨੂੰ ਲੱਗਦਾ ਕਿ ਇਹ ਅਮਰੀਕਾ ਤੋਂ ਕਾਲ ਸੀ। ਠੀਕ ਹੈ ਜੀ, ਕੋਈ ਗੱਲ ਨਹੀਂ ਜੀ। ਤੁਸੀਂ ਅਗਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ ਤਾਂ ਦੁਬਾਰਾ ਕਾਲ ਕਰ ਲਿਓ, ਕੋਈ ਪ੍ਰੋਬਲਮ ਨਹੀਂ। ਪਰ ਹੁਣ ਮੰਗਾ ਭਾਜੀ ਵੀ ਜਿਹੜੇ ਪੇਪਰਾਂ ਨੇ ਇਹ ਲਿਖਿਆ ਕਿ ਇਹ ਜਿਸ ਦਿਨ ਪੁਲਿਸ ਅਫਸਰ ਨੂੰ ਸਜ਼ਾ ਹੋਣੀ ਆ ਨਾ, ਇੱਕ ਬੜਾ ਇਤਿਹਾਸਿਕ ਫੈਸਲਾ ਹੋਣਾ ਆ ਕੈਨੇਡਾ ਦੇ ਇਤਿਹਾਸ ਦੇ ਵਿੱਚ। ਐਨੀਵੇ ਜੇ ਕਾਲ ਤਾਂ ਦੁਬਾਰਾ ਨਹੀਂ ਅੱਛਾ ਜੀ, ਤੁਸੀਂ ਉੱਚੀ ਨੀਵੀਂ ਕਰ ਰਹੇ ਆ। ਐਨੀਵੇ ਦੋਸਤੋ, ਇਹ ਇੱਕ ਜਿਹੜੀ ਸੀਗੀ ਨਿਊਜ਼। ਔਰ ਦੂਸਰੀ ਨਿਊਜ਼ ਜਿਹੜੀ ਹੈ ਜੀ, ਪਿਛਲੇ 3-4 ਦਿਨਾਂ ਤੋਂ ਜਿਹੜੇ ਘਰ ਬੈਠੇ ਵੀ ਸਟਾਰ ਬਣੇ ਹੋਏ ਸੀਗੇ, ਉਹਨਾਂ ਤੇ ਗੱਲ ਕਰ ਲੈਂਦੇ ਆ। ਟਿਕਟੌਕ ਸਟਾਰ। ਬਿਲਕੁਲ ਜੀ। ਦੇਖੋ ਟਿਕਟੌਕ ਦੇ ਨਾਲ ਨਾਲ ਜਿਹੜੇ 59 ਐਪ ਜਿਹੜੇ ਆ ਹੋਰ
ਜਿਹੜੇ ਚਾਈਨਾ ਵੱਲੋਂ ਬੰਦ ਕੀਤੇ ਗਏ ਆ। ਸੋ ਲੋਕਾਂ ਵੱਲੋਂ ਇੱਕ ਕਿਹਾ ਜਾ ਰਿਹਾ ਸੀ ਕਿ ਇੱਕ ਗੇਮ ਹੈ ਜੀ PUBG, ਤੇ ਇੱਕ ਟਵਿੱਟਰ ਦੇ ਉੱਤੇ, ਤੇ ਇੱਕ ਜ਼ੂਮ ਜਿਹੜਾ ਜੇ ਅੱਜ ਕੱਲ੍ਹ ਐਪ ਚੱਲ ਰਿਹਾ ਹੈ, ਉਹਦੇ ਬਾਰੇ ਜਿਹੜਾ ਲੋਕਾਂ ਨੇ ਕਾਫੀ ਕੁਝ ਕਿਹਾ ਸੀ ਵੀ ਉਹ ਕਿਉਂ ਨਹੀਂ ਬੰਦ ਕੀਤੇ। ਸੋ ਇੱਥੇ ਦੱਸ ਦਈਏ ਕਿ ਜਿਹੜਾ ਜ਼ੂਮ ਤੇ ਟਵਿੱਟਰ ਆ ਇਹ ਅਮਰੀਕਾ ਦੇ ਆ, ਇਹ ਚਾਈਨਾ ਦੇ ਨਹੀਂ ਹੈਗੇ। ਤੇ ਜਿਹੜਾ ਆਪਣੇ PUBG ਗੇਮ ਆ ਉਹ ਕੋਰੀਆ ਦੀ ਗੇਮ ਆ, ਉਹਦਾ ਚਾਈਨਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈਗਾ। ਹਾਂਜੀ, ਪਰ ਮੰਗਾ ਭਾਜੀ ਇੱਕ ਗੱਲ ਹੋਰ ਜਿਹੜੀ ਆ, ਦੇਖੋ ਐਪ ਬਣਾਇਆ ਉਹ ਨਹੀਂ, ਪਰ ਤੁਸੀਂ ਕਦੀ ਵੀ ਦੇਖਿਆ ਕਿ ਐਪ ਦੇ ਵਿੱਚ ਜੇ 10% ਮੂਵੀਆਂ ਆਉਂਦੀਆਂ ਆ ਚਾਈਨਾ ਦੀਆਂ, ਫਿਰ ਪੁੱਛਾਂ ਤਾਂ 5% ਹੋਣਗੀਆਂ ਦੋਸਤੋ, ਪਰ 90% ਜਿਹੜੀਆਂ ਮੂਵੀਆਂ ਆ, ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆਉਂਦੀ ਕਿ ਦੁਨੀਆ ਕਿੱਧਰ ਨੂੰ ਤੁਰੀ ਆ। ਕਈ ਲਫ਼ਜ਼ ਜਿਹੜੇ ਆ ਦੋਸਤੋ, ਕਈ ਲਫ਼ਜ਼ ਇਸ ਤਰ੍ਹਾਂ ਦੇ ਸਾਨੂੰ ਬੋਲਣੇ ਪੈਂਦੇ ਆ ਕਈ ਵਾਰੀ ਮਜਬੂਰੀ ਦੇ ਵਿੱਚ, ਕਿ ਤੁਸੀਂ ਸਾਡਾ ਆਪਣਾ ਪਰਿਵਾਰ ਆ। ਪਰ ਮੈਂ ਕੋਸ਼ਿਸ਼ ਹਮੇਸ਼ਾ ਹੀ ਕਰਦਾ ਹੁੰਦਾ, ਚਾਹੇ ਸਾਡਾ ਰੇਡੀਓ ਸ਼ੋਅ ਆ, ਚਾਹੇ TV ਸ਼ੋਅ ਆ, ਕਿ ਕੋਈ ਵੀ ਜਿਹੜਾ ਲਫ਼ਜ਼ ਅਸੀਂ ਬੋਲੀਏ ਉਹ ਅਸੀਂ ਫੈਮਿਲੀ ਦੇ ਵਿੱਚ ਬੈਠ ਕੇ ਸੁਣ ਸਕੀਏ। ਇੱਕ ਪਿਛਲੇ ਦਿਨ ਮੈਂ ਵੈਸੇ ਟਿਕਟੋਕ ਬਹੁਤ ਘੱਟ ਯੂਜ਼ ਕੀਤਾ ਮੰਗਾ ਭਾਜੀ, 2-3 ਮੰਥ ਜਾਂ 2 ਮੰਥ ਪਹਿਲਾਂ ਇੱਕ ਮੈਨੂੰ ਮੇਰਾ ਫਰੈਂਡ ਮਿਲਿਆ ਸੀ, ਉਹਨੇ ਦੱਸਿਆ ਕਿ ਇਹ ਟਿਕਟੋਕ ਆ, ਤੇ ਮੈਂ ਆਪਣੇ ਫੋਨ ਦੇ ਵਿੱਚ ਪਾ ਲਿਆ ਤੇ ਥੋੜ੍ਹਾ ਬਹੁਤਾ ਦੇਖਣ ਲੱਗ ਪਿਆ। ਪਰ ਉਹਦੇ ਵਿੱਚ ਇੱਕ ਕੋਈ ਪਤਾ ਨਹੀਂ ਭਾਬੀ ਕੋਈ ਸੀਗਾ ਜੀ, ਐਡੀ ਇੱਕ ਭੈੜੀ ਜਿਹੜੀ ਆ ਲੈਂਗੁਏਜ ਸੀਗੀ ਜੀ ਉਹਨਾਂ ਦੀ, ਸ਼ਰੇਆਮ ਜਿਹੜੀਆਂ ਕਈ ਲਫ਼ਜ਼ ਅਸੀਂ ਜਿਹੜੇ ਇਹ ਤੇ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੇ, ਉਸ ਤਰ੍ਹਾਂ ਦੇ ਉਹਦੇ ਲਫ਼ਜ਼ ਸੀਗੇ। ਫਿਰ ਉਹਦੇ ਨਾਲ ਪਤਾ ਨਹੀਂ ਕੌਣ ਆ, ਉਹਦਾ ਘਰ ਵਾਲਾ ਆ ਜਾਂ ਕੁਝ ਹੋਰ ਆ, ਘਰ ਵਾਲਾ ਆ, ਕਹਿੰਦਾ ਮੈਨੂੰ ਵੀ ਕੋਈ ਇਤਰਾਜ਼ ਨਹੀਂ, ਮੈਨੂੰ ਅੱਜ ਪਤਾ ਲੱਗਾ, ਕਹਿੰਦੇ ਵੀ ਉਹ ਕਹਿੰਦਾ ਮੈਨੂੰ ਵੀ ਕੋਈ ਇਤਰਾਜ਼ ਨਹੀਂ ਹੈ। ਮੈਂ ਵੀ, ਤੁਸੀਂ ਜਦੋਂ ਗੱਲ ਕੀਤੀ ਹੈ ਨਾ, ਮੈਂ ਤੁਹਾਨੂੰ ਦੱਸਣਾ ਸੀ ਵੀ ਇੱਕ ਕੋਈ ਭਾਬੀ ਨਾਂ ਦਾ ਵੀ ਉੱਥੇ ਕੋਈ ਆ, ਪਰ ਜਿੰਨੇ ਮੇਰੇ ਪਿਆਰੇ ਦਰਸ਼ਕ ਦੇਖਦੇ ਆ, ਫੈਮਲੀਆਂ ਦੇਖਦੀਆਂ, ਮੈਂ ਦੱਸ ਦਿਆਂ, ਤੁਸੀਂ ਤਾਂ 2 ਵੀਕ ਪਹਿਲਾਂ ਕੀਤਾ, ਮੈਂ ਅੱਜ ਤੱਕ ਨਹੀਂ ਕੀਤਾ। ਮੈਂ ਕਿਉਂਕਿ ਜਦੋਂ ਤੁਸੀਂ ਉਹਨੂੰ ਡਾਊਨਲੋਡ ਕਰ ਲਿਆ ਜਾਂ ਕੁਝ ਵੀ ਕਰ ਲਿਆ, ਔਰ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਜੀ ਨਹੀਂ ਸਾਨੂੰ ਪਤਾ ਹੀ ਨਹੀਂ, ਸਾਨੂੰ, ਜਦੋਂ ਤੁਸੀਂ ਮੂਵੀ ਬੈਠੇ, ਜਦੋਂ ਉਹਨੂੰ ਸਕਰੋਲ ਕਰੀ ਜਾਂਦੇ ਆ, 30 ਸੈਕਿੰਡ ਦੀ ਮੇਰੇ ਖਿਆਲ ਉੱਤੇ ਮੂਵੀ ਬਣਦੀ 24 ਸੈਕਿੰਡ, ਹਾਂਜੀ, ਤੇ ਉਹ ਜਦੋਂ ਮੂਵੀ ਨੂੰ ਤੁਸੀਂ ਸਕਰੋਲ ਕਰਦੇ ਆ, ਉੱਪਰ ਥੱਲੇ ਕਰਦੇ ਆ, ਤੇ ਉਹ ਉੱਥੇ ਕਦੀ ਨਾ ਕਦੀ ਉਹ ਮੂਵੀ ਕਿਸੇ ਨਾ ਕਿਸੇ ਦੀ ਆ ਹੀ ਜਾਣੀ ਆ। ਔਰ ਇੰਨਾ ਕੁ ਉਹਦੇ ਵਿੱਚ ਕਹਿੰਦੇ ਗੰਦ ਬੋਲਿਆ ਹੈ ਨਾ, ਕਿ ਜਾਣੀ ਕਿ ਛਾੜੀ ਦਿਓ, ਇੱਕ ਬਜ਼ੁਰਗ ਲੇਡੀ ਚੰਡੀਗੜ੍ਹ ਦੇ ਵਿੱਚ ਗਈ ਆ, ਟਿਕਟੋਕ ਦੇ ਉੱਤੇ ਆ ਰਾਈਟ ਇਹ ਗੱਲ, ਕਿ ਬਜ਼ੁਰਗ ਚੰਡੀਗੜ੍ਹ ਦੇ ਵਿੱਚ ਜਾਂਦੇ ਆ, ਤੇ ਉਹ ਕਹਿੰਦੀ ਵੀ ਮੇਰਾ ਦਰਦ ਹੁੰਦੀ ਕੁਛ ਢਿੱਡ ਦੇ ਵਿੱਚ ਜਾਂ ਕੁਛ ਵੀ ਹੈ ਨਾ, ਤੇ ਉਹਨਾਂ ਨੂੰ ਟਿਕਟੋਕ ਦੇ ਵਿੱਚ ਦਿਖਾ ਰਿਹਾ ਕਿ ਫੀਮ ਜਿਹੜੀ ਆ ਉਹ ਖਾਣ ਨੂੰ ਬਜ਼ੁਰਗਾਂ ਨੂੰ ਦਿੱਤੀ ਜਾ ਰਹੀ ਆ, ਬੇਬੇ ਖਾ ਲਾ ਪਹਿਲੇ ਤੋੜਦੀ, ਪਤਾ ਨਹੀਂ ਕੀ ਉਹ ਨਹੀਂ ਜੀ ਮੰਗਾ ਭਾਈ, ਉਹ ਗੱਲ ਜਿਹੜੀ ਆ ਜੀ ਉਹ ਇਦਾਂ ਆ ਕਿ ਇੱਕ ਕੋਈ ਸਟੂਡੈਂਟ ਜਿਹੜੇ ਆ ਨਾ, ਵੈਸੇ ਜਿਹੜੇ ਬੱਚੇ ਚੰਡੀਗੜ੍ਹ ਪੜ੍ਹੇ ਆ ਉਹ ਬੜੇ ਫਰੈਂਕ ਆ। ਉਹ ਜਿਹੜੀ ਤੁਸੀਂ ਗੱਲ ਕਰ ਰਹੇ ਆ, ਇੱਕ ਬਜ਼ੁਰਗ ਮਾਤਾ ਆ ਜੀ, ਬਜ਼ੁਰਗ ਮਾਤਾ, ਆਈ ਥਿੰਕ ਸ਼ੀ ਇਜ਼ ਅਰਾਊਂਡ 80-85, ਤੇ ਜਿਹੜੀ ਬੱਚੀ ਆ ਨਾ ਉਹ ਮੇਰਾ ਖਿਆਲ 20 ਜਾਂ 25 ਸਾਲ ਦੀ ਹੋਣੀ ਆ, ਔਰ ਉਹ ਬੱਚੀ ਟਿਕਟੋਕ ਤੇ ਸ਼ਰੇਆਮ ਫੀਮ ਦਾ ਸੇਵਨ ਕਰ ਰਹੀ ਆ ਮੰਗਾ ਭਾਜੀ। ਸੇਵਨ ਕਰਦੀ ਉਹ ਆਪਣੀ ਮਾਤਾ ਨੂੰ ਕਹਿੰਦੀ ਮਾਤਾ ਖਾ ਲਾ, ਦਰਦਾਂ ਦੁਰਦਾਂ ਦਾ ਤਾਂ ਕਹਿੰਦੀ ਪਤਾ ਨਹੀਂ ਲੱਗਦਾ ਇਹਦੇ ਨਾਲ। ਹਾਂਜੀ, ਉਹਨੂੰ ਵੀ ਖਿਲਾਤੀ ਜੀ, ਫਿਰ ਖਿਲਾਉਣ ਤੋਂ ਬਾਅਦ ਇਹ ਵੀ ਕਹਿੰਦੀ ਆ ਥੋੜੀ ਖਾਈ ਕਿਤੇ ਮਰਨਾ ਜਾਈ। ਉਹਨੂੰ ਪੂਰੀ ਇਨਫੋਰਮੇਸ਼ਨ ਹੈ ਕਿ ਇਹ ਕਿੱਦਾਂ ਖਾਧੀ ਆ, ਕੀ ਇਹਦਾ ਕੰਮ ਕਰਦੀ ਆ। ਟਿਕਟੋਕ ਤੇ ਪਾਉਣ ਦਾ ਕੀ ਮਤਲਬ? ਅੱਛਾ ਮੰਗਾ ਭਾਜੀ, ਇਹ ਤਾਂ ਸੀ ਇੱਕ ਛੋਟੀ ਜੀ ਗੱਲ। ਉਸ ਤੋਂ ਬਾਅਦ ਇਸ ਤੋਂ ਬੜੀਆਂ ਵੱਡੀਆਂ ਗੱਲਾਂ ਆ। ਇੱਕ ਗੱਲ ਅਸੀਂ ਪਿਛਲੇ ਥੋੜੀ ਵੀਕ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ, ਉਹਦੇ ਵਿੱਚ ਮੈਂ ਸਾਂਝੀ ਕੀਤੀ ਸੀ ਕਿ ਇੱਕ ਵਿਆਹ ਹੋਇਆ ਮੰਗਾ ਭਾਜੀ, ਵਿਆਹ ਜਿਹੜਾ ਆ ਬੜਾ ਵਧੀਆ ਸਕਸੈਸਫੁਲ ਚੱਲਿਆ, 1.5-2 ਸਾਲ ਪੁਰਾਣਾ ਹੋ ਗਿਆ ਉਹ ਵਿਆਹ ਤੋਂ ਬਾਅਦ ਉਹ ਜਿਹੜਾ ਕੁੜੀ ਦਾ ਹਸਬੈਂਡ ਸੀਗਾ ਉਹ ਕਿਤੇ ਟਿਕਟੋਕ ਤੇ ਦੇਖਦਾ, ਤੇ ਉਹ ਕੁੜੀ ਦੀਆਂ ਪੁਰਾਣੀਆਂ ਮੂਵੀਆਂ ਦੇਖਣ ਲੱਗ ਪਿਆ। ਮੂਵੀਆਂ ਦੇਖਦਾ ਮੰਗਾ ਭਾਜੀ, ਉਹਦੇ ਵਿੱਚ ਕਿਤੇ ਉਹਨੇ ਗਾਣੇ ਕੁਝ ਜਿੱਦਾਂ ਪਾਏ ਸੀਗੇ, ਜਿੱਦਾਂ ਕਈ ਵਾਰੀ ਤੁਸੀਂ ਸੀਰੀਅਸ ਹੋ ਜਾਂਦੇ ਉੱਦਾਂ ਦੇ ਸਟੇਟਸ ਤੁਸੀਂ ਪਾਉਣ ਲੱਗ ਪੈਂਦੇ ਆ। ਤੇ ਉਸ ਗਾਣਾ ਸੀਗਾ ਜੀ, ਇੱਕ ਤਾਂ ਸਤਵਿੰਦਰ ਬੁੱਗੇ ਦਾ ਹੀ ਸੀਗਾ, ਨਹੀਂ ਤੂੰ ਵਿਛੜਨ ਕਰਦੀ ਹੈ, ਜਦੋਂ ਵਿਛੜੇਂਗੀ ਪਤਾ ਲੱਗ ਜਾਏਗਾ। ਇੱਦਾਂ ਦੇ 5-7 ਹੋਰ ਸੀਗੇ। ਤਾਂ ਉਹਨੇ ਉਸ ਦਿਨ ਕੁਝ ਨਹੀਂ ਕਿਹਾ। ਦੂਜੇ ਦਿਨ ਕਿਤੇ ਰਾਤ ਨੂੰ ਜਦੋਂ ਬੈਠੇ ਤਾਂ ਕਹਿੰਦਾ ਜੀ ਆ ਗੀਤ ਕਹਿੰਦੇ ਤੁਸੀਂ ਕਹਿੰਦਾ ਗੁਣਗੁਣਾਉਂਦੀ ਹੁੰਦੀ ਸੀਗੀ, ਜਦੋਂ ਕਿਤੇ ਪੈਗ ਲੱਗਾ ਹੋਣਾ ਗੁਣਗੁਣਾਉਂਦੀ ਗੀਤ ਕਿਹਦੇ ਲਈ ਗੁਣਗੁਣਾਉਂਦੀ ਸੀ। ਉਹ ਕੁੜੀ ਕਹਿੰਦੀ ਵੀ ਮੈਂ ਵੈਸੇ ਹੀ ਬਣਾਉਂਦੀ ਸੀ, ਕਿਸੇ ਲਈ ਗੁਣਗੁਣਾਉਂਦੀ ਨਹੀਂ ਸੀ। ਤੇ ਉਹ ਜੀ 2-3 ਦਿਨ ਤੂੰ ਮੈਂ ਚੱਲੀ ਮੰਗਾ ਭਾਜੀ, ਵਿਆਹ ਟੁੱਟ ਗਿਆ। ਦੱਸੋ ਤਾਂ ਟਿਕਟੋਕ ਨੇ ਹੱਸਦੀ ਵਸਦੀ ਫੈਮਿਲੀ ਜਿਹੜੀ ਉਹਨਾਂ ਦੀ ਆਜ਼ਾਦ ਦਿੱਤੀ ਆ। ਔਰ ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਤੁਹਾਡਾ ਵਿਆਹ ਹੋ ਜਾਂਦਾ ਨਾ ਮੰਗਾ ਭਾਜੀ, ਕਹਿੰਦੇ ਕਿ ਇੱਕ ਜਿਹੜਾ ਸ਼ੱਕ ਦਾ ਦੈਂਤ ਆ ਉਹ ਤੁਹਾਨੂੰ ਨਿਕਲ ਜਾਂਦਾ ਆ। ਬਿਲਕੁਲ, ਕਿਉਂਕਿ ਜੇ ਤਾਂ ਤੁਸੀਂ ਪਬਲਿਕ ਫਿਗਰ ਹੋ, ਤੁਹਾਡਾ ਪ੍ਰੋਫੈਸ਼ਨ ਆ ਇੱਦਾਂ ਦਾ ਕੁਛ, ਤੁਸੀਂ ਸਟਾਰ ਆ ਜਾਂ ਕੋਈ ਟਿਕਟੋਕ ਦੇ ਉੱਤੇ ਤੁਸੀਂ ਕਰਦੇ ਆ, ਤੁਸੀਂ ਮੀਡੀਆ ਨਾਲ ਜੁੜੇ ਹੋਏ ਆ, ਤਾਂ ਜਸਟੀਫਿਕੇਸ਼ਨ ਤੁਹਾਡੇ ਕੋਲ ਹੈ ਕਿ ਤੁਸੀਂ। ਪਰ ਇਹ ਕੀ ਆ ਵੀ ਤੁਸੀਂ ਇੱਕ ਵੀਡੀਓ ਬਣਾ ਕੇ ਮੈਨੂੰ, ਜੇ ਤੁਹਾਨੂੰ ਵੀ ਜੇ ਪਰਿਵਾਰ ਦੇਖਦੇ ਆ, ਤੁਹਾਨੂੰ ਵੀ ਕੋਈ ਇੱਦਾਂ ਦੇ ਇਨਸੀਡੈਂਟ ਚਿੱਤੇ ਆ ਟਿਕਟੋਕ ਦਾ ਕੋਈ ਜਿਹੜਾ ਆ, ਤੁਸੀਂ ਵੀ ਜਿਹੜੀ ਕਾਲ ਕਰਕੇ 905 790 9099 ਦੇ ਉੱਤੇ ਜਿਹੜੀ ਤੁਸੀਂ ਸ਼ੇਅਰ ਕਰ ਸਕਦੇ ਹੋ। ਤੁਸੀਂ ਯਕੀਨ ਕਰੋ, ਇੱਕ ਬੰਦਾ ਤੇ ਇੱਕ ਲੇਡੀਜ਼ ਆ,
ਉਹ ਆਪਣੇ ਘਰ ਵਾਲੇ ਦੇ ਕੰਨ ਮਰੋੜ ਕੇ ਮੋਟਰਸਾਈਕਲ ਵਾਂਗ ਉਹਨੂੰ ਸਟਾਰਟ ਕਰੀ ਜਾਂਦੀ ਉਹ ਮੋਰੇ ਭਾਰੀ ਫੇਰੀ ਜਾਂਦਾ ਹੈ ਜੀ। ਹਾਂਜੀ, ਉਹ ਮੂਹਰੇ ਆਵਾਜ਼ਾਂ ਕੱਢੀ ਜਾਂਦਾ ਮੋਟਰਸਾਈਕਲ ਦੀਆਂ। ਕਿਆ ਜਲੂਸ ਤੁਸੀਂ ਕੱਢਣ ਲੱਗੇ ਹੋ ਆ। ਚਾਈਨਾ ਵਾਲੇ ਤਾਂ ਮੈਂ ਕਹਿੰਦਾ ਬਈ 5% ਵੀ ਨਹੀਂ ਯੂਜ਼ ਕਰਦੇ ਹੋਣੇ ਜਿੰਨੀ ਉਹ ਐਪ ਬਣਾਇਆ ਸੀ। ਉਹ ਬੈਠ ਕੇ ਹੱਸਦੇ ਜ਼ਰੂਰ ਹੋਣਗੇ ਕਿ ਆਹ ਦੇਖੋ ਕਿੱਡੇ ਵਿਹਲੇ ਲੋਕ ਆ, ਕਿੱਡੇ ਮੂਰਖ ਲੋਕ ਆ ਇਹ, ਤੇ ਇੱਕ ਮੰਗਾ ਭਾਜੀ ਕਹਿੰਦੇ ਨੇ ਉਹਦੀ ਅੱਗ ਲਾ ਕੇ ਡੱਬੂ ਕੰਧ ਤੇ ਉਹਨੇ ਅੱਗ ਲਾ ਦਿੱਤੀ ਹੈ ਤੇ ਡੱਬੂ ਨੱਚਦੇ ਫਿਰਦੇ ਆ ਔਰ ਇਸ ਤਰ੍ਹਾਂ ਦੀਆਂ। ਤੇ ਮੰਗਾ ਭਾਜੀ ਉਹਦੇ ਪਤਾ ਹੀ ਨਹੀਂ ਕਿੰਨੀਆਂ ਕੁ ਮੂਵੀਆਂ ਜਾਂ ਐਡੀ ਬੱਦੀ ਭਾਸ਼ਾ ਬੋਲੀ ਜਾਂਦੀ ਆ ਕਿ ਜਿਹੜੀ ਸੁਣੀ ਨਹੀਂ ਜਾ ਸਕਦੀ। ਪਰ ਮੈਂ ਕਹਿੰਦਾ ਫਿਰ ਵੀ ਚੰਗੇ ਆ ਜਿਹੜੇ ਇੱਥੇ ਦੇ ਬੱਚੇ ਬਹੁਤ ਘੱਟ ਯੂਜ਼ ਕਰਦੇ ਆ ਜੀ। ਇਹ ਸਾਡੇ ਜਿਹੜੇ ਆ ਉੱਥੋਂ ਆਏ ਹੋਆ ਸੂਬੇਦਾਰ ਵਗੈਰਾ ਉਹ ਯੂਜ਼ ਕਰਦੇ ਆ ਜੀ। ਇੱਥੇ ਦੇ ਬੱਚਿਆਂ ਨੂੰ ਤਾਂ ਮੇਰੇ ਖਿਆਲ ਟਿਕਟੋਕ ਬਾਰੇ ਬਾਹਲੀ ਜ਼ਿਆਦਾ ਨੌਲੇਜ ਵੀ ਨਹੀਂ ਗਈ। ਪਰ ਐਨੀਵੇ ਜਿੱਦਾਂ ਤੁਹਾਡੇ ਨਾਲ ਸਾਂਝ ਪਾਈ ਆ ਮੰਗਾ ਭਾਜੀ ਨੇ, ਸੂਬੇਦਾਰ ਚਪੜਾਸੀ ਬਣਾਤਾ ਅਗਲਿਆਂ ਨੇ। ਸੂਬੇਦਾਰ ਜੀ ਚਪੜਾਸੀ ਤੋਂ ਭੈੜਾ ਹਾਲ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ। ਪਤਾ ਨਹੀਂ ਕਿਹੜੇ ਕਿਹੜੇ ਕੋਟਾਂ ਦੇ ਵਿੱਚ। ਮੈਂ ਅੱਗੇ ਜਾ ਕੇ ਨਿਊਜ਼ ਸਾਂਝੀ ਕਰਨਾ ਸੂਬੇਦਾਰ ਦੀ ਵੀ ਕਿਹੜੇ ਕੋੜੇ ਹਲੇ ਪਤਾ ਲੱਗੇਗਾ ਸੂਬੇਦਾਰ ਨੂੰ ਕਿ ਗੱਡੀ ਦੇ ਟਾਇਰ ਕਿੱਦਾਂ ਘੁੰਮਦੇ ਆ ਤੇ ਕੋਰਟ ਦੀਆਂ ਡੇਟਾਂ ਕਿੱਦਾਂ ਪੈਂਦੀਆਂ ਆ ਤੇ ਕੋਰਟ ਦੇ ਵਿੱਚ ਕੀ ਕੀ ਹੁੰਦਾ ਆ। ਇੱਕ ਨਵਾਂ ਜਿਹੜਾ ਐਕਸਪੀਰੀਅੰਸ ਹੋਵੇਗਾ ਜੀ। ਹੁਣ ਜੇ ਕਿਸੇ ਅਫਸਰ ਦਾ ਮੁੰਡਾ ਹੈ ਤਾਂ ਆਪਣੇ ਭਾਪੇ ਨੂੰ ਕਹਿੰਦਾ ਪਾਪਾ ਜੀ ਇੱਥੇ ਦੇ ਐਮਐਲਏ ਨੂੰ ਕਾਲ ਕਰਿਓ। ਇੱਥੇ ਨਾ ਕੋਈ ਐਮਐਲਏ ਆ ਨਾ ਕੋਈ ਐਮਪੀ ਆ। ਹੁਣ ਤੁਸੀਂ ਦੱਸੋ ਜਿਹੜੀ ਸ਼ੁਰੂ ਦੇ ਵਿੱਚ ਗੱਲ ਸਾਂਝੀ ਕੀਤੀ ਆ ਪੁਲਿਸ ਅਫਸਰ ਦੀ ਜੌਲ ਸਾਹਿਬ ਨੇ, ਉਹਦੇ ਵਿੱਚ ਹੁਣ ਉਹ ਪੁਲਿਸ ਅਫਸਰ ਦੇ ਹੱਕ ਦੇ ਵਿੱਚ ਨਾ ਕੋਈ ਐਮਪੀਪੀ ਨਾ ਕੋਈ ਸਾਡੇ ਜਿਹੜਾ ਸੂਬੇ ਦਾ ਪ੍ਰੀਮੀਅਰ ਆ ਉਹਦੀ ਵੀ ਇੰਨੀ ਜੁਰਤ ਨਹੀਂ ਹੈਗੀ ਕਿ ਉਹ ਕੋਰਟ ਦੇ ਕੰਮ ਦੇ ਵਿੱਚ ਦਖਲ ਦੇ ਦੇਵੇ ਜਾਂ ਬੋਲ ਦੇਵੇ। ਨਹੀਂ ਜੀ ਨਹੀਂ। ਇੱਥੇ ਤਾਂ ਮੰਗਾ ਭਾਜੀ ਮੈਂ ਇਸ ਤਰ੍ਹਾਂ ਦੇ ਕੇਸ ਦੇਖਿਆ ਕਿ ਪੁਲਿਸ ਅਫਸਰ ਨੇ ਜੱਜ ਨੂੰ ਟਿਕਟ ਕਰ ਦਿੱਤੀ ਆ ਜੀ। ਹਾਂ ਇਦਾਂ ਹੀ ਦੇ ਨੈਵਰ ਲੀਵ ਐਨੀਵਨ ਬਿਕੋਜ਼ ਤੁਸੀਂ ਜਦੋਂ ਬੈਠੇ ਆ ਤੇ ਤੁਸੀਂ ਆਪਣੀ ਪੋਸਟ ਤੇ, ਹੁਣ ਅਸੀਂ ਇੱਥੇ ਬੈਠੇ ਆ, ਅਸੀਂ ਮੀਡੀਆਕਾਰ ਦੇ ਤੌਰ ਤੇ ਬੈਠੇ ਆ, ਅਸੀਂ ਮੀਡੀਆ ਵਾਲੇ ਆ। ਜਦੋਂ ਅਸੀਂ ਇੱਥੋਂ ਬਾਹਰ ਸਟੂਡੀਓ ਤੋਂ ਚਲੇ ਗਏ ਅਸੀਂ ਆਮ ਪਬਲਿਕ ਆਮ ਕੈਨੇਡੀਅਨ ਸਿਟੀਜ਼ਨ ਆ, ਕੈਨੇਡੀਅਨ ਨਾਗਰਿਕ ਆ। ਸੋ ਜੋ ਕਹਿੰਦੇ ਸਜ਼ਾ ਜਿਹੜੀ ਆ ਉਹ ਸਾਡੇ ਜਿਹੜੇ ਭਾਵੇਂ ਤੁਸੀਂ ਲੋ ਲੈਵਲ ਦੇ ਚਪੜਾਸੀ ਵੀ ਲੱਗੇ ਹੋਵੋ ਉਹੀ ਸਜ਼ਾ ਜਿਹੜੀ ਆ ਤੁਹਾਡੇ ਵਾਸਤੇ ਆ। ਇਸ ਕਰਕੇ ਇਹ ਸੂਬੇ ਜਿਹੜੇ ਸੂਬੇ ਕਹਿੰਦੇ ਕੰਟਰੀਆਂ ਜਿਹੜੀਆਂ ਜੀ ਇਹ ਕਾਮਯਾਬ ਵੀ ਤਾਂ ਹੀ ਹੋਈਆਂ। ਮੰਗਾ ਭਾਜੀ ਇਹਨਾਂ ਕੰਟਰੀਆਂ ਦੇ ਵਿੱਚ ਨਾ ਇਹਨੀ ABC ਛੱਡਿਆ ਹੀ ਕੁਝ ਨਹੀਂਗਾ ਜੀ। A ਤੇ Z ਸਾਰੇ ਇੱਕੋ ਹੀ ਕੈਟਾਗਰੀ 'ਚ ਆ। ਚਾਹੇ ਮੰਗਾ ਭਾਜੀ ਬੈਠਾ ਤਾਂ ਚਾਹੇ ਇੱਥੇ ਟੋਨੀ ਬੈਠਾ ਆ, ਚਾਹੇ ਟੋਨੀ TV ਕਰਦਾ ਚਾਹੇ ਰੇਡੀਓ ਕਰਦਾ। ਜਦੋਂ ਪੁਲਿਸ ਵਾਲੇ ਨੇ ਕਿਤੇ ਖੜਾ ਕਰ ਲਿਆ ਨਾ ਤੇ ਹਾਰ ਉਹਨੇ ਕੋਈ ਜੇ ਪਾਉਣੀ ਆ ਜੀ। ਸਭ ਨੇ ਛੱਡਣਾ ਨਹੀਂਗਾ ਜੀ। ਫਿਰ ਕੋਈ ਵੀ ਹੋਵੇ ਇਹ ਦੇ ਨੈਵਰ ਲੀਵ ਐਨੀਵਨ। ਮੈਂ ਉਹੀ ਗੱਲ ਕਰਦਾ ਸੀਗਾ ਕਿ ਜੇ ਟਰੂਡੋ ਸਾਹਿਬ ਵੀ ਕਿਤੇ ਸਪੀਕਿੰਗ ਕਰਦੇ ਹੋਏ ਨਾ ਤਾਂ ਟਰੂਡੋ ਸਾਹਿਬ ਨੂੰ ਵੀ ਉਹੀ ਟਿਕਟ ਮਿਲਣੀ ਹੈ ਜਿਹੜੀ ਸਾਨੂੰ ਦੋਨਾਂ ਨੂੰ ਮਿਲਣੀ ਆ। ਇਸ ਕਰਕੇ ਇਹ ਜਿਹੜੀਆਂ ਕੰਟਰੀਆਂ ਆ ਇਹ ਬੜੀਆਂ ਵਧੀਆ ਆ। ਮੰਗਾ ਭਾਜੀ ਇੱਕ ਵੈਸੇ ਮੈਂ ਗੱਲ ਸਾਂਝੀ ਕਰ ਦਿੰਦਾ ਆ, ਲੋਕ ਹਟਦੇ ਇੱਥੇ ਵੀ ਨਹੀਂ ਗਏ। ਨਹੀਂ ਮੇਰਾ ਇੱਕ ਦੋਸਤ ਜੀ ਵੈਸੇ ਤੁਹਾਡਾ ਬਾਹਰ ਜ਼ਿਆਦਾ ਰਹਿੰਦਾ ਆ ਇੰਸਟ੍ਰਕਟਰਾਂ ਦੇ ਨਾਲ। ਮੇਰਾ ਇੱਕ ਦੋਸਤ ਸੀਗਾ ਜੀ ਕੋਈ 5-4 ਸਾਲ ਪਹਿਲਾਂ, ਵੈਸੇ ਤਾਂ ਉਹਨੂੰ ਜੋਬ ਛੱਡ ਦਿੱਤੀ ਆ। ਉਹ ਟੈਸਟ ਲੈਂਦਾ ਹੁੰਦਾ ਸੀਗਾ ਜੀ। ਟੈਸਟ ਲੈਂਦਾ ਹੁੰਦਾ ਸੀ ਤਾਂ ਉਹਨੇ ਆ ਕੇ ਬੜੀਆਂ ਗੱਲਾਂ ਸੁਣਾਉਣੀਆਂ ਜੀ। ਕਹਿੰਦਾ ਵੀ ਯਾਰ ਕਰੀਏ ਕੀ ਉੱਥੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਵੀ ਕੁੜੀ ਇੰਡੀਆ ਤੋਂ ਆਈ ਸੀ ਉਦੋਂ, ਹੁਣ ਤਾਂ ਉਹਨੇ ਬੇਲ ਪਾਤਾ ਨਾ, ਸਾਲ ਤੁਹਾਨੂੰ ਲਾਇਸੈਂਸ ਨਹੀਂ ਮਿਲਣਾ। ਤੇ ਕਹਿੰਦਾ ਉਹਨੂੰ ਮੈਂ ਲੈ ਕੇ ਗਿਆ ਤੇ ਉਹਨੇ ਕਹਿੰਦਾ ਜਾਂਦੀ ਨੇ 5-6 ਮਿਸਟੇਕਾਂ ਕਰ ਦਿੱਤੀਆਂ ਨਾ। ਕਹਿੰਦਾ ਮੈਂ ਕਿਹਾ ਬੀਬੀ ਚੱਲ ਮੋੜੀਏ ਗੱਡੀ ਵੀ ਮਤਲਬ ਤੁਸੀਂ ਟ੍ਰੇਨਿੰਗ ਹੋਰ ਲੈ ਕੇ ਆਇਓ। ਕਹਿੰਦੀ ਵੀਰੇ ਕਹਿੰਦੀ ਜਿਹੜੇ 40-50 ਡਾਲਰ ਲੈਣੇ ਲੈ ਲਾ, ਮੈਨੂੰ ਕਹਿੰਦੀ ਪਾਸ ਕਰ ਦੇ। ਇਦਾਂ ਹੀ ਕਹਿੰਦਾ ਮੈਂ ਉਹਨੂੰ ਕਿਹਾ ਵੀ ਮੈਂ 20 ਡਾਲਰ ਹੋਰ ਦਿੱਤੇ। ਕਹਿੰਦਾ ਲੈ ਫੜ 20 ਡਾਲਰ ਹੋਰ। ਹਾਂ 20 ਆਪਣੇ ਵਾਲੇ ਪਾ ਤਾਂ ਟੈਸਟ ਇੱਕ ਹੋਰ ਬੁੱਕ ਕਰ। ਹੁਣ ਮੈਂ ਤੁਹਾਨੂੰ ਸੌਖਾ ਦੱਸਦਾ ਆ, ਮੈਂ 에ਅਰ ਬ੍ਰੇਕ ਦੀ ਕਲਾਸ ਟੀਚ ਕਰਦਾ, ਮੈਂ ਪੜਾਉਣਾ ਆ ਰਾਈਟ। ਹਾਂਜੀ 2 ਦਿਨ ਦੀ ਕਲਾਸ ਹੁੰਦੀ ਆ। ਬਹੁਤ ਸੱਜਣ ਮੇਰੇ ਕਾਲਜ ਦਾ ਮੈਨੂੰ ਕਰਨਗੇ ਮੈਂ ਕਿਹਾ ਯਾਰ ਸਾਡੇ ਤੋਂ ਆ ਨਹੀਂ ਹੋਣਾ, ਉਹ ਦੇਖ ਲਈ ਕੋ ਲੈ ਦੇ ਕੇ ਇੱਦਾਂ ਜੋ ਹੁੰਦੀ ਹੋਈ ਤੂੰ ਦੇਖ ਲਈ। ਮੈਂ ਕਿਹਾ ਵੀ ਤੁਸੀਂ 에ਅਰ ਬ੍ਰੇਕ ਲੈਣੀ ਕਾਹਦੇ ਲਈ ਆ? ਉਹ ਯਾਰ ਫਿਰ ਮੈਂ ਕੰਮ ਤੇ ਨਹੀਂ ਜਾ ਹੋਣਾ ਨਾ ਜੇ ਨਾ ਹੋਈ। ਮੈਂ ਕਿਹਾ ਤੈਨੂੰ ਆਪਣੇ ਕੰਮ ਦਾ ਫਿਕਰ ਆ, ਮੇਰੇ ਕੰਮ ਦਾ ਫਿਕਰ ਨਹੀਂ ਆ। ਜੇ ਮੇਰੀ ਅਥਾਰਟੀ ਚਲ ਗਈ ਮੈਂ ਘਰ ਬੈਠੂੰਗਾ ਰਾਈਟ। ਗਵਰਨਮੈਂਟ ਤੋਂ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਤੋਂ ਮੇਰੇ ਕੋਲ ਐਗਜ਼ਾਮੀਨਰ ਦੀ ਅਥਾਰਟੀ ਆ ਤੇ ਮੇਰੀ ਕੈਂਸਲ ਹੋ ਜਾਵੇ ਤਬਾਹ ਹੋ ਜਾਵੇ ਤੈਨੂੰ ਕੋਈ ਦਿਹਾੜੀ ਨਾ ਬੰਨੀ। ਹਾਂਜੀ ਪਰ ਮੰਗਾ ਭਾਜੀ ਇੱਕ ਗੱਲ ਮੈਂ ਹਮੇਸ਼ਾ ਹੀ ਦੋਸਤੋ ਮੈਂ ਸਾਂਝੀ ਕਰਦਾ ਹੁੰਦਾ ਆ। ਦੇਖੋ ਇੱਕ ਡਰਾਈਵਿੰਗ ਇੱਕ ਤੁਹਾਡੀ ਪੜ੍ਹਾਈ ਆ, ਇਹ ਤੁਹਾਡੇ ਕੋਲੋਂ ਕਦੀ ਕੋਈ ਖੋ ਨਹੀਂ ਸਕਦਾ। ਜਦੋਂ ਵੀ ਮੈਂ ਬੱਚਿਆਂ ਨੂੰ ਵੀ ਜ਼ਰੂਰ ਕਹਿਣਾ ਹੁੰਦਾ ਜਿਹੜੇ ਹੁਣ ਨਵੇਂ ਬੱਚੇ ਆਉਂਦੇ ਆ ਨਾ ਕਿ ਕੋਈ ਇਦਾਂ ਦਾ ਕੰਮ ਨਾ ਕਰੋ। ਕਹਿੰਦੇ ਹੁੰਦੇ ਨਾ ਜਿਹੜੀਆਂ ਕਈ ਗੰਢਾਂ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁੱਲਣੀਆਂ ਪੈਂਦੀਆਂ ਆ। ਕੋਈ ਵੀ ਇਦਾਂ ਦਾ ਕੰਮ ਨਾ ਕਰੋ ਜਿਹੜਾ ਬਾਈਪਾਸ ਕਰਦੇ ਆ ਤੁਸੀਂ ਤਾਂ ਉਹਦੇ ਜਿਹੜੇ ਆ ਨਾ ਇਲਜ਼ਾਮ ਬੜੇ ਔਖੇ ਭੋਗਣੇ ਪੈਂਦੇ ਆ। ਜਦੋਂ ਤੁਹਾਨੂੰ ਕਿਤੇ ਕਦੀ ਟਿਕਟ ਮਿਲਦੀ ਆ ਨਾ ਫਿਰ ਪਤਾ ਲੱਗਦਾ ਆ ਕਿ ਕੀ ਭਾਅ ਪੈਂਦੀ ਆ। ਹੁਣ ਵੀ ਅਗਰ ਤੁਸੀਂ ਡਰਾਈਵਿੰਗ ਲਾਇਸੈਂਸ ਲੈਣਾ ਉਹਨੂੰ ਪ੍ਰੋਪਰ ਲਾਓ, ਪ੍ਰੋਪਰ ਉਹਦੇ ਲੈਸਨ ਲਾਓ, ਪ੍ਰੋਪਰ ਹਰ ਚੀਜ਼ ਸਿੱਖੋ, ਪ੍ਰੋਪਰ ਜਿਹੜਾ ਉਹਦਾ ਟੈਸਟ ਦਿਓ। ਕਿ ਜੇ ਇੰਡੀਆ ਤੋਂ ਇੱਕ ਪੇਪਰ ਲੈ ਕੇ ਇੱਥੇ ਕਰਨਾ ਨਾ ਤਾਂ ਹੁਣ ਜਿਹੜੀ ਅੱਗੇ ਜਿਹੜੀ ਨਿਊਜ਼ ਤੁਹਾਡੇ ਨਾਲ ਸਾਂਝੀ ਕਰਨੀ ਆ ਆਹ ਭਿਅੰਕਰ ਜਿਹੜੇ ਇਹਨਾਂ ਦੇ ਇਲਜ਼ਾਮ ਭੁਗਤਣੇ ਪੈਂਦੇ ਆ। ਮੰਗਾ ਭਾਜੀ ਜਿਹੜੇ ਆਏ ਦਿਨਾਂ ਦੇ ਐਕਸੀਡੈਂਟ ਹੋ ਰਹੇ ਆ ਨਾ ਇਹੀ ਕਾਰਨ ਆ ਜੀ ਉਹਨਾਂ ਦਾ। ਐਵਰੀ ਜਿੱਦਾਂ ਕਹਿ ਲਓ ਵੀ 20-25 ਬੰਦਿਆਂ ਤੋਂ ਬਾਅਦ ਇੱਕ ਬੰਦਾ ਸਾਡੇ ਕੋਲ ਆਉਂਦਾ ਹੈ ਕਿਉਂਕਿ ਸਾਡਾ ਕੰਮਕਾਰ ਇਦਾਂ ਦਾ ਹੈ ਨਾ। ਹਾਂਜੀ ਡਰਾਈਵਰ ਨਾਲ ਜਿਹੜੇ ਇਹ ਗੱਲ ਕਹਿੰਦੇ ਆ ਜੌਲ ਸਾਹਿਬ
ਕਿ ਭਾਜੀ ਲੈ ਦੇ ਕੇ ਲਾਇਸੈਂਸ ਨਹੀਂ ਮਿਲੂਗਾ, ਭਾਜੀ ਲੈ ਦੇ ਕੇ ਲੈ ਦਿਓ, ਭਾਜੀ ਕੀ ਏਦਾਂ ਤੁਸੀਂ ਕਰ ਸਕਦੇ ਆ ਭਾਈ। ਉਹ ਤਾਂ ਸਾਨੂੰ ਇਦਾਂ ਸਮਝਦੇ ਜਿੱਦਾਂ ਅਸੀਂ ਮਿਨਿਸਟਰੀ ਜਾ ਕੇ ਤਾਂ ਠੱਪਾ ਲਾਉਣਾ ਹੁੰਦਾ ਵੀ ਕੋਈ ਚੀਜ਼ ਦੇ ਉੱਤੇ ਮੋਹਰ ਲਾਉਣੀ ਹੁੰਦੀ ਆ। ਉਹਨਾਂ ਨੂੰ ਦੱਸਿਆ ਵੀ ਭਾਈ ਅਸੀਂ ਤੁਹਾਨੂੰ ਵਧੀਆ ਟ੍ਰੇਨਿੰਗ ਦੇ ਸਕਦੇ, ਪਰ ਇੱਥੇ ਇੱਕ ਗੱਲ ਮੈਂ ਸਾਂਝੀ ਕਰਦਾ ਔਰ ਕੁਝ ਦਿਨਾਂ ਦੇ ਵਿੱਚ ਅਸੀਂ ਇਹ ਕਰਨੀ ਵੀ ਆ। ਕੁਝ ਇੱਕ ਡਰਾਈਵਿੰਗ ਸਕੂਲ ਹੈਗੇ ਆ ਜਿਹੜੇ ਕਿ ਝੂਠ ਬੋਲ ਕੇ ਗਲਤ ਤੁਹਾਨੂੰ ਦੇ ਕੇ ਇਨਫੋਰਮੇਸ਼ਨ ਤੁਹਾਨੂੰ ਲੁੱਟਦੇ ਆ, ਤੁਹਾਨੂੰ ਕਹਿੰਦੇ ਆ ਤੁਹਾਡਾ ਕੰਮ ਕਰਾ ਦੇਵਾਂਗੇ, ਤੁਸੀਂ ਆ ਜਾਓ ਤੁਹਾਡਾ ਕੰਮ ਕਰਾ ਦੇਵਾਂਗੇ। ਅੱਛਾ ਜੀ। ਹਾਂਜੀ, ਸ਼ਰੇਆਮ ਜਿਹੜਾ ਜੀ ਉਹ ਕਰਦੇ ਆ। ਉਹ ਤੇ ਫਿਰ ਜਦੋਂ ਦੇਖੋ ਹੁਣ ਪੈਸੇ ਫੜ ਲੈਂਦੇ ਆ ਤੇ ਜਾਂ ਤੁਹਾਨੂੰ ਬਲੂਟੂਥ ਦੇ ਉੱਤੇ ਕੋਈ ਤੁਹਾਨੂੰ ਦੱਸਦੇ ਆ, ਰਾਈਟ, ਇਲੀਗਲ ਦੱਸਦੇ ਆ। ਹੁਣ ਜਦੋਂ ਕੱਲ ਨੂੰ ਤੁਸੀਂ ਜਦੋਂ ਰੋਡ ਦੇ ਉੱਤੇ ਜਾਣਾ ਫਿਰ ਤੁਹਾਨੂੰ ਕੌਣ ਦੱਸੂਗਾ ਤੁਸੀਂ ਕੀ ਕਰਨਾ, ਰਾਈਟ, ਕਿੱਦਾਂ ਤੁਸੀਂ ਟਰੱਕ ਰੋਡ ਹਾਈਵੇ ਤੇ ਚੜਾਉਣਾ ਆ, ਕਿੱਦਾਂ ਤੁਸੀਂ ਲਾਉਣਾ ਆ, ਕਿੱਦਾਂ ਕਿਤੇ ਜਾੜ ਦੇ ਵਿੱਚ ਬਾੜਨਾ। ਫਿਰ ਵੱਡੇ ਵੱਡੇ ਐਕਸੀਡੈਂਟ ਜਿਹੜੇ ਆ ਉਹ ਹੁੰਦੇ ਆ। ਪੱਗ ਦਾ ਇੰਨਾ ਕੁ ਗਲਤ ਇਸਤੇਮਾਲ ਕਰ ਰਹੀ ਆ ਸਾਡੀ ਕਮਿਊਨਿਟੀ। ਜੇ ਮੈਂ ਇੱਥੇ ਬੈਠ ਕੇ ਮੈਨੂੰ ਕਹਿਣ ਦੇ ਵਿੱਚ ਕੋਈ ਦੂਜੀ ਕੋਈ ਹਰਜ ਨਹੀਂ ਹੈਗਾ। ਜੇ 에ਅਰਪੋਰਟ ਤੇ ਸਿਕਿਉਰਿਟੀ, ਜਿੱਥੇ ਪੂਰੇ ਪਲੇਨ ਦੀ ਸਿਕਿਉਰਿਟੀ ਆ, ਸਾਰਾ ਕੁਝ ਆ, ਉੱਥੇ ਤੁਹਾਨੂੰ ਕਹਿ ਦਿੱਤਾ ਜਾਵੇ ਵੀ ਭਾਈ ਕੰਨ ਨੰਗਾ ਕਰਕੇ ਦਿਖਾ ਲਓ, ਤੇ ਆਪਾਂ ਨਾ ਉੱਥੇ ਇਸ਼ੂ ਬਣਾ ਲੈਂਦੇ ਆ ਕਿ ਸਾਡੀ ਦਸਤਾਰ ਦਾ ਮਾਮਲਾ ਆ ਗਿਆ, ਸਾਡੀ ਦਸਤਾਰ ਦਾ ਮਾਮਲਾ ਆ ਗਿਆ, ਸਾਡੀ ਦਸਤਾਰ ਦਾ। ਤੇ ਪਰ ਜਦੋਂ ਅਸੀਂ ਦਸਤਾਰਾਂ ਦੇ ਥੱਲੇ ਬਲੂਟੂਥ ਲਾ ਕੇ ਡਰਾਈਵ ਟੈਸਟ ਸੈਂਟਰ ਦੇ ਵਿੱਚ ਜਾ ਕੇ ਰਿਟਨ ਟੈਸਟ ਦਿੰਦੇ ਆ, ਰੋਡ ਟੈਸਟਾਂ ਦੇ ਉੱਤੇ ਬਲੂਟੂਥ ਯੂਜ਼ ਕਰਦੇ ਆ, ਉਸ ਵੇਲੇ ਸਾਨੂੰ ਅਸੀਂ ਕਹਿੰਦੇ ਆ ਨਹੀਂ ਨਹੀਂ ਕੋਈ ਨਹੀਂ, ਸਾਰੇ ਕਰਦੇ ਹੀ ਆ, ਚੱਲਦਾ ਹੀ ਆ। ਮੰਗਾ ਭਾਜੀ ਇੱਕ ਨਾ ਕਹਾਵਤ, ਫਿਰ ਮੈਂ ਉਹੀ ਕਹਿਣ ਲੱਗਾ ਕਿ ਕਹਾਵਤ ਕਹਿੰਦੇ ਹੁੰਦੇ ਨਾ ਕਿ ਕਹਿੰਦੇ ਚੋਰ ਨੂੰ ਚੋਰੀ ਕਰਦੇ ਨੂੰ ਨਾ ਦੇਖੋ, ਉਹਦੀ ਪੈਂਦੀਆਂ ਦੇਖੋ। ਤੇ ਜਦੋਂ ਫਿਰ ਕੋਈ ਇਦਾਂ ਇਹ ਪਿਛਲੇ ਕੁਝ ਸਾਲਾਂ ਦੇ ਪਹਿਲਾਂ ਹੋਇਆ ਵੀ ਇਦਾਂ ਦਾ ਜੀ ਕਿ ਇੱਕ ਬੰਦਾ ਸੀਗਾ ਕੋਈ, ਉਹ ਮੈਂ ਦੂਰ ਕੀ ਕਰਨਾ ਜੀ, ਸਾਡੇ ਨਾਲ ਉਹਦੀ ਗੱਲਬਾਤ ਹੋਈ। ਕਹਿੰਦਾ ਯਾਰ ਡਰਾਈਵਿੰਗ, ਮੈਂ ਕਿਹਾ ਜੀ ਸਿਸਟਰ ਸਾਡੀ ਨੇ ਲੈਣੀ ਸੀਗੀ ਲਾਇਸੈਂਸ। ਉਹ ਭਾਜੀ ਲਾਇਸੈਂਸ ਕੀ ਲੈਣਾ, ਘਰ ਕਹਿੰਦਾ ਲਾਇਸੈਂਸ ਦੇ ਜਾਂਦੇ ਆ। ਮੈਂ ਕਿਹਾ ਕੀ ਦੇ ਜਾਂਦੇ ਆ? ਲਾਇਸੈਂਸ ਕਹਿੰਦਾ ਦੇ ਜਾਂਦੇ ਆ ਜੀ। ਮੈਂ ਕਿਹਾ ਜੀ ਉਹ ਕਿੱਦਾਂ? ਕਹਿੰਦਾ ਜੀ ਤੁਹਾਡਾ $1200-1300 ਲੱਗਣਾ, ਆਉਣ ਦੀ ਲੋੜ ਹੀ ਨਹੀਂ, ਗੱਡੀ 'ਚ ਬਹਿ ਸਕਦੇ ਆ। ਮੈਂ ਕੱਲ ਨੂੰ ਇੱਥੇ 10 ਸਟੂਡੈਂਟ ਲਿਆ ਸਕਦਾ, 10 ਜਿਨ੍ਹਾਂ ਨੇ $6500-$7000 ਦੇ ਕੇ ਲਾਇਸੈਂਸ ਜਿਹੜਾ ਆ ਉਹ ਲਿਆ, ਟਰੱਕ ਦਾ। ਹਾਂਜੀ, ਟਰੱਕ ਦਾ। ਮਾਈ ਗॉड, ਕੱਲ ਨੂੰ ਪੈਸੇ ਆ ਜੀ, ਔਰ ਬਲੂਟੂਥਾਂ ਦੇ ਨਾਲ। ਪਰ ਮੰਗਾ ਭਾਜੀ ਜਿੱਦਾਂ ਉਹਨੇ ਰੋਡ ਤੇ ਜਾਣਾ ਫਿਰ ਕੀ ਕਰਦੇ ਆ? ਫਿਰ ਜਿੱਦਾਂ ਹੁਣ ਮਰਦੇ ਆ, ਇਹ ਆਪ ਵਰਦੇ ਆ, ਟਰੱਕ ਨੂੰ ਕੰਟਰੋਲ ਕਿੱਦਾਂ ਕਰਨਾ ਆ, ਵੇਟ ਆ ਟਰੱਕ ਦੇ ਪਿੱਛੇ, ਕਿੱਦਾਂ ਬ੍ਰੇਕ ਲਾਉਣੀ ਆ, ਕਿੱਦਾਂ ਨਹੀਂ ਲਾਉਣੀ। ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਜਿਹੜੀ ਸਰਕਾਰ ਆ ਸਾਡੀ ਉਹਨੂੰ ਦੇਖਣਾ ਪੈਣਾ। ਜੇ ਨਹੀਂ ਦੇਖੂਗੀ ਸਰਕਾਰ ਤੇ ਮੈਂ ਗਰੰਟੀ ਕਰਦਾ ਆ ਕਿ ਬਰੈਂਪਟਨ ਨੂੰ ਬਿਹਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਔਰ ਮੈਂ ਇੱਥੇ ਆਪਣੇ ਆਪ ਨੂੰ, ਚਲੋ ਅਸੀਂ ਬਾਹਲੇ ਦੂਜਾ ਨਹੀਂ ਕਹਿੰਦੇ, ਪਰ ਜਿਹੜਾ ਸਾਡੇ ਚੈਨਲ ਵੱਲੋਂ ਇੱਕ ਪ੍ਰੋਗਰਾਮ ਕੀਤਾ ਸੀਗਾ ਕਿ ਬਰੈਂਪਟਨ ਬਿਹਾਰ ਬਣਦਾ ਜਾ ਰਿਹਾ, ਔਰ ਮੈਂ ਅੱਜ ਮੈਨੂੰ ਮਾਣ ਮਹਿਸੂਸ ਹੋਇਆ ਕਿ ਉਸ ਹੈਸ਼ਟੈਗ ਨੂੰ, ਬਿਹਾਰ ਵਾਲੇ ਹੈਸ਼ਟੈਗ ਨੂੰ ਬਹੁਤ ਸਾਡੇ ਭਰਾਵਾਂ ਨੇ, ਪਰਿਵਾਰਾਂ ਨੇ ਯੂਜ਼ ਕੀਤਾ। ਕਿਉਂਕਿ ਇੱਕ ਨੇ ਤਾਂ ਇੱਥੋਂ ਤੱਕ ਵੀ ਲਿਖ ਦਿੱਤਾ ਸੀ, ਇਹਨਾਂ ਨੂੰ ਡਿਪੋਰਟ ਕਰੋ ਪੰਜਾਬ ਨੂੰ, ਰਾਈਟ। ਔਰ ਉਹਨੇ ਲਿਖਿਆ ਸੀ ਨਹੀਂ 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 ਨਹੀਂ, ਇਹ ਪੰਜਾਬ ਨੂੰ ਡਿਪੋਰਟ ਕਰਨ ਵਾਲੇ ਨੇ, ਉਹਨੂੰ ਡਿਪੋਰਟ ਕਰੋ ਬਿਹਾਰ ਨੂੰ ਕਹਿੰਦੇ। ਸੋ ਦੇਖੋ, ਕਿਉਂਕਿ ਅਸੀਂ ਬੋਲਾਂਗੇ ਨਹੀਂ ਤੇ ਗੱਲ ਬਾਹਰ ਜਿਹੜੀ ਕਿਵੇਂ ਆਵੇਗੀ, ਕਿਵੇਂ ਕਮਿਊਨਿਟੀ ਨੂੰ ਪਤਾ ਲੱਗੇਗਾ ਕੌਣ। ਅਸੀਂ ਇਹ ਕਹਿੰਦੇ ਵੀ ਜਿਹੜਾ ਗਲਤ ਆ, ਚਾਹੇ ਉਹ ਸਟੂਡੈਂਟ ਆ, ਚਾਹੇ ਉਹ PR ਆ, ਤੇ ਚਾਹੇ ਉਹ ਸਿਟੀਜ਼ਨ ਆ, ਕੋਈ ਵੀ ਬੰਦਾ ਆ, ਉਹਨੂੰ ਸ਼ਰੇਆਮ ਠੋਕ ਕੇ ਕਹੋ ਕਿ ਤੂੰ ਗਲਤ ਆ, ਤੇ ਜਿਹੜਾ ਸਹੀ ਆ ਉਹਨੂੰ ਹਮੇਸ਼ਾ ਸਹੀ। ਬਿਲਕੁਲ ਜੀ। ਮੰਗਾ ਭਾਜੀ ਜਿਸ ਤਰ੍ਹਾਂ ਹੁਣ ਅਸੀਂ ਦੋਸਤੋ ਲਾਇਸੈਂਸ ਦੀ ਗੱਲ ਕੀਤੀ ਆ, ਆਏ ਦਿਨ ਜਿਹੜੇ ਐਕਸੀਡੈਂਟ ਹੁੰਦੇ ਆ, ਐਕਸੀਡੈਂਟ ਤਾਂ ਹੀ ਹੁੰਦੇ ਆ ਕਿ ਜਦੋਂ ਟਰੱਕ ਟ੍ਰੇਲਰ ਚਲਾਉਣ ਦੀ ਵਾਰੀ ਆਉਂਦੀ ਨਾ, ਉਹ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ। ਸਭ ਤੋਂ ਪਹਿਲਾਂ ਬੈਕ ਲਾਉਣੀ ਉਹਦੀ ਬੜੀ ਹਾਰਡ ਆ। ਫਿਰ ਤੁਸੀਂ ਚਾਹੇ ਟ੍ਰੇਲਰ ਖਾਲੀ ਵੀ ਰੋਡ ਤੇ ਲੈ ਕੇ ਜਾਣਾ ਨਾ, ਤਾਂ ਹੀ ਤੁਸੀਂ ਲੈ ਕੇ ਜਾ ਸਕਦੇ ਜੇ ਤੁਹਾਡੇ ਕੋਲ ਐਕਸਪੀਰੀਅੰਸ ਆ। ਖਾਲੀ ਟ੍ਰੇਲਰ ਦੀ ਵੀ ਅਗਰ ਤੁਸੀਂ ਬ੍ਰੇਕ ਮਾਰੀ ਤਾਂ ਹੁਣ ਵੀ ਉਲਟ ਜਾਣਾ ਆ। ਹੁਣ ਇਸ ਦੀ ਇੱਕ ਜਿੰਦੀ ਜਾਗਦੀ ਮਿਸਾਲ ਆ। ਮੇਰਾ ਖਿਆਲ ਆ ਕਿ ਵੀਕ ਦੇ ਵਿੱਚ ਕੋਈ ਪ੍ਰੋਗਰਾਮ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹਦੇ ਵਿੱਚ ਅਸੀਂ ਇਹ ਸਾਂਝ ਨਾ ਪਾਈ ਹੋਵੇ ਕਿ ਅੱਜ 2 ਬੱਚੇ ਮਰ ਗਏ ਆ, ਅੱਜ 4 ਬੱਚੇ ਮਰ ਗਏ ਆ, ਅੱਜ ਫਲਾਣੀ ਜਗ੍ਹਾ ਟ੍ਰੇਲਰ ਨੂੰ ਅੱਗ ਲੱਗ ਗਈ ਸੀ। ਇੱਥੇ ਤੱਕ ਇਸ ਤਰ੍ਹਾਂ ਦੀਆਂ ਨਿਊਜ਼ਾਂ ਵੀ ਦੋਸਤੋ ਆਈਆਂ ਕਿ ਉਹਦੇ ਵਿੱਚੋਂ ਬੱਚਾ ਬਾਹਰ ਹੀ ਨਹੀਂ ਨਿਕਲ ਸਕਿਆ। ਕਿਉਂ ਅੱਜ ਕੱਲ੍ਹ ਦੀ ਜਿਹੜੀ ਟੈਕਨੋਲੋਜੀ ਆ, ਲੋਕ ਜਿਹੜੇ ਆਟੋ ਲੱਗ ਜਾਂਦੇ ਆ। ਫਿਰ ਮੈਂ ਉਹੀ ਕਹਿਣ ਲੱਗਾ ਮੰਗਾ ਭਾਜੀ ਕਿ ਇੰਨੀ ਨੌਲੇਜ ਨਹੀਂ ਸੀ ਉਹਨੂੰ ਕਿ ਮੈਂ ਆਪਣੇ ਕੋਲ ਪਈ ਚੀਜ਼ ਨਾਲ ਸ਼ੀਸ਼ਾ ਭੰਨ ਕੇ ਬਾਹਰ ਚਲੇ ਜਾਵਾਂ, ਕਿਉਂਕਿ ਟ੍ਰੇਨਿੰਗ ਤਾਂ ਲੈਣੀ ਨਹੀਂ। ਉਹ $6500 ਤੁਹਾਡੇ, ਇੱਕ ਤਾਂ ਤੁਸੀਂ $6500 ਦਿੱਤਾ, ਇੱਕ ਜਾਨ ਤੋਂ ਹੱਥ ਧੋ ਬੈਠੇ ਆ। ਬਿਲਕੁਲ ਜੀ। ਹੁਣ ਜਿਹੜੀ ਅੱਜ ਦੀ ਜਿਹੜੀ ਮੇਨ ਨਿਊਜ਼ ਸੀਗੀ, ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ BC ਦੇ ਵਿੱਚ ਇੱਕ ਕੱਲ ਬੜਾ ਭਿਆਨਕ ਹਾਦਸਾ ਹੋਇਆ, ਜਿਹਦੇ ਵਿੱਚ 2 ਫਿਰ ਬੱਚੇ ਜਿਹੜੇ ਆ ਜੀ ਪੰਜਾਬੀ ਨੌਜਵਾਨਾਂ ਦੀ ਹੋਈ ਮੌਤ। BC ਦੇ ਸ਼ਹਿਰ ਰੇਵਲਸਟੋਕ ਨੇੜੇ ਜਿਹੜਾ ਇਹ ਸਵੇਰੇ 8:30 ਵਜੇ ਐਕਸੀਡੈਂਟ ਹੋਇਆ ਆ, ਤਾਂ ਜਿਹਦੇ ਵਿੱਚ ਟਰੱਕ ਟ੍ਰੇਲਰ ਨੂੰ ਅੱਗ ਲੱਗ ਗਈ। ਤਾਂ ਦੋਨੋਂ ਬੱਚਿਆਂ ਦੀਆਂ ਬੋਡੀਆਂ ਦਾ ਵੀ ਬਹੁਤ ਬੁਰਾ ਹਾਲ ਸੀਗਾ, ਔਰ ਦੋਨੇ ਬੱਚਿਆਂ ਦੀ ਜਿਹੜੀ ਆ ਜੀ ਜਾਨ ਚਲ ਗਈ ਹੈ। ਇਹਦੇ ਵਿੱਚ ਇੱਕ ਦਾ ਨਾਂ ਸੀਗਾ ਜੀ ਅਰਸ਼ਪ੍ਰੀਤ, ਤੇ ਦੂਜੇ ਬੱਚੇ ਦਾ ਨਾਂ ਸੀ ਸਿਦਕਪ੍ਰੀਤ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਬੱਚੇ 20 ਤੋਂ 26 ਸਾਲ ਦੇ ਸੀ।
ਪਤਾ ਨਹੀਂ ਕਿੰਨੇ ਕੁ ਸੁੱਖਾਂ ਮੰਗ ਕੇ ਮਾਪਿਆਂ ਨੇ ਇਹਨਾਂ ਨੂੰ ਕੈਨੇਡਾ ਭੇਜਿਆ ਹੋਣਾ, ਕੀ ਕੁਝ ਪਿੱਛੇ ਰੱਖ ਕੇ ਭੇਜਿਆ ਹੋਣਾ ਕਿ ਜੇ ਅਸੀਂ ਇੰਨੇ ਹੀ ਸਰਦੇ ਪੁੱਜਦੇ ਹੁੰਦੇ ਨਾ ਤਾਂ ਫਿਰ ਅਸੀਂ ਉੱਥੇ ਇੰਡੀਆ ਹੀ ਰਹਿ ਲੈਣਾ ਸੀਗਾ। ਇੱਥੇ ਅਸੀਂ ਤਾਂ ਹੀ ਆਏ ਹਾਂ ਦੋਸਤੋ, ਇੱਕ ਚੰਗੀ ਜ਼ਿੰਦਗੀ ਜੀਣ ਦੇ ਲਈ, ਇੱਕ ਲਾਈਫ ਵਧੀਆ ਜੀਣ ਦੇ ਲਈ। ਅਗਰ ਅਸੀਂ ਇਹੀ ਕੰਮ ਕਰਨੇ ਸੀ ਜਿੱਦਾਂ ਮੰਗਾ ਭਾਜੀ ਕਹਿੰਦਾ ਹੁੰਦਾ, ਫਿਰ ਅਸੀਂ ਪਿੱਛੇ ਹੀ ਰਹਿ ਲੈਂਦੇ ਕਿ ਜਦੋਂ ਦਿੱਲੀ ਏਅਰਪੋਰਟ ਤੇ ਜਾਂ ਅੰਮ੍ਰਿਤਸਰ ਏਅਰਪੋਰਟ ਤੇ ਤੁਸੀਂ ਆਉਂਦੇ ਆ ਨਾ, ਹੋਰ ਜੇ ਕੁਝ ਨਹੀਂ ਕਰਨਾ ਨਾ ਤੇ ਆਪਣੀਆਂ ਮਾੜੀਆਂ ਆਦਤਾਂ ਉੱਥੇ ਛੱਡਿਓ। ਬਿਲਕੁਲ ਮਾੜੀਆਂ ਆਦਤਾਂ ਛੱਡ ਕੇ ਆਉਂਗੇ ਤਾਂ ਫਿਰ ਆ ਜਿਹੜੇ ਐਕਸੀਡੈਂਟ ਦੇ ਵਿੱਚ ਤੁਹਾਡੀ ਇੱਕ ਤਾਂ 7000 ਜਾਂ $6500 ਦੇ ਵਿੱਚ ਤੁਸੀਂ ਦੋਨਾਂ ਨੇ ਲਾਇਸੈਂਸ ਲਿਆ, ਇੱਕ ਜਾਨ ਤੋਂ ਹੱਥ ਧੋ ਬੈਠੇ ਆ, ਫਿਰ ਪਤਾ ਨਹੀਂ ਹੋਰ ਕਿੰਨਿਆਂ ਨੂੰ ਲੈ ਡੁੱਬੇ ਹੋਣੇ ਆ। ਇਸ ਰਿਵਲ ਸਟੋਕ ਜਿਹੜੀ ਸਟਰੀਟ ਦੇ ਹਾਈਵੇ 1 ਆ ਜੀ, ਉੱਤੇ 30 ਕਿਲੋਮੀਟਰ ਦਾ ਜਾਮ ਲੱਗਾ ਹੋਇਆ ਸੀ ਮੰਗਾ ਭਾਜੀ, ਔਰ ਪਤਾ ਨਹੀਂ ਉਹ 7-8 ਘੰਟੇ ਲਗਾਤਾਰ ਲੱਗਾ ਰਿਹਾ ਇਸ ਐਕਸੀਡੈਂਟ ਦੀ ਵਜ੍ਹਾ ਦੇ ਨਾਲ ਹੀ। ਹੁਣ ਤੁਸੀਂ ਇਹ ਦੇਖੋ ਕਿ ਜਦੋਂ ਬੱਚਾ 20-22 ਸਾਲ ਦਾ ਆ, ਇੱਕ ਬੱਚਾ ਚਲਾ ਰਿਹਾ ਆ ਤੇ ਦੂਜਾ ਪਿੱਛੇ ਬੈਠ ਗਿਆ। ਉਹ ਤੀਸਰੀ ਗੱਲ ਮੈਂ ਇੱਕ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਮੰਗਾ ਭਾਜੀ ਜਿਹੜੇ ਟਰੱਕਿੰਗ ਵਾਲੇ ਆ, ਜਿਨ੍ਹਾਂ ਦੇ 100-100 200-200 ਟਰੱਕ ਚੱਲਦੇ ਆ ਨਾ, ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਕਿਸੇ ਬੱਚੇ ਨੂੰ ਟਰੱਕ ਫੜਾਉਂਦੇ ਆ, ਘੱਟ ਤੋਂ ਘੱਟ ਉਹਦਾ ਐਕਸਪੀਰੀਅੰਸ ਹੀ ਦੇਖ ਲਓ। ਟਰੱਕ 3 ਮਹੀਨੇ ਅਸੀਂ ਜਿਹੜੀਆਂ ਐਡਾਂ ਬੋਲਦੇ ਆ ਤਾਂ ਅਸੀਂ ਬੜਾ ਠੋਕ ਕੇ ਬੋਲਦੇ ਆ ਜੀ, 1 ਸਾਲ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਜਿਹੜੇ ਬੱਚੇ ਮਰੇ ਆ ਨਾ ਮੰਗਾ ਭਾਜੀ, ਇਹਨਾਂ ਕੋਲ 3 ਮਹੀਨਿਆਂ ਦਾ ਐਕਸਪੀਰੀਅੰਸ ਹੈ ਨਹੀਂ ਸੀਗਾ। ਦੱਸੋ ਦਾ ਹੁਣ ਜਿਹੜੀ ਕੰਪਨੀ ਨੇ ਇਹਨਾਂ ਨੂੰ ਟਰੱਕ ਚਲਾਉਣ ਨੂੰ ਦਿੱਤਾ ਆ, ਚਲੋ ਉਹਨਾਂ ਨੂੰ ਤਾਂ ਇੰਸ਼ੋਰੈਂਸ ਨੇ ਪੈਸੇ ਦੇ ਦੇਣੇ ਆ, ਪਰ ਜਿਹੜੇ ਮਾਪਿਆਂ ਦੇ ਬੱਚੇ ਚਲ ਗਏ ਨਾ, ਉਹ ਨਹੀਂ ਮੁੜਨੇ ਦੋਸਤੋ। ਬਿਲਕੁਲ ਜੀ, ਕਿਉਂਕਿ ਜੌਲ ਸਾਹਿਬ 1 ਅਪ੍ਰੈਲ 2012 ਨੂੰ, ਕਿਉਂਕਿ ਮੈਂ ਮਿਨਿਸਟਰੀ ਦੇ ਨਾਲ ਕੰਮ ਕਰਦਾ, ਮੇਰੇ ਕੋਲ ਡਾਟੇ ਹੁੰਦੇ ਸਾਰੇ ਰਹੇ। ਹਾਂਜੀ 1 ਅਪ੍ਰੈਲ 2012 ਦੇ ਵਿੱਚ ontario ਦੇ ਵਿੱਚ ਟਰਾਂਸਮਿਸ਼ਨ ਦੀ ਕੰਡੀਸ਼ਨ ਨੂੰ ਵੇਵ ਕਰ ਦਿੱਤਾ ਗਿਆ ਸੀ। ਓਕੇ, ਕਿ ਕੋਈ ਵੀ ਟਰਾਂਸਮਿਸ਼ਨ ਹੋਵੇ ਤੁਹਾਡੇ ਲਾਇਸੈਂਸ ਤੇ ਸ਼ੋ ਨਹੀਂ ਕਰਦਾ, ਚਾਹੇ ਆਟੋ ਤੇ ਲੈ ਲਓ, ਤੇ ਉਹ ਤੋਂ ਬਾਅਦ ਧੜ ਲਾਇਸੈਂਸ ਜਿਹੜੇ ਆ ਆਟੋਮੈਟਿਕ ਟਰਾਂਸਮਿਸ਼ਨ ਦੇ ਉੱਤੇ ਲਏ ਸਾਰਿਆਂ ਨੇ। ਓਕੇ, ਇੱਕ ਸੈਕਿੰਡ ਮੰਗਾ ਭਾਜੀ, ਜਦੋਂ ਲਾਇਸੈਂਸ ਅਸੀਂ ਲੈਣਾ ਆ, ਦੇਖੋ ਇੱਕ ਸੈਕਿੰਡ ਮੈਂ ਮਾਫ ਕਰਨਾ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਟੋਕ ਰਿਹਾ। ਦੂਸਰੀ ਗੱਲ ਇਹ ਆ ਕਿ ਜਦੋਂ ਅਸੀਂ ਲਾਇਸੈਂਸ ਲੈਣੇ ਆ, ਚਲੋ ਅਸੀਂ ਲਾਇਸੈਂਸ ਆਟੋ ਤੇ ਲੈ ਲੈਂਦੇ ਆ, ਇਟਸ ਓਕੇ, ਪਰ ਜਦੋਂ ਤੁਸੀਂ ਕੱਲ ਕਿਸੇ ਕੰਪਨੀ ਵਿੱਚ ਜਾਣਾ ਆ, ਜ਼ਰੂਰੀ ਨਹੀਂ ਕਿ ਉਸ ਕੰਪਨੀ ਦੇ ਕੋਲ ਹੀ ਜਿਹੜਾ ਇਹ ਟਰੱਕ ਜਿਹੜਾ ਆਟੋਮੈਟਿਕ ਹੋਵੇ, ਫਿਰ ਉੱਥੇ ਜਾ ਕੀ ਕਰਨਾ? ਫਿਰ ਇੱਥੋਂ ਪੰਗਾ ਪੈਂਦਾ ਹਨਾ। ਮੋਸਟਲੀ ਕੀ ਕਰਦੇ ਆ ਜਿਹੜੇ ਐਕਸੀਡੈਂਟਾਂ ਦਾ ਕਾਰਨ ਆ ਨਾ, ਕਿ ਕੰਪਨੀਆਂ ਜਿਹੜੀਆਂ ਉਹਨਾਂ ਨੇ ਵੀ ਆਟੋ ਟਰੱਕ ਲੈ ਲਿਓ ਆ, ਉਹਨਾਂ ਨੂੰ ਫਿਊਲ ਦੇ ਉੱਤੇ ਬਹੁਤ ਸੇਵਿੰਗ ਹੁੰਦੀ ਆ, ਪਰ ਆਟੋ ਟਰੱਕ ਨੂੰ ਚਲਾਉਣਾ ਬਹੁਤ ਔਖਾ ਆ, ਬਹੁਤ ਔਖਾ, ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੈ। ਅੱਛਾ ਜੀ, ਹਾਂਜੀ, ਉਹ ਲੱਗਦਾ ਹੀ ਆ ਵੀ ਤੁਸੀਂ ਡੀ ਦੇ ਉੱਤੇ ਪਾਇਆ ਤੇ ਤੁਰ ਪਿਆ। ਇੱਕ ਤਾਂ ਜਦੋਂ ਤੁਸੀਂ ਇੱਕ ਵਾਰੀ ਹਾਈਵੇ ਦੇ ਉੱਤੇ ਇੱਕ ਲਾਈਨ ਦੇ ਵਿੱਚ ਦੇਖਦੇ ਜਾ ਰਹੇ ਆ, ਤੁਹਾਨੂੰ ਨੀਂਦ ਬੜੀ ਜਲਦੀ ਆਉਂਦੀ ਹੈ। ਬਿਲਕੁਲ। ਦੂਸਰੀ ਇਹ ਆ ਕਿ ਜੇ ਤੁਹਾਨੂੰ ਨੀਂਦ ਆ ਗਈ, ਟਰੱਕ ਨੇ ਗੇਅਰ ਸ਼ਿਫਟ ਨਹੀਂ ਕਰਨਾ, ਕਿਉਂਕਿ ਉਹਦੇ ਆਟੋ ਚਲੀ ਜਾਣਾ, ਰਾਈਟ। ਤਾਂ ਜੇ ਗੇਅਰਾਂ ਵਾਲਾ ਟਰੱਕ ਹੋਊਗਾ, ਜਿੱਦਾਂ ਹੀ ਨੀਂਦ ਆਉਂਦੀ ਆ ਉਹਦੀ ਸਪੀਡ ਘਟਦੀ ਆ, ਬ੍ਰੇਕ ਸਪੀਡ ਤੋਂ ਪੈਰ ਪਰੇ ਜਾਂਦਾ ਆ, ਤੇ ਉਹ ਤੁਹਾਨੂੰ ਗੇਅਰ ਜਿਹੜੇ ਕੜਾਕੜਾ ਕਰਕੇ ਠਾਲ ਦਿੰਦੇ ਆ, ਔਰ ਫਿਰ ਕੋਈ ਨਾ ਕੋਈ ਮੋਹਰੇ ਆ ਜਾਂਦਾ ਆ, ਤੁਹਾਨੂੰ ਉਹ ਐਕਟਿਵ ਰੱਖਦਾ। ਬਿਲਕੁਲ, ਉਹ ਐਕਟਿਵ ਰੱਖਦਾ, ਰਾਈਟ। ਇਹਦੇ ਵਿੱਚ ਬਹੁਤ ਵੱਡੀ ਇਹ ਪ੍ਰੋਬਲਮ ਜਿਹੜੀ ਆ ਆਟੋ ਟਰਾਂਸਮਿਸ਼ਨ ਦੀ ਵੀ ਆਈ, ਔਰ ਐਕਸੀਡੈਂਟਾਂ ਦਾ ਜਿਹੜੀ ਰੇਟਿੰਗ ਵਧੀ ਆ ਨਾ, ਉਹ ਵੀ ਇਹ ਤੋਂ ਬਾਅਦ ਹੀ ਵਧੀ ਆ। ਮੈਂ ਇੰਨੇ ਸਾਲ ਟਰੱਕ ਚਲਾਇਆ, ਮੈਂ ਕਦੀ ਇਦਾਂ ਦੇ ਭਿਆਨਕ ਐਕਸੀਡੈਂਟ ਸੁਣੇ ਹੀ ਨਹੀਂ ਸੀ। ਮੈਂ ਜੇ ਕੋਈ ਇੱਕ ਟਰੱਕ ਡਰਾਈਵਰ ਦੀ ਡੈਥ ਹੁੰਦੀ ਸੀ ਨਾ, ਤਾਂ ਹਾਹਾਕਾਰ ਮੱਚਦੀ ਸੀ। ਬਿਲਕੁਲ ਜੀ। ਹਾਂਜੀ, ਹੁਣ ਮੈਂ ਤੁਹਾਨੂੰ ਉਹੀ ਗੱਲ ਸਾਂਝੀ ਕਰਨ ਲੱਗਾ ਸੀ ਕਿ ਮੈਂ 2 ਵੀਕ ਪਹਿਲਾਂ ਦੀ ਗੱਲ ਆ, ਜਿੱਥੇ 410 ਤੇ 427 ਸਪਲਿਟ ਹੁੰਦੇ ਆ ਨਾ, ਹਾਂਜੀ, ਉੱਪਰੋਂ ਟਰੱਕ ਜਿਹੜਾ ਜੀ ਥੱਲੇ ਨੂੰ ਆ ਰਿਹਾ ਇਦਾਂ ਬਾਜੀਆਂ ਲਾਉਂਦਾ, ਤੇ ਜਦੋਂ ਆਪਾਂ ਨੂੰ ਆਦਤ ਹੀ ਅਸੀਂ ਦੇਖਿਆ ਤਾਂ ਉਹ ਡਰਾਈਵਰ ਉੱਤਰ ਕੇ ਬੜਾ ਸੋਹਣਾ ਜੀ ਖੜ ਗਿਆ, ਤੇ ਉਹ ਦੇਖਦਾ ਕਿ ਮੈਂ ਉੱਪਰੋਂ ਆਇਆ ਥੱਲੇ ਨੂੰ, ਹੀ ਡੋਨਟ ਨੋ, ਔਰ ਹੀ ਇਜ਼ ਯੰਗ ਡਰਾਈਵਰ ਟੂ 24-25। ਬਿਲਕੁਲ ਜੀ, ਦੱਸੋ। ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਇੱਦਾਂ ਐਕਸੀਡੈਂਟ 'ਚ ਇਨਵੋਲਵ ਹੋ ਜਾਂਦੇ ਹੋ, ਤੁਸੀਂ ਸਾਰੀ ਉਮਰ ਮੁੜ ਕੇ ਤੁਹਾਨੂੰ ਕੋਈ ਵੀ ਕੰਪਨੀ ਇੰਸ਼ੋਰੈਂਸ ਨਹੀਂ ਦਿੰਦੀ। ਫਿਰ ਤੁਸੀਂ ਯਾਰਾਂ ਦੇ ਵਿੱਚ ਸ਼ੰਟਿੰਗ ਕਰਨ ਦਾ ਕੰਮ ਲੱਭਦੇ ਹੋ, ਜਾਂ ਤੁਹਾਨੂੰ ABC 3rd ਕੰਪਨੀ ਕਲਾਸ ਜਿਹੜੀ ਕੰਪਨੀ ਆ ਉਹ ਕੰਮ ਦੇਵੇਗੀ, ਪੈਸੇ ਨਹੀਂ ਦੇਵੇਗੀ ਤੁਹਾਨੂੰ ਪ੍ਰੋਪਰ, ਕਿਉਂਕਿ ਅਸੀਂ ਡਰਾਈਵਿੰਗ ਨੂੰ ਇੱਕ ਜੌਬ ਸਮਝਦੇ ਹਾਂ। ਡਰਾਈਵਿੰਗ ਇਜ਼ ਨੋਟ ਅ ਜੌਬ। ਜਿਹੜਾ ਕਲਾਸ A ਲਾਇਸੈਂਸ ਹੈ ਇਜ਼ ਅ ਪ੍ਰੋਫੈਸ਼ਨ। ਇਹ ਤੁਹਾਡਾ ਪ੍ਰੋਫੈਸ਼ਨ ਆ। ਜਿਹੜੇ ਤੁਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਪ੍ਰੋਫੈਸ਼ਨਲ ਨਹੀਂ ਹੋ, ਤੇ ਫਿਰ ਤੁਸੀਂ ਕੁਛ ਨਹੀਂ ਆ, ਤੁਸੀਂ ਖਤਰਾ ਹੋ ਕਮਿਊਨਿਟੀ ਦੇ ਲਈ। ਹੁਣ ਇੱਕ ਡਾਕਟਰ ਆ, ਉਸ ਨੂੰ ਉਹ ਡਾਕਟਰ ਦਾ ਉਹਦਾ ਪ੍ਰੋਫੈਸ਼ਨ ਆ। ਹੁਣ ਤੁਸੀਂ ਉਸ ਡਾਕਟਰ ਨੂੰ ਹਸਪੀਟਲ ਦੇ ਵਿੱਚ ਲਾ ਦਿਓ, ਉਹਨੂੰ ਪਰ ਪਤਾ ਹੋਵੇ ਨਾ ਡਾਕਟਰੀ ਦਾ, ਤੇ ਸਾਰੇ ਮਰੀਜ਼ਾਂ ਦੇ ਲਈ ਖਤਰਾ ਆ। ਇੰਡੀਆ ਨੂੰ ਫਿਰ ਲਾਲ ਗੋਲੀਆਂ ਦੇਗਾ ਜੀ। ਮੈਂ ਇੱਕੋ ਗੱਲ ਕਹਿਣਾ ਹੁੰਦਾ ਕਿ ਇੱਕ ਨਿਆਣੇ ਨੂੰ ਤੁਸੀਂ ਆਪਣੇ ਨੂੰ ਸਕੂਲ ਦੇ ਵਿੱਚ ਭਰਤੀ ਕਰਾਉਣ ਲੈ ਕੇ ਜਾਂਦੇ ਆ, ਤੇ ਅਸੀਂ 50 ਸਵਾਲ ਪੁੱਛਦੇ ਆ, ਇਹਦਾ ਟੀਚਰ ਕੌਣ ਹੋਊਗਾ, ਇਹਦੀ ਕਿੰਨੀ ਕਲਾਸ ਦਾ ਟਾਈਮ ਹੋਊਗਾ, ਇਹਦਾ ਆਹ ਹੋਊਗਾ, ਇਹਦਾ ਆਹ ਹੋਊਗਾ। ਪਰ ਜਦੋਂ ਆਪਾਂ ਆਪਣੇ ਲਈ ਜਾਂਦੇ ਆ, ਤੇ ਫਿਰ ਆਪਾਂ ਉੱਥੇ ਜਾ ਕੇ ਕਾਰਨਰ ਕੱਟ ਕਰਦੇ ਆ। ਔਰ ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖਿਓ, ਅੱਜ ਦੀ ਤਰੀਕ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ, ontario ਦੇ ਵਿੱਚ ਜੇ ਤੁਹਾਨੂੰ ਕੋਈ $5500 ਤੋਂ ਲਾਇਸੈਂਸ ਥੱਲੇ ਦੇ ਰਿਹਾ ਆ,
ਜਿਹੜੀ ਕਿ ਵਿਦ ਟ੍ਰੇਨਿੰਗ ਜਿਹੜੀ ਮੈਂ ਗੱਲ ਕਰਦਾ ਹਾਂਜੀ। ਉਹ ਤੁਹਾਨੂੰ ਚੀਟਿੰਗ ਕਰਕੇ ਦੇ ਰਿਹਾ ਆ, ਉਹ ਤੁਹਾਡੀ ਟ੍ਰੇਨਿੰਗ ਨੂੰ ਕੱਟ ਕੇ ਤੁਹਾਨੂੰ ਦੇ ਰਿਹਾ ਆ, ਕਿਉਂਕਿ ਜੇ ਉਹ ਕੱਟੇਗਾ ਨਹੀਂ ਤੇ ਉਹਨੂੰ ਉਹ ਬਾਰਾ ਨਹੀਂ ਖਾਵੇਗਾ, ਬਾਰਾ ਨਹੀਂ ਖਾਂਦਾ। ਪਰ ਮੰਗਾ ਭਾਜੀ ਜਿੱਦਾਂ ਤੁਸੀਂ $5500 ਦੀ ਗੱਲ ਕੀਤੀ ਆ, ਇਹ ਕਿਸ ਤਰ੍ਹਾਂ ਕੀ ਲੈਸਨ ਇਸ ਤਰ੍ਹਾਂ ਦਿੰਦੇ ਆ? ਹਾਂਜੀ, ਟ੍ਰੇਨਿੰਗ ਦਾ ਸਟਰਕਚਰ ਹੀ ਇਸ ਤਰ੍ਹਾਂ ਦਾ ਹੈ। ਔਰ ਜੇ ਤੁਸੀਂ ਪੂਰੀ ਪ੍ਰੋਪਰ ਉਸ ਟ੍ਰੇਨਿੰਗ ਦੇ ਸਟਰਕਚਰ ਦੇ ਵਿੱਚ ਹੀ ਲੰਘ ਕੇ ਜਾਂਦੇ ਹੋ ਨਾ ਜੋ ਸਾਹਿਬ, ਤੁਸੀਂ ਕਦੀ ਵੀ ਮਾਰ ਨਹੀਂ ਖਾਓਗੇ। ਬਿਲਕੁਲ, ਮੈਂ ਕਦੀ ਵੀ ਮਾਰ ਨਹੀਂ ਖਾਓਗੇ। ਹੁਣ ਮੰਗਾ ਭਾਜੀ ਦੇਖੋ ਕਿ ਹੰਬਰ ਕਾਲਜ ਆ, ਹਾਂਜੀ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿੱਦਾਂ ਫੋਨ ਆਉਂਦੇ ਆ ਵੀ ਪਹਿਲ ਅਸੀਂ ਨਾ ਕਰ ਦਿੰਦੇ ਆ, ਭਾਈ ਸਾਡੀ ਆਪਣੀ ਜੌਬ ਹੈ, ਸਾਡੀ ਆਪਣੀ ਰੋਜੀ ਰੋਟੀ ਆ, ਕਿ ਤੇਰੀ ਇੱਕ ਦਿਹਾੜੀ ਕਰਕੇ ਅਸੀਂ ਆਪਣੀ ਕੰਪਨੀ ਨਹੀਂ ਬੰਦ ਕਰਨੀ। ਪਰ ਜਦੋਂ ਜੇ 5500 ਜਾਂ 6000 ਦੀ ਗੱਲ ਆ, ਇਹਦੇ ਵਿੱਚ ਲੈਸਨ ਦਿੱਤੇ ਜਾਂਦੇ ਆ ਮੰਗਾ ਭਾਜੀ, ਜਾਂ ਇਹ ਉੱਕਾ ਪੁੱਕਾ ਆ? ਨਹੀਂ, ਇਹਦੇ ਵਿੱਚ ਇਹ ਹੁਣ ਤਾਂ ਉੱਕੇ ਪੁੱਕੇ ਵਾਲੀ ਤਾਂ ਇਹ ਸਾਡੀ ਕਮਿਊਨਿਟੀ ਦੇ ਵਿੱਚ ਹੁੰਦਾ ਸੀਗਾ। ਅੱਛਾ ਜੀ। ਹੁਣ ਇਹ ਉੱਕੇ ਪੁੱਕੇ ਵਾਲਾ ਸਿਸਟਮ ਹੀ ਖਤਮ ਹੋ ਗਿਆ ਹੈ। ਠੀਕ ਹੈ ਜੀ। ਹੁਣ ਜਿੰਨੇ ਵੀ ਡਰਾਈਵਿੰਗ ਸਕੂਲ ਆ ਉਹ ਸਾਰੇ ਦੇ ਸਾਰੇ ਇੱਕੋ ਅਮਰੇਲਾ ਦੇ ਥੱਲੇ ਆ ਗਿਆ, ਪ੍ਰਾਈਵੇਟ ਕੈਰੀਅਰ ਕਾਲਜ ਦੇ ਥੱਲੇ। ਉਹਨਾਂ ਦੇ ਹੰਬਰ ਕਾਲਜ ਵੀ ਉਹਨਾਂ ਦੇ ਵਿੱਚ ਹੀ ਆ ਗਿਆ। ਜਿਹੜਾ ਸਿਲੇਬਸ ਹੰਬਰ ਵਾਲਿਆਂ ਦੇ ਕੋਲ ਆ, ਉਹੀ ਸਿਲੇਬਸ ਸਾਰਿਆਂ ਦੇ ਕੋਲ ਆ, ਕਿਉਂਕਿ ਗਵਰਨਮੈਂਟ ਨੇ 103.5 ਘੰਟੇ ਦਾ ਇੱਕ ਪ੍ਰੋਗਰਾਮ ਬਣਾ ਦਿੱਤਾ ਹੈ। ਸੋ ਉਸ ਪ੍ਰੋਗਰਾਮ ਦੇ ਤਹਿਤ ਜਿਹੜਾ ਤੁਹਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ। ਸੋ ਜੇ ਤੁਸੀਂ ਉਹ ਪ੍ਰੋਪਰ ਟ੍ਰੇਨਿੰਗ ਲੈਂਦੇ ਹੋ, ਸਾਰਾ ਕੁਝ ਕਰਦੇ ਹੋ ਰਾਈਟ, ਔਰ ਹਰੇਕ ਸਕੂਲ ਨੇ, ਜਿਵੇਂ ਆਪਣੇ ਆ ਸਕੂਲ ਹੈਗੇ ਆ, ਪ੍ਰਾਈਵੇਟ ਸਕੂਲ ਆ, ਖਾਲਸਾ ਸਕੂਲ ਆ, ਕੈਥੋਲਿਕ ਸਕੂਲ ਆ, ਇਹਨਾਂ ਨੇ ਆਪਣੀ ਫੀਸ ਰੱਖੀ ਹੋ ਆ ਵੀ ਸਾਡੀ ਟਿਊਸ਼ਨ ਫੀਸ ਗ੍ਰੇਡ 8 ਵੀ ਇੰਨੀ ਆ, 7 ਦੀ ਇੰਨੀ ਆ। ਇੱਦਾਂ ਹੀ ਹਰੇਕ ਡਰਾਈਵਿੰਗ ਸਕੂਲ ਨੇ ਮਿਨਿਸਟਰੀ ਦੇ ਕੋਲ ਆਪਣੀ ਟਿਊਸ਼ਨ ਫੀਸ ਰਜਿਸਟਰਡ ਕਰਾਈ ਹੋ ਆ। ਓ ਵੈਰੀ ਗੁੱਡ। ਹਾਂ, ਰਜਿਸਟਰ ਕਰਾਈ ਹੋ ਆ। ਉਹ ਮਿਨਿਸਟਰੀ ਕਹਿੰਦੀ ਆ ਕਿ ਤੁਸੀਂ ਉਹ ਤੋਂ 1 ਸੈਂਟ ਵੀ ਵੱਧ ਨਹੀਂ ਲੈ ਸਕਦੇ, ਘੱਟ ਲੈ ਲਓ ਜਿੰਨੇ ਮਰਜ਼ੀ। ਠੀਕ ਹੈ ਜੀ। ਪਰ ਜਿਹੜਾ ਬੰਦਾ ਘੱਟ ਲਊਗਾ ਉਹ ਕੀ ਕਰੂਗਾ? ਉਹ ਘੱਟ ਚੀਟਿੰਗ ਕਰੂਗਾ, ਉਹ ਚੀਟਿੰਗ ਕਰੂਗਾ। ਹਾਂਜੀ ਮੰਗਾ ਭਾਜੀ, ਗੱਲਾਂ ਦੇ ਵਿੱਚ ਪਤਾ ਨਹੀਂ ਲੱਗਾ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਦੋਸਤੋ ਲੈ ਲਈਏ। ਬ੍ਰੇਕ ਤੋਂ ਬਾਅਦ ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਜਾਰੀ ਰਹੇਗਾ। ਇੱਕ ਕਮਰਸ਼ੀਅਲ ਛੋਟੀ ਜਿਹੀ ਬ੍ਰੇਕ, ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ। ਤੁਸੀਂ ਵਿਜ਼ਨ ਪੰਜਾਬ ਟੀਵੀ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ, ਜਾਣਾ ਕਿਤੇ ਨਹੀਂ ਜੀ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ, ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन ਲਈ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ 2042920177 ਤੇ। इंडियन कज़ीन ਦਾ ਸਵਾਦ ਹੁਣ ਕੈਨੇਡਾ 'ਚ। ਜੀ ਹਾਂ, ਇੰਡੀਅਨ ਕਜ਼ੀਨ ਦਾ ਸਵਾਦ ਮਿਲੇਗਾ ਵਿਨੀਪੈਗ ਮੈਨੀਟੋਬਾ ਦੇ ਸਿਰਫ ਤੇ ਸਿਰਫ ਕਲੇ ਅਵਨ ਈਸਟ ਇੰਡੀਅਨ ਰੈਸਟੋਰੈਂਟ ਦੇ ਵਿੱਚ। ਉਹ ਵੀ ਕਿਸੇ ਇੱਕ ਜਗ੍ਹਾ ਨਹੀਂ, ਬਲਕਿ ਕਲੇ ਅਵਨ ਈਸਟ ਇੰਡੀਅਨ ਰੈਸਟੋਰੈਂਟ ਸਰਵਸ ਯੂ ਔਨ 3 ਲੋਕੇਸ਼ਨਸ। For memorable food and exceptional value, you can contact us at, you can also mail us at ਪ੍ਰੀਤ ਟੀਵੀ ਵਾਲ ਮਾਊਂਟਿੰਗ ਐਂਡ ਨੈਟਵਰਕਿੰਗ ਸਰਵਿਸਿਜ਼, ਜਿਨ੍ਹਾਂ ਤੋਂ ਤੁਸੀਂ ਨੈਟਵਰਕ ਕੇਬਲਿੰਗ ਐਕਸੈਸਰੀ ਲੈ ਸਕਦੇ ਹੋ। HD ਐਂਟੇਨਾ ਵੀ ਇੰਸਟਾਲ ਕਰਦੇ ਨੇ। ਇਹਨਾਂ ਤੋਂ ਤੁਸੀਂ ਅਨਲਿਮਿਟਿਡ ਇੰਟਰਨੈਟ ਅਤੇ ਹੋਮ ਫੋਨ ਪੈਕੇਜ ਵੀ ਲੈ ਸਕਦੇ ਹੋ। ਅੱਜ ਹੀ ਕਾਲ ਕਰੋ ਪ੍ਰੀਤ ਨੂੰ 416 843 0208 416 843 0208। ਇਹਨਾਂ ਤੋਂ ਤੁਸੀਂ ਘਰ ਦਫ਼ਤਰ ਲਈ ਸਿਕਿਉਰਿਟੀ ਕੈਮਰਾ ਵੀ ਇੰਸਟਾਲ ਕਰਵਾ ਸਕਦੇ ਹੋ। ਇੱਕ ਵਾਰੀ ਫਿਰ ਸਵਾਗਤ ਹੈ ਜੀ ਆਪ ਸਭ ਦਾ ਪ੍ਰੋਗਰਾਮ ਪਰਿਵਾਰਿਕ ਸਾਂਝ ਦੇ ਵਿੱਚ, ਜੋ ਵਿਜ਼ਨ ਪੰਜਾਬ ਟੀਵੀ ਦੀ ਪੇਸ਼ਕਸ਼ ਹੈ। ਗੱਲਾਂ ਬਾਤਾਂ ਜਿੱਦਾਂ ਪਹਿਲੇ ਹਾਫ ਦੇ ਵਿੱਚ ਅਸੀਂ ਕੀਤੀਆਂ ਬ੍ਰੇਕ ਤੋਂ ਪਹਿਲਾਂ, ਕਿਉਂਕਿ ਦੁੱਖ ਹੁੰਦਾ ਹੈ ਨਾ, ਕਿਉਂਕਿ ਹਰ ਇੱਕ ਚੀਜ਼ ਇੱਕ ਦੂਜੀ ਚੀਜ਼ ਦੇ ਨਾਲ ਜਿਹੜੀ ਆ ਕਨੈਕਟਡ ਆ। ਦੁੱਖ ਹੁੰਦਾ ਜਦੋਂ ਯੰਗ ਬੱਚੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਅਜੇ ਮੰਨਣੀ ਸੀ ਉਹ ਇਸ ਸੰਸਾਰ ਦੇ ਉੱਤੇ ਆਏ ਆ। ਕਿਉਂਕਿ ਆਮ ਤੌਰ ਦੇ ਉੱਤੇ ਲੋਕ ਕਹਿ ਦਿੰਦੇ ਇਹਦੀ ਲਿਖੀ ਇੱਦਾਂ ਦੀ ਹੋਣੀ ਸੀ। ਨਹੀਂ, ਇੱਦਾਂ ਦੀ ਕੋਈ ਗੱਲਬਾਤ ਨਹੀਂ ਹੈ। ਲਿਖੀ ਇੱਦਾਂ ਦੀ ਹੋਣੀ ਸੀ ਜਾਂ ਇਹਦੇ ਕਰਮ ਇੱਦਾਂ ਦੇ ਹੋਣੇ ਸੀਗੇ। ਅਸਲ ਦੇ ਵਿੱਚ ਸਰੀਰ ਵੀ ਇੱਕ ਜਿਹੜਾ ਇਹ ਢਾਂਚਾ ਹੀ ਆ ਨਾ, ਕਿਉਂਕਿ ਜਦੋਂ ਹੁਣ ਤੁਸੀਂ ਦੇਖੋ ਅਸੀਂ ਤੁਹਾਡੇ ਸਾਹਮਣੇ ਟੀਵੀ ਦੇ ਉੱਤੇ ਬੈਠੇ ਹਾਂ, ਹਰ ਇੱਕ ਸਿਸਟਮ ਜਿਹੜਾ ਆ ਉਹ ਪ੍ਰੋਪਰ ਕੰਮ ਕਰਦਾ ਆ। ਇਸ ਕਰਕੇ ਤੁਸੀਂ ਸਾਨੂੰ ਆਪਣੇ ਟੀਵੀ ਦੇ ਉੱਪਰ ਦੇਖ ਰਹੇ ਹੋ ਅਤੇ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਹਾਂ। ਇੱਕ ਮਾੜੀ ਜਿਹੀ ਤਾਰ, ਬਰੀਕ ਜਿਹੀ ਤਾਰ ਵੀ ਕੋਈ ਇੱਧਰ ਉੱਧਰ ਹੋ ਜਾਵੇ ਅਤੇ ਸਾਰੇ ਸਿਸਟਮ ਨੂੰ
ਤਹਿਸ ਨਹਿਸ ਕਰ ਦੇਵੇਗੀ, ਖਤਮ ਕਰ ਦੇਵੇਗੀ। ਕੋਈ ਬੈਟਰੀ ਬਰਨਆਊਟ ਹੋ ਗਈ, ਕੁਝ ਵੀ ਹੋ ਗਿਆ, ਇਵੇਂ ਹੀ ਜਿਹੜਾ ਤੁਹਾਡਾ ਸਰੀਰਕ ਢਾਂਚਾ ਆ ਇਹ ਜੇ ਤਾਂ ਬਿਲਕੁਲ ਸਾਰੇ ਫੰਕਸ਼ਨ ਆਪਾਂ ਪਤਾ ਕੀ ਕਹਿੰਦੇ ਆ, ਅੱਜ ਹੱਥ 'ਤੇ ਸੱਟ ਲੱਗੀ ਆ ਯਾਰ, ਜੇ ਹੱਥ 'ਤੇ ਸੱਟ ਨਾ ਲੱਗਦੀ ਹੈ ਨਾ ਤੇ ਮੇਰੀ ਇਹ ਬਾਂਹ 'ਤੇ ਲੱਗ ਜਾਂਦੀ ਠੀਕ ਸੀ। ਤੇ ਜਦੋਂ ਬਾਂਹ 'ਤੇ ਲੱਗਦੀ ਹੈ, ਕਿਉਂਕਿ ਹਰ ਇੱਕ ਚੀਜ਼ ਦੀ, ਹਰ ਇੱਕ ਅੰਗ ਦੀ ਤੁਹਾਡੇ ਦੀ ਅਹਿਮੀਅਤ ਆ। ਕੋਈ ਵੀ ਅੰਗ ਤੁਹਾਡੇ ਜਿਹੜਾ ਕੁਦਰਤ ਵੱਲੋਂ ਬਖਸ਼ਿਆ ਹੈ ਤੁਹਾਨੂੰ ਨਾ, ਉਹਦੀ ਅਹਿਮੀਅਤ ਆ। ਬੇਕਾਰ ਤੁਹਾਨੂੰ ਕੋਈ ਚੀਜ਼ ਨਹੀਂ ਦਿੱਤੀ। ਉਹ ਜਿਹੜੀਆਂ ਬੇਕਾਰ ਚੀਜ਼ਾਂ ਦਿੱਤੀਆਂ ਆ ਉਹ ਵੀ ਤੁਹਾਡੇ ਫਿਊਚਰ ਦੇ ਵਿੱਚ ਜਿਹੜੀਆਂ ਕੰਮ ਆਉਂਦੀਆਂ ਆ। ਕੱਲ੍ਹ ਨੂੰ ਜਦੋਂ ਹਾਰਟ ਸਰਜਰੀਆਂ ਹੁੰਦੀਆਂ, ਜਿਹੜੀਆਂ ਐਕਸਟਰਾ ਵੇਨਸ ਆ ਉੱਥੋਂ ਲੈ ਕੇ ਉਹ ਤੁਹਾਡੀਆਂ ਹਾਰਟ ਸਰਜਰੀਆਂ ਜਿਹੜੀਆਂ ਕਰਦੇ ਆ। ਸੋ ਇਸ ਕਰਕੇ ਜਿਹੜੀਆਂ ਬੇਵਕੂਫੀਆਂ ਆ, ਨਲਾਇਕੀਆਂ ਆ, ਕੇਅਰਲੈਸ ਪੁਣੇ ਦੇ ਕਰਕੇ ਜਦੋਂ ਆਪਾਂ ਇਸ ਜਹਾਨ ਤੋਂ ਚਲੇ ਜਾਂਦੇ ਆ, ਦੇਖੋ ਫਿਰ ਕਿਉਂਕਿ ਮੋਹ ਮਮਤਾ ਜੁੜੀ ਹੁੰਦੀ ਆ, ਸੋ ਇਸ ਕਰਕੇ ਅਫਸੋਸ ਜਿਹੜਾ ਪਿੱਛੇ ਰਹਿ ਜਾਂਦਾ ਆ। ਸੋ ਆਓ ਫਿਰ ਆਪਾਂ ਸਾਂਝ ਪਾਉਂਦੇ ਹਾਂ ਇੱਕ ਵਾਰੀ ਜੌਲ ਸਾਹਿਬ ਦੇ ਨਾਲ। ਜੌਲ ਸਾਹਿਬ, ਬਿਲਕੁਲ ਜਿਵੇਂ ਮੈਂ ਤੁਹਾਡੇ ਨਾਲ ਸਹਿਮਤ ਹੋ, ਜਿਹੜੀ ਮੇਰੀ ਗੱਲ ਮੈਂ ਕਹੀ ਆ ਤੁਹਾਨੂੰ ਵੀ ਇਹ ਗੱਲਾਂ ਹੀ ਆ ਵੀ ਹੋਣੀ ਆ, ਲਿਖੀ ਕਿੱਦਾਂ ਸੀ, ਲਿਖੀ ਲੁਖੀ ਕਿੱਦਾਂ, ਕਿਸੇ ਨੂੰ ਕੱਲ੍ਹ ਦਾ ਪਤਾ ਨਹੀਂ ਕੀ ਹੋਣਾ। ਨਹੀਂ ਜੀ ਮੰਗਾ ਭਾਜੀ, ਦੇਖੋ ਇਹ ਇੱਕ ਗੱਲਾਂ ਜਿਹੜੀਆਂ ਬਣੀਆਂ ਆ, ਪਰ ਜੇ ਹੁਣ ਐਕਸੀਡੈਂਟ ਹੋਇਆ ਜਾਂ ਕੁਛ ਇਦਾਂ ਦਾ ਹੋਇਆ, ਉਹ ਤਾਂ ਹੁਣ ਜੇ ਬੰਦਾ ਸੁੱਤਾ ਪਿਆ ਆ ਤੇ ਉਹ ਲਿਖੀ ਤਾਂ ਨਹੀਂ ਮੈਂ ਕਹਿ ਸਕਦਾ, ਇਹ ਤਾਂ ਆਪੇ ਹੀ ਸੇਲ ਲਈ ਆ ਮੌਤ। ਨਾਲੇ ਮੈਂ ਜਿੱਦਾਂ ਪਹਿਲਾਂ ਕਹਿ ਕੇ ਹਟਿਆ, ਨਾਲੇ ਤਾਂ ਪੈਸੇ ਦਿੱਤੇ ਆ, ਨਾਲੇ ਮੌਤ ਸੇਲ ਲਈ ਆ ਜੀ। ਪਰ ਮੰਗਾ ਭਾਜੀ ਦੇਖੋ ਜੀ, ਜੇ ਜਿੱਦਾਂ ਤੁਸੀਂ ਦੱਸਿਆ ਕਿ ਜੇ ਇਹ ਗੱਲਾਂ ਬਾਤਾਂ ਹੋਣਗੀਆਂ, ਕੋਈ ਵੀ ਜਿਹੜਾ ਭੈਣ ਭਰਾ ਅਗਰ ਤੁਸੀਂ ਸਿਖਾਉਂਦੇ ਆ ਨਾ ਦੋਸਤੋ, ਤੇ ਜੇ ਤੁਸੀਂ ਕੰਮ ਵਧੀਆ ਕਰਦੇ ਨਾ, ਮੇਰਾ ਨਹੀਂ ਖਿਆਲ ਕਿ ਤੁਹਾਡਾ ਕੰਮ ਘਟੇਗਾ, ਕੰਮ ਤੁਹਾਡਾ ਵਧੇਗਾ। ਕਿਉਂਕਿ ਵਧੇ ਦਾ ਮੈਂ ਤਾਂ ਕਹਿੰਦਾ ਕਿ ਜੇ ਤੁਹਾਡਾ ਕੰਮ ਵਧੀਆ ਹੁੰਦਾ ਨਾ ਤਾਂ ਆਟੋਮੈਟਿਕਲੀ ਜਿਹੜੇ ਆ ਲੋਕ ਤੁਹਾਡੇ ਨਾਲ ਜੁੜਦੇ ਆ। ਬਿਲਕੁਲ। ਇੱਕ ਮੈਂ ਛੋਟੀ ਜਿਹੀ ਤੁਹਾਡੇ ਨਾਲ ਗੱਲ ਸਾਂਝੀ ਇੱਥੇ ਕਰਦਾ ਆ ਕਿ ਲੋਕ ਆਮ ਤੌਰ ਦੇ ਉੱਤੇ ਜਿਹੜੇ ਤੁਹਾਨੂੰ ਕਈ ਹੱਥ ਦੇਖਣ ਵਾਲੇ ਹੁੰਦੇ ਆ ਜਾਂ ਪੁੱਛਾਂ ਦੇਣ ਵਾਲੇ ਹੁੰਦੇ ਆ ਜਾਂ ਕਈ ਲੈਕਚਰ ਕਰਨ ਵਾਲੇ ਕਹਿ ਦਿੰਦੇ ਆ ਜੀ ਉਹ ਜੀ ਸਵਰਗ ਇੱਦਾਂ ਆ, ਉੱਧਰਲੇ ਪਾਸੇ ਇੱਦਾਂ ਆ, ਤੁਹਾਡਾ ਅਗਲਾ ਜਨਮ ਇੱਦਾਂ ਇੱਦਾਂ। ਉਹਨਾਂ ਨੂੰ ਪੁੱਛੇ ਵੀ ਜੇ ਤੁਹਾਨੂੰ ਇੰਨਾ ਹੀ ਪਤਾ ਆ ਫਿਰ ਤੁਸੀਂ ਕਿਉਂ ਨਹੀਂ ਜਾਂਦੇ, ਤੁਸੀਂ ਇੱਥੇ ਕੀ ਕਰੀ ਜਾਂਦੇ ਨਰਕ ਦੇ ਵਿੱਚ? ਜੇ ਸਵਰਗ ਕਿਤੇ ਹੋ ਰਿਹਾ, ਤੁਹਾਨੂੰ ਪਤਾ ਆ ਵੀ ਸਵਰਗ ਹੈਗਾ, then what are you guys doing here? ਤੁਸੀਂ ਇੱਥੇ ਕੀ ਕਰ ਰਹੇ ਆ ਬੈਠੇ? ਤੁਸੀਂ ਜਾਓ। ਹੁਣ ਬਨਾਰਸ ਦੇ ਵਿੱਚ ਜਦੋਂ ਗਏ ਆ ਗੁਰੂ ਨਾਨਕ ਸਾਹਿਬ, ਉੱਥੇ ਇੱਕ ਆਰਾ ਲੱਗਾ ਹੋਇਆ ਸੀਗਾ ਔਰ ਆਰੇ ਦੇ ਉੱਤੇ ਬੰਦੇ ਵੱਢਦੇ ਸੀਗੇ, ਕੱਟਦੇ ਸੀ ਵੀ ਜਿਹੜਾ ਇਸ ਆਰੇ ਦੇ ਨਾਲ ਕੱਟ ਹੋਊਗਾ ਉਹ ਸਿੱਧਾ ਹੀ ਸਵਰਗ ਲੋਕ ਨੂੰ ਜਾਊਗਾ। ਔਰ ਉਸ ਆਰੇ ਦੇ ਉੱਤੇ ਲੋਕ ਆਪਣੇ 80 85 ਸਾਲ ਦੇ ਬਜ਼ੁਰਗਾਂ ਨੂੰ ਲੈ ਕੇ ਆਏ ਹੋ ਸੀ ਕਟਾਉਣ ਦੇ ਲਈ। ਪਰ ਕਟਾਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਵੀ ਜਿਹੜਾ ਇਹ ਬਜ਼ੁਰਗ ਦਾ ਜੋ ਵੀ ਹਿਸਾਬ ਕਿਤਾਬ ਹੈ, ਲੇਖਾ ਜੋਖਾ ਪੈਸਾ, ਉਹ ਸਾਨੂੰ ਦੇ ਦਿਓ, ਰਾਈਟ। ਉਹ ਅਸੀਂ ਸਪੈਸ਼ਲ ਜਗ੍ਹਾ ਰਾਹੀਂ ਜਿਹੜਾ ਆ ਉਹ ਉੱਥੇ ਇਹਨਾਂ ਦੇ ਕੋਲ ਭੇਜਣਾ। ਫਿਰ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਵੀ ਉਹ ਮੂਰਖ ਲੋਕੋ, ਇਹ ਤੁਹਾਨੂੰ ਲੁੱਟਦੇ ਆ, ਇੱਥੋਂ ਕੋਈ ਨਹੀਂ ਆ ਵੀ ਤੁਸੀਂ ਇੱਦਾਂ ਕਰੋ, ਉਹਨਾਂ ਨੂੰ ਪੁੱਛੋ ਜਿਹੜਾ ਆਰੇ ਤੇ ਬੰਦਾ ਖੜਾ ਆ ਉਹਨੂੰ ਪੁੱਛੋ ਵੀ ਇੱਥੇ ਨਰਕ ਆ। ਜੇ ਉਹ ਕਹੂਗਾ ਹਾਂ ਇੱਥੇ ਨਰਕ ਆ ਤੇ ਉਹਨੂੰ ਕਹੋ ਵੀ ਤੂੰ ਨਰਕ 'ਚ ਕੀ ਕਰਦਾ ਖੜਾ, ਬਿਲਕੁਲ ਵੀ ਪਹਿਲਾਂ ਤੂੰ ਆਰੇ ਥੱਲੇ ਧੌਣ ਘਟਾ, ਤੂੰ ਚੱਲ ਸਵਰਗ ਨੂੰ, ਬਾਕੀ ਗੱਲਾਂ ਬਾਅਦ 'ਚ ਕਰੀ। ਤੇ ਉਹਨਾਂ ਨੇ ਉੱਥੇ ਹੀ ਆਰਾ ਛੱਡ ਦਿੱਤਾ। ਬਿਲਕੁਲ ਮੰਗਾ ਭਾਜੀ। ਦੇਖੋ ਜਿੱਦਾਂ ਹੁਣ ਮੈਂ ਬਾਹਲਾ ਦੂਰ ਨਹੀਂ ਜਾਂਦਾ ਜੀ, ਜਿੱਥੇ ਪ੍ਰੀਤ ਵੀਰੇ ਦੀ ਦੁਕਾਨ ਆ, ਵੈਸਟਵੁੱਡ ਮਾਲ ਦੀ ਗੱਲ ਕਰ ਲੈਂਦੇ ਆ, ਕਿ ਮੇਰਾ ਖਿਆਲ ਆ ਕਿ ਉੱਥੇ ਨਾ 1 ਸਾਲ ਪਹਿਲਾਂ ਆਈ ਥਿੰਕ 22 ਜਾਂ 24 ਜਾਣੇ ਸੀਗੇ ਹੱਥ ਦੇਖਣ ਵਾਲੇ। ਠੀਕ ਆ। ਫਿਰ ਉਹਨਾਂ ਦੇ ਥੋੜਾ ਜਿਹਾ ਝਾਂਬਾ ਫਿਰਿਆ, ਝਾਂਬੇ ਤੋਂ ਬਾਅਦ ਜੀ ਉਹ ਸਾਰੇ ਚਲ ਗਿਆ ਉੱਥੋਂ ਭਾਜੀ। ਸਾਰੇ ਜਾਣ ਤੋਂ ਬਾਅਦ ਫਿਰ ਜਦੋਂ 2 ਮਹੀਨੇ ਹੋਏ, ਹੌਲੀ ਹੌਲੀ ਫੇਰ ਆ ਗਏ ਉਹ। ਹੁਣ ਫਿਰ ਉੱਥੇ ਉਹ ਦੇਖੋ ਜੀ, ਫ੍ਰੀ ਦੇ ਪੈਸੇ ਬਣਦੇ ਆ। ਫਿਰ ਫ੍ਰੀ ਦੇ ਪੈਸਿਆਂ ਦੇ ਨਾਲ ਹੋਰ ਬਹੁਤ ਸਹੂਲਤਾਂ ਆ ਉਹਨਾਂ ਨੂੰ, ਜਿਹੜੀਆਂ ਸਹੂਲਤਾਂ ਆ ਜੇ ਕੋਈ ਵੀ ਬੀਬੀ ਜਾਂਦੀ ਆ ਤੇ ਉਹਨਾਂ ਤੋਂ ਤਰ੍ਹਾਂ ਤਰ੍ਹਾਂ ਦੇ ਫਰੂਟ ਮੰਗਦੇ ਆ, ਫੂਡ ਮੰਗਦੇ ਆ, ਸੋਨਾ ਮੰਗਦੇ ਆ, ਹੋਰ ਬੜਾ ਕੁਝ ਮੰਗਦੇ ਆ ਜੀ। ਉਹ ਕਾਲ ਹੈ ਕਿ ਜੀ, ਕਾਲ ਲੈ ਲਓ ਜੀ ਪਹਿਲਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਗੁਰੂ ਪਿਆਰਿਓ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਗਿਆਨ ਸਿੰਘ ਜੀ, ਕੀ ਹਾਲ ਚਾਲ ਆ ਜੀ? ਹਾਂ ਠੀਕ ਹੈ ਜੀ, ਬਿਲਕੁਲ ਠੀਕ। ਤੁਸੀਂ ਸੁਣਾਓ ਕਿੱਦਾਂ? ਬਿਲਕੁਲ ਜੀ, ਅਸੀਂ ਵੀ ਦੋਨੇ ਠੀਕ ਠਾਕ ਆ। ਤੁਸੀਂ ਦੱਸੋ। ਤੁਸੀਂ ਗੁਰੂ ਨਾਨਕ ਸਾਹਿਬ ਦੀ ਜੋ ਮਿਸਾਲ ਦਿੱਤੀ ਆ, ਉਹ ਤਾਂ ਦੁਨੀਆ ਨੂੰ ਤਾਰਨ ਵਾਸਤੇ ਆਏ ਸੀਗੇ। ਬਿਲਕੁਲ ਜੀ, ਬਿਲਕੁਲ। ਔਰ ਜਿਹੜੀਆਂ ਕ੍ਰੀਤੀਆਂ ਜਿਹਨੂੰ ਆਪਾਂ ਕਹਿੰਦੇ ਆ ਧਰਮ ਦੇ ਵਿੱਚ ਜਾਂ ਦੁਨੀਆ ਦੇ ਵਿੱਚ ਸਿੱਖੀਆਂ, ਉਹਨਾਂ ਨੂੰ ਸਮਝਾ ਕੇ, ਜ਼ੋਰ ਨਾਲ ਨਹੀਂ ਸਮਝਾ ਕੇ, ਤਰਕ ਨਾਲ ਉਹਨਾਂ ਨੇ ਸਿੱਧੇ ਰਾਹ ਪਾਇਆ। ਬਿਲਕੁਲ ਜੀ। ਹਾਂ, ਜਿਹੜਾ ਤੁਸੀਂ ਆਰੇ ਦੀ ਗੱਲ ਕੀਤੀ ਆ, ਉਹ ਕਹਿੰਦੇ ਉਸ ਵੇਲੇ ਇੱਕ ਰਿਵਾਜ ਸੀਗਾ ਜਾਂ ਕੁਛ ਵੀ ਸੀਗਾ, ਜਿਹੜਾ ਉਸ ਆਰੇ ਥੱਲੇ ਆ ਕੇ ਮਰੂਗਾ ਉਹ ਸਿੱਧਾ ਸਵਰਗ। ਹਾਂਜੀ।
ਤਾਂ ਮੈਨੂੰ ਸਮਝ ਨਹੀਂ ਆਉਂਦੀ ਉਸ ਰੀਤੀ ਨੂੰ ਉਹਨਾਂ ਨੇ ਮਤਲਬ ਖੰਡਨ ਕੀਤਾ ਉਹਦਾ। ਬਿਲਕੁਲ ਬਿਲਕੁਲ ਜੀ, ਬਿਲਕੁਲ। ਔਰ ਦੁਨੀਆ ਨੂੰ ਸਮਝਾਇਆ ਇਹ ਬਿਲਕੁਲ ਗਲਤ ਤਰੀਕਾ ਵੀ ਇਸੇ ਜਗ੍ਹਾ ਜਿਹੜੀ ਇਸੇ ਆਰੇ ਦੇ ਥੱਲੇ ਆ ਕੇ ਮਾਰਨਾ, ਆਰੇ ਤਾਂ ਹੋਰ ਬਥੇਰੇ ਰੱਖੀ ਸ਼ੀਲ ਵਾਲੇ। ਬਿਲਕੁਲ ਜੀ, ਉਹਦੇ ਬਿਲਕੁਲ ਹੀ ਥੋੜੀ ਦੂਰ ਜਾ ਕੇ ਇੱਕ ਜਿੱਥੇ ਮਹਾਤਮਾ ਬੁੱਧ ਨੇ ਭਗਤੀ ਕੀਤੀ ਆ ਤੇ ਕਹਿੰਦੇ ਸੀ ਵੀ ਜਿਹੜਾ ਉਸ ਸ਼ਹਿਰ ਦੇ ਵਿੱਚ ਮਰੂਗਾ ਉਹ ਨਰਕਾਂ ਨੂੰ ਜਾਊਗਾ, ਕਿਉਂਕਿ ਮਹਾਤਮਾ ਬੁੱਧ ਦਾ ਵੀ ਉਸ ਵੇਲੇ ਉਹਨਾਂ ਨੇ ਖਾਤਮਾ ਕਰਨਾ ਸੀ ਨਾ। ਤੇ ਕਬੀਰ ਜੀ ਜਿਹੜੇ ਆ ਉਹ ਉੱਥੇ ਗਏ, ਉਸ ਜਗ੍ਹਾ ਦੇ ਉੱਤੇ ਗਏ ਜਿੱਥੇ ਮਹਾਤਮਾ ਬੁੱਧ ਸੀ। ਉਹ ਕਹਿੰਦੇ ਮੈਂ ਉੱਥੇ ਮਰਦਾ। ਕਬੀਰ ਜੀ ਮਾਰਨ ਲੱਗੇ ਉੱਥੇ ਚਲੇ ਗਏ। ਹਾਂ, ਉਹ ਕਹਿੰਦੇ ਮੈਂ ਉੱਥੇ ਜਾਣਾ, ਆਪਾਂ ਨਰਕਾਂ ਨੂੰ ਚੱਲਦੇ ਆ। ਠੀਕ ਹੈ ਜੀ, ਦੇਖੋ ਬਿਲਕੁਲ ਸਹੀ ਗੱਲ ਹੈ ਜੀ। ਜਿਹੜੇ ਵੀ ਕੋਈ ਲਾਸਾਨੀ ਇਨਸਾਨ ਹੋਏ ਨੇ ਉਹਨਾਂ ਨੇ ਸਾਨੂੰ ਸਿੱਧਾ ਰਾਹ ਦਿਖਾਇਆ। ਬਾਬਾ ਕਬੀਰ ਜੀ ਸੀਗੇ, ਬਾਬਾ ਮਹਾਤਮਾ ਬੁੱਧ ਸੀਗੇ, ਬਾਬਾ ਈਸਾ ਸੀਗੇ, ਬਾਬਾ ਗੁਰੂ ਨਾਨਕ ਸਾਹਿਬ ਸੀਗੇ। ਬਿਲਕੁਲ ਬਿਲਕੁਲ ਜੀ, ਬਿਲਕੁਲ। ਹਾਂਜੀ, ਉਹਨੂੰ ਫਾਲੋ ਕਰਨਾ ਬੜਾ ਔਖਾ ਹੈ ਸਾਡੇ ਲਈ, ਕਿਉਂਕਿ ਸਾਡੇ ਮਨਾਂ ਦੇ ਵਿੱਚ ਪੁਰਾਣੀਆਂ ਗੱਲਾਂ ਫਿਕਸ ਹੋਈਆਂ ਆ। ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਆ, ਸਹੀ। ਉਹ ਕੱਢਣੀਆਂ ਆਦਣੀਆਂ ਸਜਾੜਣੀਆਂ ਕਹਿੰਦੇ ਹੁੰਦੇ ਨਿਵਲ ਸਿਰਾਂ ਦੇ ਨਾਲ, ਨਿਵਲ ਸਿਰਾਂ ਦੇ ਨਾਲ। ਬਿਲਕੁਲ ਬਿਲਕੁਲ ਜੀ। ਤੁਸੀਂ ਹੁਣੇ ਗੱਲ ਕਰ ਰਹੇ ਸੀਗੇ ਉਹ ਟਰੱਕ ਡਰਾਈਵਰਾਂ ਦੀ, ਉਹ ਨਹੀਂ ਕਿ ਉਹਨਾਂ ਬੱਸ ਦੀ ਕਰਨੀ ਹੈ। ਹਾਂਜੀ, ਸਹੀ ਗੱਲ ਆ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਧੰਨਵਾਦ ਜੀ, ਧੰਨਵਾਦ। ਬਿਲਕੁਲ ਖੂਨ ਦੇ ਵਿੱਚ ਬਾਕੀ ਉਹਨਾਂ ਦੀ ਗੱਲ ਕਹਿਣ ਆ, ਸਾਡੇ ਖੂਨ ਦੇ ਅੰਦਰ ਇੱਕ ਗੁਲਾਮੀ, ਇੱਕ ਬੇਈਮਾਨੀ ਜਿਹੜੀ ਹੈ ਨਾ, ਇੱਕ ਇਹ ਇੰਨੀ ਕੁ ਕੁੱਟ ਕੇ ਭਰ ਚਲੀ ਗਈ। ਤੇ ਅਸੀਂ ਕਹਿੰਦੇ ਆ ਕਿ ਜਦੋਂ ਸਾਡਾ ਕੰਮ ਹੋਣਾ ਹੈ ਨਾ, ਉਸ ਵੇਲੇ ਸਾਰੇ ਹੀ ਉਹ ਸਾਮ ਦਾਮ ਡੰਡ ਭੇਦ ਜਿਹੜੇ ਆ ਨਾ ਉਹ ਵਰਤ ਲੈ ਜਾਣ। ਹਾਂਜੀ। ਤੇ ਜੇ ਕੋਈ ਹੋਰ ਕਰੂਗਾ ਨਾ, ਵੀ ਜੇ ਜੌਲ ਮੰਗੇ ਦੀ ਵਾਰ ਨੂੰ ਹੋ ਜਾਣ, ਜੇ ਜੌਲ ਸਾਹਿਬ ਕਰਨਗੇ ਨਹੀਂ ਇਹ ਤਾਂ ਬੰਦਾ ਗਲਤ ਕੰਮ ਕਰਦਾ, ਇਹ ਇਦਾਂ ਕਿਦਾਂ। ਹਰ ਇਨਸਾਨ ਜਿਹੜਾ ਆ ਉਹ ਦੋ ਚਿਹਰੇ ਜਿਹੜਾ ਆ ਉਹ ਲਈ ਫਿਰਦਾ ਆ। ਅਸੀਂ ਵੀ ਵਿੱਚ ਹੀ ਆ। ਹਾਂਜੀ, ਬਿਲਕੁਲ ਜੀ। ਮੰਗਾ ਭਾਜੀ ਦੇਖੋ ਜੀ, ਇੱਕ ਜਿੱਦਾਂ ਭਾਜੀ ਉਹਨਾਂ ਨੇ ਗੱਲ ਕੀਤੀ ਨਾ ਕਿ ਜਿਹੜੇ ਕੁੱਲ ਨੂੰ ਤਾਰਨ ਆਏ ਸੀਗੇ ਨਾ ਗੁਰੂ ਨਾਨਕ ਦੇਵ ਜੀ, ਜੇ ਅਸੀਂ ਉਹਨਾਂ ਦੇ ਰਾਹ ਤੇ ਤੁਰੀਏ ਨਾ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜੀ ਦੁਨੀਆ ਨੂੰ ਹੁਣ ਵੀ ਰੱਬ ਨੇ ਇੱਕ ਨਾ ਦਿਸ਼ਾ ਦਿੱਤੀ ਸੀ ਕਿ ਤੁਸੀਂ ਹਲੇ ਵੀ ਬੰਦੇ ਬਣ ਜਾਓ। ਬਿਲਕੁਲ। ਜੋ ਕੁਛ ਆ ਪਿਛਲੇ 5-6 ਮਹੀਨਿਆਂ 'ਚ ਹੋਇਆ ਨਾ, ਪਰ ਪਤਾ ਨਹੀਂ ਜੇ 2 ਲੋਕ ਚੰਗਾ ਕੰਮ ਕਰਨਾ ਚਾਹੁੰਦੇ ਆ ਤੇ 4 ਜਾਣੇ ਉਹਨਾਂ ਦੀਆਂ ਲੱਤਾਂ ਖਿੱਚਣ ਪੈਂਦੀਆਂ ਜੀ ਆ ਕੇ। ਚੰਗੇ ਕੰਮ ਕਰਨ ਵਾਲਿਆਂ ਨੂੰ ਵੀ ਚੰਗਾ ਕੰਮ ਕਰਨ ਨਹੀਂ ਦਿੰਦੇ। ਹੁਣ ਤੁਸੀਂ ਇੱਕ ਇੰਡੀਆ ਦੀ ਨਿਊਜ਼ ਦੇਖੀ ਹੋਣੀ ਆ ਕਿ ਇੱਕ ਭਰਾ ਪਿਛਲੇ ਦਿਨਾਂ ਦੇ ਵਿੱਚ ਦਵਾਈਆਂ ਦੇ ਕੁਝ ਪੈਕਟ ਦਿਖਾ ਰਿਹਾ। ਹਾਂ, ਮੋਦੀ ਦਾ ਦੇਖੋ ਫਿਰ ਨਾਂ ਕਿੱਡੇ ਵੱਡੇ ਵੱਡੇ ਰੱਖਦੇ ਆ, ਗੁਰੂ ਨਾਨਕ ਮੋਦੀ ਖਾਨਾ। ਨਹੀਂ, ਉਹ ਤਾਂ ਖੋਲਿਆ ਨਾ ਉਹਨਾਂ ਨੇ। ਹਾਂਜੀ ਹਾਂਜੀ। ਤੇ ਫਿਰ ਹੁਣ ਦੇਖੋ, ਇੱਕ ਵੀਰ ਨੇ ਇੱਕ ਚੰਗਾ ਕੰਮ ਕੀਤਾ ਤੇ ਇੱਕ ਲੜਕੀ ਨੇ ਉਹਨੂੰ ਅੰਮ੍ਰਿਤਸਰ ਤੋਂ ਜਵਾਬ ਦੇ ਦਿੱਤਾ। ਜਵਾਬ ਦੇਖੋ ਤੁਸੀਂ, ਉਹ ਕਹਿੰਦੀ ਜੀ ਕਿ ਜਿਹੜੀ ਦਵਾਈ ਤੁਸੀਂ $14 ਦੀ ਦਿਖਾ ਰਹੇ ਆ ਨਾ, ਕਿ ਉਹ ਲੁਧਿਆਣੇ ਦੇ ਵਿੱਚ ਹੀ ਤਿਆਰ ਹੁੰਦੀ ਆ ਤੇ ਜਦੋਂ ਅੰਮ੍ਰਿਤਸਰ ਪਹੁੰਚਦੀ ਆ ਤੇ ਉਹ $100 ਰੁਪਏ ਤੋਂ ਉੱਪਰ ਹੋ ਜਾਂਦੀ ਆ। ਦਵਾਈਆਂ ਦੇ ਵਿੱਚ ਵੀ ਨਾ ਇੱਕ 2 ਤਰੀਕੇ ਆ, ਇੱਕ ਜੈਨਰਿਕ ਹੁੰਦੀ ਆ, ਇੱਕ ਜਿਹੜੀ ਆ ਵੈਸੇ ਹੁੰਦੀ ਆ। ਔਰ ਇੱਕ ਨੇਮ ਬ੍ਰਾਂਡ ਦੀ। ਹਾਂਜੀ, ਇੱਕ ਡਾਕਟਰ ਆ ਰਾਜਸਥਾਨ ਦੇ, ਉਹਨਾਂ ਨੇ ਐਕਚੁਅਲੀ ਤੁਹਾਨੂੰ ਜਿਹੜਾ ਆ ਤੱਥਾਂ ਦੇ ਆਧਾਰ ਦੇ ਉੱਤੇ ਉਹ ਗੱਲਾਂ ਦੱਸੀਆਂ। ਜੇ ਤੁਸੀਂ ਉਹ ਡਾਕਟਰ ਸਾਹਿਬ ਦੀ ਗੱਲ ਸੁਣਦੇ ਆ ਨਾ, ਤੇ ਜਿਹੜਾ ਮੋਦੀਖਾਨੇ ਵਾਲਾ ਵੀਰ ਆ ਉਹਦੀਆਂ ਗੱਲਾਂ ਸਾਰੀਆਂ ਹੀ ਸੱਚੀਆਂ ਆ ਜਿਹੜੀਆਂ ਉਹ ਬੋਲਿਆ। ਰਾਈਟ। ਉਹ ਵੀ ਕਹਿੰਦਾ ਵੀ ਸਾਨੂੰ ਤਾਂ ਪਤਾ ਲੱਗਾ ਵੀ ਜਦੋਂ ਸਾਡੇ ਜਿਹੜੇ ਕੰਮ ਕਰਨ ਵਾਲੇ ਉਹ ਛੁੱਟੀ ਤੇ ਚਲੇ ਗਏ ਤੇ ਸਾਨੂੰ ਸੇਵਾ ਦਾ ਮੌਕਾ ਮਿਲਿਆ। ਤੇ ਅਸੀਂ ਕਹਿੰਦੇ ਜਦੋਂ ਦੇਖਿਆ ਸ਼ਾਮ ਨੂੰ ਹਿਸਾਬ ਕਿਤਾਬ ਦੇ ਵਿੱਚ ਵੀ ਇਹ ਤੇ ਬੜਾ ਅੰਤਰ ਆ ਨਾ, ਤੇ ਫਿਰ ਉਹ ਕਹਿੰਦੇ ਵੀ ਅਸੀਂ ਇਹ ਜਿਹੜਾ ਕਾਰਜ ਸ਼ੁਰੂ ਕੀਤਾ। ਤੇ ਹੁਣ ਤੁਸੀਂ ਇਹ ਦੇਖੋ ਕਿ ਮੋਦੀਖਾਨੇ ਦੇ ਨਾਂ ਤਰਜ ਦੇ ਉੱਤੇ ਹੁਣ ਗੁਰੂ ਨਾਨਕ ਸਾਹਿਬ ਦੇ ਮੋਦੀਖਾਨੇ ਦੀ ਚਲੋ ਨਹੀਂ ਨਾਂ ਯੂਜ਼ ਕੀਤਾ, ਉਦਾਹਰਨ ਇਹੀ ਸੀ ਵੀ ਉੱਥੇ ਸੱਚ ਤੇ 13 ਜਿਹੜਾ ਆ ਬੋਲਿਆ ਜਾਂਦਾ ਸੀ, ਸੱਚ ਬੋਲਿਆ ਜਾਂਦਾ ਸੀ। ਹੁਣ ਉਹਦੀ ਤਰਜ ਦੇ ਉੱਤੇ ਜਿਹੜੇ ਮੋਦੀਖਾਨੇ ਖੁੱਲ੍ਹਣੇ ਸ਼ੁਰੂ ਹੋ ਗਏ, ਔਰ ਮੈਂ ਕਹਿੰਦਾ ਕਿ ਖੁੱਲ੍ਹਣੇ ਵੀ ਚਾਹੀਦੇ ਆ। ਤੁਸੀਂ ਇਹ ਦੇਖੋ ਜੌਲ ਸਾਹਿਬ, ਕਈ ਪਰਿਵਾਰ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਕ੍ਰਿਟੀਕਲ ਬਿਮਾਰੀ ਹੁੰਦੀ ਆ, ਜਿਵੇਂ ਕਿ ਕੈਂਸਰ ਦੀ ਬਿਮਾਰੀ ਸੀ ਨਾ ਇੱਕ ਪਰਿਵਾਰ ਦੇ ਵਿੱਚ। ਹੁਣ ਉਹ 90,000 ਦੀ ਦਵਾਈ, ਇੱਕ ਪੱਤਾ 15,000 ਰੁਪਏ ਦਾ ਸੀਗਾ ਤੇ 6 ਪੱਤੇ ਉਹ ਪਰਿਵਾਰ, ਕਿਉਂਕਿ ਜਿਨ੍ਹਾਂ ਦੀ ਉਹ ਦਵਾਈ ਸੀ ਉਹ ਵਿਚਾਰੇ ਚਲੇ ਗਏ। ਹੁਣ ਜੇ ਕੈਮਿਸਟ ਤੇ ਜਾਂਦੇ ਦੇਣ ਉਹ, ਤੇ ਕੈਮਿਸਟ ਨੇ ਕਹਿਣਾ ਸੀ ਨਹੀਂ ਵਿਕੀ ਹੋਈ ਚੀਜ਼ ਦੁਬਾਰਾ ਵਾਪਸ ਨਹੀਂ ਲੈਂਦੇ, ਕਿਉਂਕਿ ਉਹਨੂੰ 90,000 ਮੋੜਨਾ ਪੈਣਾ ਸੀ। ਹੁਣ ਉਹਨਾਂ ਨੇ ਕੀ ਕੀਤਾ, ਉਹ ਦਵਾਈਆਂ 90,000 ਦੀਆਂ ਮੋਦੀਖਾਨੇ ਵਾਲਿਆਂ ਨੂੰ ਦੇ ਦਿੱਤੀਆਂ। ਹੁਣ ਮੋਦੀਖਾਨੇ ਵਾਲਾ ਜਿਹੜਾ 15,000 ਦਾ ਪੈਕਟ ਆ ਉਹ 400 ਰੁਪਏ ਨੂੰ ਦੇ ਰਹੇ ਆ ਉਹਨਾਂ ਨੂੰ। ਜਿੰਨੀ ਕੁ ਉਹਨਾਂ ਨੂੰ ਆਪਣੇ ਖਰਚੇ ਦੀ ਜਾਂ ਲਾਗਤ ਦੀ ਜਾਂ ਜੋ ਵੀ ਆ ਉਹ ਉਹਨੇ ਦੇ ਵਿੱਚ ਦੇ ਰਹੇ ਆ, ਭਲਾ ਹੋ ਰਿਹਾ। ਪਰ ਜਿਹੜਾ ਇਹ ਡਰੱਗ ਮਾਫੀਆ ਆ, ਰਾਈਟ, ਸਭ ਤੋਂ ਡੇਂਜਰਸ ਦੁਨੀਆ ਦੇ ਵਿੱਚ ਇਹ ਜਿਹੜਾ ਇਹ ਡਰੱਗ ਮਾਫੀਆ ਹੈ ਨਾ, ਇਹ ਦਵਾਈਆਂ ਬਣਾਉਣ ਵਾਲਾ, ਇਹ ਹੀ ਖਤਰਨਾਕ ਆ। ਸੋ ਇੱਕ ਕਾਲ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਹਾਂਜੀ ਆ ਤੁਸੀਂ ਮੰਗੇ ਵੀ ਰਹੇ ਦਵਾਈਆਂ ਵਾਲੀ ਨਾ ਚੱਕਿਆ ਮੁੱਦਾ ਬਹੁਤ ਵਧੀਆ। ਮੈਂ ਤੁਹਾਡੇ ਕੋਲ ਕੀ ਦੱਸਦੀ ਆ। ਤੇ ਇੱਕ ਵਾਰੀ ਮੈਂ MRI ਕਰਵਾਉਣ ਗਈ ਜਲੰਧਰ ਦਿਖਾਉਣ, ਮੈਂ ਇੱਥੇ ਮੈਂ ਕਰਦੀ ਸੀ। ਤੇ ਇੱਕ ਸਾਡੇ ਪਿੰਡ ਦਾ ਮੁੰਡਾ ਡਾਕਟਰ ਸੀਗਾ, ਆਈ ਸਪੈਸ਼ਲਿਸਟ ਸੀਗਾ। ਮੈਂ ਕਿਹਾ ਭਾਜੀ ਮੇਰੀ ਲੈ ਲਿਓ। ਕਹਿੰਦਾ ਮੈਂ ਚੱਲ ਮੇਰੀ MRI ਲਿਖ ਦਿੰਦਾ ਭਾਬੀ, ਜਿੰਨੇ ਤੁਹਾਨੂੰ ਕਟੌਤੀ ਚ ਮਿਲ ਜੂਗੀ ਹਨਾ। ਉਹਨੇ ਮੈਨੂੰ ਆਪਣੇ ਚਿੱਠੀ ਲੈ ਕੇ ਦੇਤੀ। ਜਦੋਂ ਮੈਂ ਉੱਥੇ ਗਈ ਤਾਂ ਉਹਨਾਂ ਨੇ MRI ਦਾ ਮੈਨੂੰ 4000 ਰੁਪਏ ਦੱਸਿਆ ਸੀਗਾ। ਉਹਨੇ ਆਪਣਾ ਸਾਰਾ ਕੱਟ ਕਟਾ ਕੇ ਮੇਰੇ ਕੋਲ 2000 ਲਿਆ। ਦੇਖੋ ਜਿਹੜਾ ਵਿੱਚੋਂ ਉਹਦਾ ਕਮਿਸ਼ਨ ਸੀਗਾ 2000 ਉਹਨੇ ਉਹ ਕੱਟਿਆ, ਬਾਕੀ ਜਿਹੜਾ ਆਪਣਾ ਕਮਿਸ਼ਨ ਹੋਗਾ ਉਹ ਦੇਖ ਲਓ। ਬਿਲਕੁਲ ਜੀ, ਇੰਨੀ ਲੁੱਟ ਆ, ਅੱਧ ਤੋਂ ਵੱਧ ਲੁੱਟ ਉਹ ਆ ਹਨਾ। ਬਿਲਕੁਲ ਕਿਤੇ ਵੀ ਡਾਕਟਰ ਚਲੋ ਜਿੱਥੇ ਆਪ 50 ਰੁਪਏ ਪਰਚੀ, ਹੁਣ 300 ਰੁਪਏ 500 ਰੁਪਏ ਪਰਚੀ ਹੈ ਜੀ। ਮੈਂ ਇੰਡੀਆ ਗਈ, ਮੇਰੀ ਖੁਦ ਡਾਕਟਰ ਲੜਾਈ ਹੋ ਗਈ। ਮੈਂ ਰਾਤੀ ਚੈੱਕ ਕਰਾਉਣ ਗਈ ਗਲੇ ਦੀ, ਤਾਂ ਮੈਂ ਜੋ ਡਾਕਟਰ ਦਾ 2 ਵਜੇ ਹਸਪਤਾਲ ਬੰਦ ਕਰਦਾ, ਮੈਂ 2:05 ਪਹੁੰਚੀ। ਤੁਸੀਂ ਲੇਟ ਹੋ ਗਏ ਥੋੜਾ ਜਿਹਾ। ਜੋ ਕੁੜੀ ਮੈਨੂੰ ਕਹਿੰਦੀ ਵੀ ਡਾਕਟਰ ਉਹਨਾਂ ਨੇ ਜੇ ਚੈੱਕ ਤਾਂ ਕਰਨਗੇ, ਪਰ ਤੁਹਾਡੀ ਪਰਚੀ 300 ਦੀ ਜਗ੍ਹਾ 500 ਲੱਗੂ। ਮੈਂ ਕਿਹਾ ਵੀ ਗੱਲ ਕੀ, ਤੁਸੀਂ 5 ਮਿੰਟ ਲੇਟ ਆਏ ਆ। 5 ਮਿੰਟ ਲੇਟ ਕਰਕੇ 300 ਰੁਪਏ ਟੈਕਸ ਹੋ ਰਹੀ ਹੈ। ਜਦ ਮੈਂ ਕਿਹਾ ਮੇਰੀ ਪਰਚੀ ਕੱਟ, ਮੇਰਾ ਬੇਟਾ ਨਾਲ ਸੀ। ਜਦੋਂ ਅੰਦਰ ਗਈ ਨਾ ਡਾਕਟਰ ਨੂੰ ਮੈਂ ਦਿਖਾ ਲਿਆ, ਪ੍ਰਾਈਵੇਟ ਹਸਪਤਾਲ ਸੀਗਾ। ਉਹ ਮੈਂ ਚੈੱਕ ਕਰ ਲੱਗ ਪਏ। ਮੈਂ ਚੈੱਕ ਕਰਕੇ ਪੁੱਛਿਆ ਡਾਕਟਰ ਸਾਹਿਬ ਦੱਸੋ ਮੈਨੂੰ ਬਿਮਾਰੀ ਕੀ ਹੈ। ਕਹਿੰਦਾ ਬਿਮਾਰੀ ਕੋਈ ਨਹੀਂ। ਉਹ ਮੈਨੂੰ ਮੈਡੀਸਨ ਲਿਖਣ ਲੱਗ ਪਿਆ। 5 ਲੱਗ ਗਿਆ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਮੈਨੂੰ ਮੈਡੀਸਨ ਤੇ ਕਾਹਦੀ ਲਿਖ ਕੇ ਦਿੰਦੇ ਆ? ਤੂੰ ਬਸ ਕਹਿੰਦੇ ਤੇ ਫਿਰ ਗਲੇ ਲੱਗ ਗਈ, ਬਿਮਾਰੀ ਕੋਈ ਨਹੀਂ, ਤਾਂ ਮੈਨੂੰ ਮੈਡੀਸਨ ਕਾਹਦੀ ਲਿਖ ਕੇ ਦਿੰਦੇ ਆ? ਮੈਨੂੰ ਪਤਾ ਕੀ ਮੇਰੇ ਬੜਾ ਬੋਲਿਆ ਸਿਆਣਾ ਪਿਆ। ਕਹਿੰਦਾ ਡਾਕਟਰ ਤੋਂ ਆ ਕਿ ਮੈਂ ਮੈਨੂੰ ਪੜ ਕੇ ਕਰ ਮੈਂ ਕਰਦਾ ਮੈਂ ਪੇਸ਼ੈਂਟ, ਤੁਸੀਂ ਡਾਕਟਰ ਪਰ ਡਾਕਟਰ ਨਹੀਂ ਬੋਲੀ ਬੋਲੀ ਯਾਰ ਇਹ ਸਾਡੀ ਬੋਲੀ ਨਹੀਂ ਹੈਗੀ। ਜਦ ਕੋਈ ਬਿਮਾਰੀ ਤੁਸੀਂ 6-7 ਮਿੰਟ ਮੈਡੀਸਨ ਲੈਣੀ ਆ, ਜਦੋਂ ਕਿ ਉਹ ਦਵਾਈਆਂ ਉਹਦੇ ਹਸਪਤਾਲ ਦੇ ਵਿੱਚੋਂ ਹੀ ਲੈਣੀਆਂ ਸੀ। ਪਤਾ ਨਹੀਂ ਉਹਦੀ ਕਿੰਨੀ ਕਮਿਸ਼ਨ ਸੀ ਉਹਦੇ। ਬਿਲਕੁਲ ਬਿਲਕੁਲ ਜੀ, ਧੰਨਵਾਦ ਤੁਸੀਂ ਕਾਲ ਕੀਤੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਜੀ, ਧੰਨਵਾਦ। ਤੇ ਮੈਂ ਜੀ ਉਹਨਾਂ ਨੇ ਪਤਾ ਕੀ ਕੀਤਾ, 200 ਰੁਪਏ ਪਰਚੀ ਦਾ ਕੱਢ ਕੇ ਮੈਂ 300 ਰੁਪਏ ਵੋਟ ਬਾਹਰ ਆਈ। ਮੇਰਾ ਬੇਟਾ ਕਹਿੰਦਾ ਥੋੜੀ ਸ਼ਾਮ ਚੱਲੇ ਮੈਂ ਕੀ ਸੋਚਿਆ ਡਾਕਟਰ ਦਾ ਪੈਸੇ ਨੂੰ ਵੋਟ ਨਹੀਂ ਆਈ। ਸਹੀ ਗੱਲ ਆ, ਨਹੀਂ ਤਾਂ ਉੱਥੋਂ ਦਾ ਬੰਦਾ ਗਿਆ ਨਹੀਂ ਮੁੜ ਕੇ ਆਉਂਦਾ ਜੀ। ਹਾਂਜੀ ਹਾਂਜੀ, ਮੈਂ ਅਸਲੀਅਤ ਦੱਸੀ ਤੁਹਾਨੂੰ ਵੀ ਇੰਨੀ ਲੁੱਟ ਮੱਚੀ ਹੈ। ਹਾਂਜੀ ਹਾਂਜੀ ਬਿਲਕੁਲ ਜੀ, ਧੰਨਵਾਦ। ਥੈਂਕ ਯੂ ਜੀ ਤੁਹਾਡੀ ਕਾਲ ਦਾ, ਥੈਂਕ ਯੂ। ਔਰ ਜੌਲ ਸਾਹਿਬ ਇੱਕ ਗੱਲ ਹੋਰ ਮੈਂ ਦੱਸ ਦਿਆਂ, ਹਾਂਜੀ ਇਹ ਕੰਮ ਇੱਥੇ ਵੀ ਚੱਲਦਾ। ਇਹ ਹੁਣ ਗੱਲ ਚੱਲੀ ਆ ਨਾ, ਮੈਂ ਕੈਨੇਡਾ ਦੀ ਗੱਲ ਤੁਹਾਨੂੰ ਦੱਸ ਦਿੰਦਾ ਆ ਕਿ ਜਿਹੜੇ ਤੁਹਾਨੂੰ ਟੈਸਟ ਦਿੱਤੇ ਜਾਂਦੇ ਆ ਨਾ ਕਰਵਾਉਣ ਨੂੰ, ਤੁਹਾਡਾ MRI ਟੈਸਟ ਹੋ ਗਿਆ, ਹਾਰਟ ਟੈਸਟ ਹੋ ਗਿਆ, ਜਾਂ ਜਿਹੜੀਆਂ ਛੋਟੀਆਂ ਹੁਣ ਜਿਹੜੀਆਂ ਟੈਸਟਿੰਗ ਸੈਂਟਰ ਖੁੱਲ੍ਹੇ ਹੋ ਨਾ ਉਹਨਾਂ ਦੇ ਵਿੱਚ, ਉਹ ਵੀ ਆਮ ਕਈ ਪ੍ਰਾਈਵੇਟ ਖੋਲ੍ਹੇ ਹੋਏ ਨੇ। ਔਰ ਤੁਹਾਨੂੰ ਜੇ ਉਹਨਾਂ ਦੀ ਵੀ ਸਾਰੀ ਡਾਕਟਰਾਂ ਦੇ ਨਾਲ ਇੱਕ ਦੂਜੇ ਦੇ ਨਾਲ ਸਾਂਠਗਾਂਠ ਆ, ਔਰ ਫਾਰਮੇਸੀਆਂ ਦੀ ਵੀ ਇੱਕ ਦੂਜੇ ਦੇ ਨਾਲ ਸਾਂਠਗਾਂਠ ਆ। ਸਾਰਾ ਕੁਛ ਜਿਹੜਾ ਹੈ ਜੀ, ਇਹ ਮੈਂ ਤੁਹਾਨੂੰ ਦੱਸਿਆ ਵੀ ਇਹ ਇੱਕ ਇਹੋ ਜਿਹਾ ਕਹਿ ਲਓ ਵੀ ਇਹ ਗੁੰਝਲਦਾਰ ਹੈ ਨਾ ਇਹ ਕਹਾਣੀ ਆ। ਇਹਦੀ ਤੁਹਾਨੂੰ ਸਮਝ ਹੀ ਨਹੀਂ ਪੈਂਦੀ ਜਿੰਨਾ ਇਹਨੂੰ, ਕਿਉਂਕਿ ਅਸੀਂ ਮਜਬੂਰ ਹੁੰਦੇ ਆ, ਲੋੜਵੰਦ ਹੁੰਦੇ ਆ। ਔਰ ਤੁਸੀਂ ਇਹ ਦੇਖੋ ਕਿ ਇੱਥੇ ਮੈਡੀਕਲ ਜਿਹੜਾ ਆ ਉਹ ਆਪਾਂ ਕਹਿੰਦੇ ਆ ਵੀ ਠੀਕ ਆ, ਡਾਕਟਰ ਦਾ ਵਿਜ਼ਿਟ ਫ੍ਰੀ ਆ। ਡਾਕਟਰ ਦੇ ਵਿਜ਼ਿਟ ਤੋਂ ਬਾਅਦ ਕੁਝ ਇੱਕ ਚੀਜ਼ਾਂ ਜਿਹੜੀਆਂ ਆ ਉਹ ਫ੍ਰੀ ਆ। ਉਹ ਤੋਂ ਬਾਅਦ ਜਿਹੜੀ ਦਵਾਈ ਆ ਜਿਹੜੀ ਉਹ ਸਾਰੀ ਦੀ ਸਾਰੀ ਮੁੱਲ ਦੀ ਆ। ਹਾਂਜੀ, ਹੁਣ ਤੁਸੀਂ ਦਵਾਈ ਜਿਹੜੀ ਆ ਜਾਂ ਤਾਂ ਦਵਾਈ ਨਹੀਂ ਲਓਗੇ ਤੇ ਜਾਂ ਫਿਰ ਜਿੱਥੇ ਕਿਤੇ ਵੀ ਟੀਕਾ ਲਾਉਂਦੇ ਆ ਜੀ, ਹਟਦੇ ਨਹੀਂਗੇ। ਦੇਖੋ ਜਿੱਥੇ ਵੀ ਆਪਣੇ ਪਹੁੰਚੇ ਆ ਨਾ, ਉਹ ਕੋਈ ਨਾ ਕੋਈ ਮੰਗਾ ਭਾਜੀ ਰਾਹ ਜਿਹੜਾ ਕੱਢ ਹੀ ਲੈਂਦੇ ਆ ਜੀ, ਇਹ ਨਹੀਂ ਹਟਦੇ। ਪਰ ਇੱਕ ਦੋ ਜਿਹੜੀਆਂ ਜੀ ਦੁਖਦਾਈ ਖਬਰਾਂ ਸੀਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਦਈਏ ਕਿ ਉੱਘੇ ਪੰਜਾਬੀ ਗਾਇਕ ਤੇ ਗੀਤਕਾਰ ਤੇ ਪੰਜਾਬੀ ਫਿਲਮਾਂ ਦੇ ਹੀਰੋ ਵੀ ਆ ਚੁੱਕੇ ਨੇ, ਅੰਮ੍ਰਿਤ ਮਾਨ। ਅੰਮ੍ਰਿਤ ਮਾਨ ਉਹਨਾਂ ਦੀ ਜਿਹੜੀ ਜੀ ਮਾਤਾ ਜੀ ਦਾ ਪਰਸੋਂ ਜਿਹੜਾ ਦੇਹਾਂਤ ਹੋ ਗਿਆ ਜੀ। ਸਾਡੀ ਸਮੁੱਚੀ ਟੀਮ ਜਿਹੜੀ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਵਿਜ਼ਨ ਪੰਜਾਬ TV ਤੇ ਰੇਡੀਓ ਇੰਤਜ਼ਾਰ ਦੀ ਟੀਮ ਜਿਹੜੀ ਹੈ ਜੀ, ਇਹਨਾਂ ਦੇ ਨਾਲ ਦੁੱਖ ਦੇ ਵਿੱਚ ਸਹਾਈ ਹੁੰਦੀ ਹੈ ਜੀ, ਅੰਮ੍ਰਿਤ ਮਾਨ ਉਹਨਾਂ ਦੇ ਨਾਲ। ਤੇ ਦੂਸਰਾ ਮੰਗਾ ਭਾਜੀ ਇੱਕ PTC ਦਾ ਜੀ ਪੱਤਰਕਾਰ ਸੀਗੇ ਜੀ, ਦਵਿੰਦਰਪਾਲ ਸਿੰਘ। ਬਿਲਕੁਲ ਜੀ, ਕਿਉਂਕਿ ਦਵਿੰਦਰਪਾਲ ਸਿੰਘ ਹੁਣੀ ਵੀ ਜਿਹੜੇ ਆ ਆਪਾਂ ਨੂੰ ਜਿਵੇਂ ਪਤਾ ਹੈ ਕਿ ਬਹੁਤ ਹੀ ਵਧੀਆ ਜਿਹੜੇ ਪੱਤਰਕਾਰ ਸੀ, ਔਰ ਕਾਫੀ ਸਮੇਂ ਤੋਂ ਜਿਹੜਾ ਆ ਉਹ ਕਿਡਨੀ ਦੀ ਜਿਹੜੀ ਆ ਪ੍ਰੋਬਲਮ ਦੇ ਨਾਲ ਜਿਹੜਾ ਜੀ ਜੂਝ ਰਹੇ ਸੀਗੇ, ਔਰ ਵਧੀਆ ਇਨਸਾਨ ਸੀ। ਵਧੀਆ ਇਨਸਾਨ ਹੋਣ ਦੇ ਨਾਲ ਦੇਖੋ ਮੰਗਾ ਭਾਜੀ, ਔਰ ਪਿਛਲੇ ਥੋੜੀ ਕੁ ਦੇਰ ਪਹਿਲਾਂ ਹੀ ਜਿੱਦਾਂ ਜੀ ਇਹਨਾਂ ਦੇ ਪਿਤਾ ਜੀ ਨੇ ਆਪਣੀ ਕਿਡਨੀ ਦਿੱਤੀ ਸੀ ਇਹਨਾਂ ਨੂੰ, ਤੇ ਉਹ ਕਿਡਨੀ ਜਿਹੜੀ ਆ ਕਾਫੀ ਦੇਰ ਠੀਕ ਠਾਕ ਰਹੇ ਆ। ਪਰ ਪਿਛਲੇ ਤਕਰੀਬਨ 1.5-2 ਸਾਲ ਤੋਂ ਇਹ ਭਾਜੀ ਹੁਣੀ ਇੰਡੀਆ ਹੀ ਸੀਗੇ। ਇੰਡੀਆ ਚੰਡੀਗੜ੍ਹ ਇਹਨਾਂ ਦਾ ਇਲਾਜ ਚੱਲਦਾ ਸੀਗਾ। ਹੁਣ ਖਬਰ ਤਾਂ ਵਿੱਚੋਂ ਇਹ ਵੀ ਆ ਰਹੀ ਆ ਕਿ ਇਹਨਾਂ ਨੂੰ
ਥੋੜਾ ਬਹੁਤਾ ਫਲੂ ਵਗੈਰਾ ਹੋਇਆ ਜਾਂ ਤਾਂ ਕੋਵਿਡ-19 ਦਾ ਅਟੈਕ ਹੋ ਗਿਆ ਇਹਨਾਂ ਦੀ ਕਿਡਨੀ ਤੇ, ਜਦੋਂ ਇੱਕ ਕਿਡਨੀ ਤੁਹਾਡੀ ਕੰਮ ਨਹੀਂ ਨਾ ਕਰਦੀ ਮੰਗਾ ਭਾਜੀ, ਤੁਸੀਂ ਸਿੱਕ ਬਹੁਤ ਛੇਤੀ ਹੁੰਦੇ ਆ। ਬਿਲਕੁਲ ਹਾਂਜੀ। ਤੇ ਮਾੜਾ ਮੋਟਾ ਵੀ ਫਲੂ ਹੋਇਆ ਤੇ ਉਹ ਕਾਫੀ ਹੈਵੀ ਹੋ ਜਾਂਦਾ ਹੈ। ਤੇ ਹੁਣ ਕੱਲ ਸਵੇਰੇ ਜੀ 4 ਵਜੇ ਜਿਹੜੇ ਆ ਇਸ ਫਾਨੀ ਜਹਾਨ ਨੂੰ ਜਿਹੜਾ ਜੀ ਛੱਡ ਕੇ ਚਲੇ ਗਏ ਆ ਦਵਿੰਦਰਪਾਲ ਸਿੰਘ ਹੁਣੀ, ਔਰ ਪੀਟੀਸੀ ਚੈਨਲ ਦੇ ਬੜੇ ਉੱਘੇ ਪੱਤਰਕਾਰ ਸੀਗੇ। ਤਾਂ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਜੀ ਨਿਊਯਾਰਕ ਪੀਟੀਸੀ ਦੇ ਨਾਲ ਜਿਹੜਾ ਕੰਮ ਕਰਦੇ ਸੀ ਤੇ ਅਮਰੀਕਾ ਦੇ ਵਿੱਚ ਜਿਹੜਾ ਜੀ ਇਹ ਨਿਊਯਾਰਕ 'ਚ ਸੇਵਾਵਾਂ ਜਿੱਤੇ ਨਿਭਾ ਰਹੇ ਸੀ, ਔਰ ਇਸ ਚੈਨਲ ਦੇ ਜਿਹੜੇ ਫਾਊਂਡਰ ਵੀ ਸਨ ਜੀ ਇਹ ਨਿਊਯਾਰਕ ਦੇ ਵਿੱਚ। ਔਰ ਕਾਫੀ ਦੇਰ ਦੇ ਜਿਹੜਾ ਪੀਟੀਸੀ ਨਾਲ ਬੰਦਾ ਜੁੜਿਆ ਹੈ ਆਟੋਮੈਟਿਕਲੀ ਉਹਨਾਂ ਨੂੰ ਕਾਫੀ ਦੁਨੀਆ ਜਾਣਦੀ ਸੀ, ਵਧੀਆ ਇੱਕ ਪੱਤਰਕਾਰ ਸੀ। ਔਰ ਇਹਨਾਂ ਦੀ ਜਿਹੜੀ ਜੀ ਵਿਛੜੀ ਹੋਈ ਰੂਹ ਨੂੰ ਵੀ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਣ। ਔਰ ਇੱਕ ਵਾਰੀ ਫਿਰ ਵਿਜ਼ਨ ਪੰਜਾਬ ਟੀਵੀ ਦੀ ਪੂਰੀ ਸਮੁੱਚੀ ਟੀਮ ਤੇ ਰੇਡੀਓ ਇੰਤਜ਼ਾਰ ਦੀ ਸਮੁੱਚੀ ਟੀਮ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪੂਰੇ ਪਰਿਵਾਰ ਦੇ ਨਾਲ ਜਿਹੜੀ ਜੀ ਸ਼ਰੀਕ ਹੁੰਦੀ ਆ। ਬਿਲਕੁਲ ਜੀ, ਨਾਲ ਦੀ ਨਾਲ ਦੱਸ ਦਈਏ ਕਿ ਇੱਕ ਪਿਛੇ ਜਿਹੇ ਦਿਨਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਪਤੰਜਲੀ ਬਾਬਾ ਰਾਮਦੇਵ ਦਾ ਜਿਹੜਾ ਉਹ ਪ੍ਰੋਡਕਟ ਆ, ਔਰ ਉਹਨਾਂ ਵੱਲੋਂ ਇੱਕ ਕਰੋਨਾ ਨਾਲ ਨਜਿੱਠਣ ਦੇ ਲਈ ਇੱਕ ਦਵਾਈ ਤਿਆਰ ਕਰ ਦਿੱਤੀ ਗਈ ਸੀ। ਫਿਰ ਇੱਕ ਉਹਨਾਂ ਦੇ ਉੱਤੇ ਕੇਸ ਹੋ ਗਿਆ, ਰਾਜਸਥਾਨ ਸਰਕਾਰ ਵੱਲੋਂ ਵੀ ਰੋਕ ਲਾ ਦਿੱਤੀ ਗਈ ਸੀ ਤੇ ਜਿਹੜੀ ਆ ਉੱਤਰਾਖੰਡ ਦੀ ਸਰਕਾਰ ਆ ਉਹਨਾਂ ਵੱਲੋਂ ਵੀ ਜਿਹੜੀ ਆ ਉਹ ਰੋਕ ਲਾ ਦਿੱਤੀ ਗਈ ਸੀ। ਪਰ ਅੱਜ ਫਿਰ ਇੱਕਦਮ ਰਾਮਦੇਵ ਉਹਨਾਂ ਨੇ ਜਿਹੜਾ ਜੀ ਆਪਣਾ ਪਾਸਾ ਪਲਟ ਲਿਆ, ਕਿਉਂਕਿ ਆਪਾਂ ਨੂੰ ਪਤਾ ਆ ਕਿ ਉਹ ਮੌਕਾ ਆਉਣ ਦੇ ਉੱਤੇ ਸਲਵਾਰ ਪਾ ਕੇ ਵੀ ਜਨਾਨੀ ਬਣ ਕੇ ਵੀ ਨਿਕਲ ਸਕਦੇ ਆ। ਸੋ ਇੱਕ ਕਾਲ ਆ ਜੀ, ਇਹ ਕਾਲ ਆਪਾਂ ਪਹਿਲਾਂ ਲੈਂਦੇ ਆ ਤੇ ਫਿਰ ਆਪਾਂ ਜਿਹੜੀ ਅੱਗੇ ਗੱਲਬਾਤ ਕਰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਲੱਗਦਾ ਕਿ ਜੇ ਮੈਂ ਗਲਤ ਨਹੀਂ ਆ ਤੇ ਆਵਾਜ਼ ਜਿਹੜੀ ਆ ਇਹ ਅਵੀ ਦੀ ਆ ਨਾ? ਬਿਲਕੁਲ ਜੀ, ਬਿਲਕੁਲ। ਮੈਨੂੰ ਲੱਗਾ ਮੈਂ ਕਿਹਾ ਆਵਾਜ਼ ਅਵੀ ਜਸਵਾਲ ਦੀ ਆ। ਹਾਂਜੀ, ਮੈਂ ਕਿ ਆਪਣੇ ਵੀਰ ਦੀਆਂ ਗੱਲਾਂ ਸੁਣ ਰਹੇ ਹਾਂ, ਚਲੋ ਫੋਨ ਹੀ ਕਰਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਹਾਡਾ ਆਪਣਾ ਚੈਨਲ ਆ, ਜਦੋਂ ਮਰਜੀ ਐਨੀ ਟਾਈਮ ਤੁਹਾਨੂੰ ਦੱਸਿਆ ਕਾਲ ਕਰੋ। ਸਾਡੇ ਮੇਰੀ ਛੋਟੀ ਭੈਣ ਆਈ ਕੈਲਗਰੀ ਤੋਂ ਸਾਡੇ ਨਾਲ ਜੁੜੇ। ਕੀ ਕਹਿਣਾ ਚਾਹੁੰਦੀ ਆ ਵੀ? ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜਿੰਨੇ ਭਾਜੀ ਸਾਡਾ, ਤੇ ਦੋਨਾਂ ਦੀਆਂ ਗੱਲਾਂ ਮੈਨੂੰ ਪਤਾ ਨਹੀਂ ਸੀ ਸਾਡਾ ਵੀਰ ਇੰਨਾ ਵਧੀਆ ਗੱਲਾਂ ਕਰਦਾ। ਥੋੜੇ ਦਿਨਾਂ ਤੋਂ ਤੁਹਾਨੂੰ ਸੁਣਨ ਲੱਗਿਆ, ਰੇਡੀਓ ਦਾ ਕਰਦੇ ਆ ਜਾਂ ਇਹ ਟੀਵੀ ਵਾਲਾ, ਤੇ ਬਹੁਤ ਵਧੀਆ ਲੱਗਦਾ। ਨਹੀਂ, ਥੈਂਕ ਯੂ। ਕੋਸ਼ਿਸ਼ ਕਰੀਦੀ ਆ, ਉਹ ਪੁਰਾਣੀ ਜਿਹੜੀ ਹੈ ਨਾ ਅਭੀ ਪੜ੍ਹਾਈ ਕੀਤੀ ਉਹ ਆ ਕਿਤੇ ਨਾ ਕਿਤੇ ਕੰਮ ਆ ਗਈ ਆ। ਬਿਲਕੁਲ ਬਿਲਕੁਲ, ਜੋ ਪੜ੍ਹਾਈ ਤੇ ਚਲੋ ਕੰਮ ਆਉਂਦੀ ਆ, ਜੋ ਮਾਂ ਬਾਪ ਨੇ ਸੰਸਕਾਰ ਦਿੱਤੇ ਆ। ਬਿਲਕੁਲ ਬਿਲਕੁਲ, ਸਭ ਤੋਂ ਜ਼ਿਆਦਾ ਉਹ ਕੰਮ ਆਉਂਦੇ ਆ। ਤੇ ਸਾਡਾ ਹੁੰਦਾ ਇਹ ਜਿੱਦਾਂ ਅਸੀਂ ਵੀਕ 'ਚ 3 ਵਾਰੀ ਤੇ ਟੀਵੀ ਤੇ ਹੁੰਦੇ ਆ, ਤੇ ਫਿਰ ਸੈਟਰਡੇ ਸੰਡੇ ਜਿੱਦਾਂ ਉੱਥੇ ਰੇਡੀਓ ਤੇ ਨਾਲ ਟੀਵੀ ਤੇ ਹੁੰਦੇ ਆ। ਕਾਲ ਕਰਿਆ ਕਰੋ ਜ਼ਰੂਰ। ਹਾਂਜੀ ਹਾਂਜੀ, ਬਿਲਕੁਲ ਜ਼ਰੂਰ। ਕਿਉਂਕਿ ਤੁਸੀਂ ਵੀ ਇਸ ਫੀਲਡ ਦੇ ਵਿੱਚ ਕੈਲਗਰੀ ਆ, ਤੇ ਜ਼ਰੂਰ ਕਾਲ ਕਰਿਆ ਕਰੋ। ਹਾਂਜੀ ਹਾਂਜੀ, ਬਿਲਕੁਲ। ਓਕੇ, ਵਧੀਆ ਲੱਗਾ ਤੁਹਾਡਾ ਪ੍ਰੋਗਰਾਮ। ਥੈਂਕ ਯੂ ਥੈਂਕ ਯੂ ਜੀ। ਔਰ ਇੱਕ ਦੋਸਤੋ ਟਾਈਮ ਵੀ ਭੱਜਿਆ ਹੀ ਜਾ ਰਿਹਾ। ਇੱਕ ਜਾਣ ਤੋਂ ਪਹਿਲਾਂ ਜੀ ਇੱਕ ਜਿੱਦਾਂ ਅਸੀਂ ਪ੍ਰੋਗਰਾਮ ਦੇ ਸਟਾਰਟਿੰਗ ਵਿੱਚ ਰੱਖਿਆ ਸੀ ਕਿ ਕਿਸੇ ਨੂੰ ਭੁਲੇਖਾ ਨਾ ਰਹੇ, ਇਹ ਖਬਰ ਵੀ ਇੱਕ ਸਾਂਝੀ ਕਰਦੀ ਹੈ ਕਿ ਭੁਲੇਖਾ ਨਾ ਰਹੇ ਕਿਸੇ ਨੂੰ ਕਿ ਕੈਨੇਡਾ ਵਿੱਚ ਪੁਲਿਸ ਤੇ ਜੱਜਾਂ ਵੱਲੋਂ ਖਰੂਦ ਕਰਨ ਵਾਲੇ ਡਰਾਈਵਰਾਂ ਨਾਲ ਢਿੱਲ ਵਰਤੀ ਜਾਂਦੀ ਹੈ। ਅਦਾਲਤੀ ਸਿਸਟਮ ਦੀ ਦੌੜ ਥੱਲੇ ਆਏ ਹਰੇਕ ਖਰੂਦੀ ਡਰਾਈਵਰ ਨੂੰ ਕਹਿੰਦੇ ਹਰੇਕ ਡਰਾਈਵਰ ਦੀ ਜਿਹੜੀ ਚਮੜੀ ਦੀ ਰਣੀ ਜਿਹੜੀ ਆ ਉਹ ਸਟਾਰਟਿੰਗ ਹੋਵੇਗੀ ਅਗਲੀ ਵੀਕ ਤੋਂ, ਤੇ ਭੁਲੇਖਾ ਬਹੁਤ ਜਲਦੀ ਜਿਹੜਾ ਜੀ ਦੂਰ ਹੋਵੇਗਾ ਜਦੋਂ ਹੁਣ ਕੋਰਟਾਂ ਦੀਆਂ ਡੇਟਾਂ ਪੈਣਗੀਆਂ। ਕਾਬੂ ਆਏ ਡਰਾਈਵਰ ਨੂੰ ਕਈ ਸਾਲਾਂ ਤੱਕ ਜਿਹੜਾ ਜੀ ਖੱਜਲ ਖੁਆਰ ਹੁੰਦਿਆਂ ਜੁਰਮਾਨਾ, ਫੀਸਾਂ, ਮਹਿੰਗੀਆਂ ਇੰਸ਼ੋਰੈਂਸਾਂ ਵਗੈਰਾ ਥੱਲੇ ਆਉਣਾ ਜਿਹੜਾ ਸਟਾਰਟਿੰਗ ਹੋਵੇਗਾ ਅਗਲੀਆਂ ਕੁਝ ਵੀਕਾਂ ਤੋਂ। 2 ਡਰਾਈਵਰ ਜਿਹੜੇ ਆ ਦੋਸਤੋ, ਮੰਗਾ ਭਾਜੀ ਇੱਕ ਚੀਜ਼ ਹੋਰ ਜਿਹੜੀ ਆ ਜੀ ਕਿ ਜਿਹੜੇ ਸੂਬੇਦਾਰ ਸਾਹਿਬ ਸੀਗੇ ਨਾ, ਇਹ ਇਕੱਲੇ ਨਹੀਂ ਪੁਲਿਸ ਦੇ ਡਿੱਕੇ ਆਏ, ਇੱਕ ਗੱਡੀ ਹੋਰ ਵੀ ਸੀਗੀ। ਓਕੇ, ਹਾਂਜੀ, ਇੱਕ ਗੱਡੀ, ਹਾਂ, ਇੱਕ ਚੀਕਾਂ ਕਢਾਉਂਦੀ ਆ। ਹਾਂ, ਜਿਹੜੀਆਂ ਪਹਿਲੀ ਗੱਡੀ ਨੇ ਚੀਕਾਂ ਕਢਾਈਆਂ ਤੇ ਸੂਬੇਦਾਰ ਸਾਹਿਬ ਦੇ ਨਾਲ ਦੇ 2 ਜਣਿਆਂ ਨੇ ਜਾ ਕੇ ਦੇਖਿਆ ਤੇ ਸੂਬੇਦਾਰ ਉਹਨਾਂ ਨੂੰ ਫਿਰ ਚਾਬੀ ਦਿੱਤੀ ਜੀ। ਅੱਛਾ ਵੀ ਉਹ ਦੇਖ ਕੀ ਕਰਦਾ, ਤੂੰ ਵੀ ਕੱਢ। ਪਰ ਮੈਂ ਹੈਰਾਨ ਆ ਮੰਗਾ ਭਾਜੀ ਕਿ ਕਿਹੜੀ ਗੱਡੀ ਸੀਗੀ ਕਿ ਕਿੱਦਾਂ ਉੱਥੋਂ ਇੱਥੇ ਤੱਕ ਪੂਰੀ ਦੀ ਪੂਰੀ ਜ਼ਮੀਨ ਕਾਲੀ ਕਰ ਦਿੱਤੀ, ਔਰ ਗੱਡੀ ਦਾ ਜਿਹੜਾ ਪਿਛਲਾ ਇਦਾਂ ਹਿੱਸਾ ਸੀ ਉਹਦੇ ਵਿੱਚੋਂ ਅੱਗ ਨਿਕਲੀ ਸੀ ਭਾਜੀ। ਬਿਲਕੁਲ ਜੀ, ਤੇ ਨਾਲ ਦੀ ਨਾਲ ਸਾਡਾ ਟਾਈਮ ਵੀ ਜਿਹੜਾ ਜੀ ਕੰਪਲੀਟ ਹੋ ਰਿਹਾ ਜਾ ਰਿਹਾ ਹੈ ਛਲੱਪੇ ਮਾਰਦਾ। ਸਾਂਝੀ ਕਰ ਦਈਏ ਇੱਕ ਸ਼ੈਡਨ ਪਲਾਜ਼ੇ ਦੇ ਵਿੱਚ ਹੋਰ ਜਿਹੜੀ ਆ ਕੱਲ ਉਹਨਾਂ ਨੂੰ ਪਹਿਲਾਂ ਸੂਬੇਦਾਰ ਗੈਂਗ ਆਇਆ ਸੀ, ਹੁਣ ਕਹਿੰਦੇ ਹੌਲਦਾਰ ਗੈਂਗ ਆ ਗਿਆ। ਫਿਰ ਕਹਿੰਦੇ ਹੌਲੀ ਹੌਲੀ ਜਿਹੜੀ ਆ ਜੀ ਥੱਲੇ ਚਪੜਾਸੀਆਂ ਤੱਕ ਗੱਲ ਜਾਣੀ ਆ, ਪਰ ਛੱਡਣੇ ਕਹਿੰਦੇ ਕੋਈ ਨਹੀਂ। ਹਾਂਜੀ, ਸਭ ਫੜੇ ਜਾਣਗੇ। ਤੇ ਮੰਗਾ ਭਾਜੀ ਇੱਕ ਹੋਰ ਜਿਹੜਾ ਜੀ ਆਪਣੇ ਅਮਰੀਕਾ ਵਿੱਚ ਕਹਿੰਦੇ ਜੀ ਰੋਜ਼ਾਨਾ 1 ਲੱਖ ਕਰੋਨਾ ਦੇ ਕੇਸ ਜਿਹੜੇ ਆਉਣ ਵਾਲੇ ਦਿਨਾਂ ਵਿੱਚ ਹੋ ਸਕਦੇ ਆ, ਕਿ ਜਾਣ ਤੋਂ ਪਹਿਲਾਂ ਕਹਿੰਦੇ ਹੋ ਸਕਦਾ ਕੋਈ ਆਪਣਾ ਕੋਈ ਨਵਾਂ ਰੰਗ ਦਿਖਾਵੇ
COVID-19 ਤੇ ਤੁਸੀਂ ਜੋ ਤੋਂ ਪਲੀਜ਼ ਜਿਹੜਾ ਜੀ ਸਾਵਧਾਨ ਰਹੋ ਕਿ ਹਜੇ ਇਹਨੂੰ ਸੌਫਟਲੀ ਨਾ ਲਿਓ ਕੋਈ ਵੀ ਜਿਹੜੀ ਇਹਨਾਂ ਦੀ ਗੱਲਬਾਤ ਆ। ਤੇ ਆਂਧਰਾ ਪ੍ਰਦੇਸ਼ ਦੇ ਇੱਕ ਪਿੰਡ ਦੇ ਵਿੱਚ ਜਿਹੜੀ ਜੀ ਇੱਕ ਪ੍ਰੈਗਨੈਂਟ ਔਰਤ ਦੀ ਜਿਹੜੀ ਜੀ ਮੌਤ ਹੋਈ ਤੇ ਗਰਭਵਤੀ ਦੀ ਜੀ। ਤਾਂ ਪਿੰਡ ਦਾ ਜਿਹੜਾ ਸਰਪੰਚ ਸੀ ਉਹਨੇ ਜੀ ਪਿੰਡ ਦੇ ਵਿੱਚ ਉਹਦਾ ਸੰਸਕਾਰ ਨਹੀਂ ਹੋਣ ਦਿੱਤਾ ਮੰਗਾ ਭਾਜੀ ਕਿ ਵੈਸੇ ਉਹਦੀ ਮੌਤ ਹੋਈ ਹੈ ਨਾਰਮਲ ਤੇ ਉਹ ਜਿਹੜੀ ਅੱਜ ਕੱਲ੍ਹ ਹਰ ਚੀਜ਼ ਜਿਹੜੀ ਜੀ COVID-19 ਦੇ ਨਾਲ ਜੋੜ ਦਿੱਤੀ ਜਾਂਦੀ ਹੈ ਤੇ ਹਾਂਜੀ ਪਰ ਬੜਾ ਲੋਕਾਂ ਵੱਲੋਂ ਜੀ ਜਿਹੜੀ ਇਹਦੀ ਨਿੰਦਿਆ ਕੀਤੀ ਜਾ ਰਹੀ ਹੈ ਆਂਧਰਾ ਪ੍ਰਦੇਸ਼ ਦੇ ਇਸ ਸਰਪੰਚ ਦੀ। ਤੇ ਹੋਰ ਇੱਕ ਜਿਹੜੀ ਜੀ ਮਹਾਮਾਰੀ ਦਾ ਕਹਿੰਦੇ ਸਭ ਤੋਂ ਬੁਰਾ ਦੌਰ ਹਜੇ ਆਉਣਾ ਬਾਕੀ ਆ। WHO ਦਾ ਮੁਖੀ ਦਾ ਅੱਜ ਜਿਹੜਾ ਇਹ ਬਿਆਨ ਆਇਆ ਕਿ ਜਿਹੜਾ ਜੀ ਮਹਾਮਾਰੀ ਦਾ ਸਭ ਤੋਂ ਜਿਹੜਾ ਜੀ ਬੁਰਾ ਦੌਰ ਅਜੇ ਆਉਣਾ ਬਾਕੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਹਾਂਜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਦੀ ਜਿਹੜੀ ਅੱਜ ਇਹ ਬਿਆਨ ਸੀਗਾ। ਔਰ ਆਪਾਂ ਮੰਗਾ ਭਾਜੀ ਮੈਨੂੰ ਲੱਗਦਾ ਛੁੱਟੀ ਲੈਣ ਦਾ ਬਿਲਕੁਲ ਜੀ ਨਾਲ ਦੱਸ ਦਈਏ ਕਿ ਜਿਹੜੀ ਰਾਮਦੇਵ ਦੀ ਦਵਾਈ ਆ ਉਹ ਕਰੋਨਾ ਤੋਂ ਨਹੀਂ ਆ, ਉਹ ਹੁਣ ਕਹਿੰਦੇ ਉਹਨੇ ਪਾਸਾ ਜਿਹੜਾ ਆ ਬਾਜੀ ਪਲਟ ਲਈ ਆ। ਉਹ ਕਹਿੰਦੇ ਜਿਹੜੀ ਇਮਿਊਨਿਟੀ ਸਿਸਟਮ ਹੈ ਤੁਹਾਡਾ ਇਮਿਊਨ ਸਿਸਟਮ ਹੈ ਨਾ ਉਹਨੂੰ ਬੂਸਟ ਕਰਦੀ ਆ। ਸੋ ਇਸ ਕਰਕੇ ਪਲੀਜ਼ ਉਹਨੂੰ ਐਜ਼ ਕਰੋਨਾ ਦੀ ਕੋਈ ਦਵਾਈ ਸਮਝ ਕੇ ਨਾ ਯੂਜ਼ ਕਰਿਓ। ਤੁਹਾਡੀ ਇਮਿਊਨ ਸਿਸਟਮ ਨੂੰ ਸਟਰੋਂਗ ਜਿਹੜਾ ਜ਼ਰੂਰ ਕਹਿੰਦੇ ਕਰ ਸਕਦੀ ਆ ਪਰ ਵਰਤ ਕੇ ਦੇਖ ਲਿਓ। ਇਹ ਵੀ ਹਟਦਾ ਨਹੀਂ ਬਾਬਾ ਕਦੀ ਸਲਵਾਰ ਪਾ ਕੇ ਨੱਚਦਾ ਕਰੀ ਨਕਲੀਆਂ ਦਵਾਈਆਂ ਵੇਚਣ ਲੱਗ ਪੈਂਦਾ। ਇੰਨਾ ਆਯੁਰਵੈਦਿਕ ਹੁੰਦੀ ਆ ਉਹ ਕਹਿੰਦੇ ਨਾ ਨਫਾ ਨਾ ਨੁਕਸਾਨ। ਉਹ ਗੋਬਿੰਦਰ ਕੋਹੇਨੂਰ ਦਾ ਗਾਣਾ ਹੈ ਨਾ ਮੁੰਡਾ ਹੋਮੋਪੈਥੀ ਦੀ ਦਵਾਈ ਵਰਗਾ ਬਾਬਾ ਕਰਦਾ ਨਹੀਂ ਨੁਕਸਾਨ। ਹਾਂਜੀ ਹਾਂਜੀ ਦਾਲ ਜੀ ਲੈ ਲਓ ਜੀ ਇੱਕ ਅੱਧਾ ਮਿੰਟ ਹੈਗਾ ਹਲੇ ਜੀ ਲੈਣੀ ਦਾ। ਹੈਲੋ ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ੍ਰੀ ਅਕਾਲ ਮਨਿੰਦਰ ਸਿੰਘ। ਸਤਿ ਸ਼੍ਰੀ ਅਕਾਲ ਬਈ ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਪੁੱਤਰਾ। ਤੁਹਾਡਾ ਹੁਣ ਇਹ ਪਰਿਵਾਰਕ ਸਾਂਝ ਪ੍ਰੋਗਰਾਮ ਹੁੰਦਾ? ਹਾਂਜੀ ਵਿਜ਼ਨ ਪੰਜਾਬ ਟੀਵੀ ਤੇ। ਹਾਂਜੀ ਠੀਕ ਹੈ। ਹੋਰ ਕਿੱਦਾਂ ਸਾਰੇ ਠੀਕ ਠਾਕ? ਸਾਰੇ ਠੀਕ ਠਾਕ ਆ। ਮੇਰੇ ਨਾਲ ਜੌਲ ਸਾਹਿਬ ਪ੍ਰੋਗਰਾਮ ਕਰਦੇ ਹੁੰਦੇ ਹਨ ਪਰਿਵਾਰਕ ਸਾਂਝ ਪ੍ਰੋਗਰਾਮ ਦੇ ਵਿੱਚ। ਹਾਂਜੀ ਠੀਕ ਹੈ ਬਹੁਤ ਵਧੀਆ ਪੁੱਤਰਾ। ਮੈਂ ਅੱਜ ਦੇਖਿਆ ਪ੍ਰੋਗਰਾਮ ਬਹੁਤ ਵਧੀਆ ਲੱਗਾ। ਹਾਂਜੀ ਉਹ ਤੁਸੀਂ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜਾ ਜਿੱਦਾਂ ਇਹ ਹੁੰਦਾ ਮੰਗਲਵਾਰ ਵੀਰਵਾਰ ਤੇ ਸ਼ੁੱਕਰਵਾਰ 6 ਵਜੇ ਤੋਂ ਲੈ ਕੇ 7 ਵਜੇ ਤੱਕ। ਹਾਂਜੀ ਠੀਕ ਹੈ। ਅੱਗੇ ਉਹ ਭੈਣ ਜੀ ਅਮਰੀਕਾ ਵਾਲੇ ਆਏ ਸੀਗੇ ਉਹ ਵੀ ਗੱਲਾਂ ਕਰਦੇ ਸੀ। ਹਾਂਜੀ ਮੈਂ ਬਾਅਦ ਚ ਉਹਨਾਂ ਦੀ ਆਵਾਜ਼ ਪਛਾਣੀ। ਮੈਂ ਕਿਹਾ ਵੀ ਅਮਰੀਕਾ ਤੋਂ ਕਾਲ ਆ। ਹਾਂਜੀ ਬਹੁਤ ਵਧੀਆ ਪੁੱਤਰਾ ਪ੍ਰੋਗਰਾਮ। ਬਸ ਏਦਾਂ ਹੋਕਾ ਦੇ ਚੱਲੋ ਜੋ ਮਹਾਰਾਜ ਦੀ ਕਰੋਪੀ ਆ ਜੋ ਉਹਦੇ ਹੁਕਮ ਅੰਦਰ ਸਭ ਕੁਝ ਹੋਈ ਆ ਹਨਾ। ਬਿਲਕੁਲ ਜੀ। ਅੱਜ ਸਾਡਾ ਟਾਈਮ ਜਿਹੜੇ ਇਜਾਜ਼ਤ ਨਹੀਂ ਦਿੰਦਾ। ਪਰਸੋਂ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਜੀ ਜ਼ਰੂਰ ਪੁੱਤਰ। ਬਹੁਤ ਸਤਿ ਸ੍ਰੀ ਅਕਾਲ ਦੋਨਾਂ ਪੁੱਤਰ। ਸਤਿ ਸ੍ਰੀ ਅਕਾਲ। ਔਰ ਦੋਸਤੋ ਜਾਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਇੱਕ ਦੋ ਲਾਈਨਾਂ ਜਿਹੜੀਆਂ ਤੁਹਾਡੇ ਰੂਬਰੂ ਕਰੀਦੀਆਂ ਕਹਿੰਦੇ ਸੋਚ ਚੰਗੀ ਹੋਣੀ ਚਾਹੀਦੀ ਹੈ ਕਿਉਂਕਿ ਨਜ਼ਰ ਦਾ ਇਲਾਜ ਤਾਂ ਹੋ ਸਕਦਾ ਪਰ ਨਜ਼ਰੀਏ ਦਾ ਇਲਾਜ ਨਹੀਂ ਹੁੰਦਾ। ਤੇ ਨਾਲ ਹੀ ਇੱਕ ਹੋਰ ਲਾਈਨ ਇਹਦੇ ਨਾਲ ਹੀ ਜੋੜ ਦਿੰਦੇ ਆ ਜੀ ਕਿ ਹੱਸਦਾ ਰਿਹਾ ਕਰ ਸੱਜਣਾ ਇੱਥੇ ਰੋਂਦਿਆਂ ਨੂੰ ਕੋਈ ਨਹੀਂ ਪੁੱਛਦਾ। ਇਹਨਾਂ ਚੰਦ ਲਾਈਨਾਂ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਤੁਹਾਡੇ ਕੋਲੋਂ ਖਤਮ ਕਰਨ ਦੀ ਜਿਹੜੀ ਆਗਿਆ ਮੰਗਦੇ ਹਾਂ ਜੀ। ਸਾਨੂੰ ਦੋਨੋਂ ਵੀਰਾਂ ਨੂੰ ਇੱਥੇ ਛੁੱਟੀਆਂ ਦੇ ਦਿਓ। ਕੀਪ ਵਾਚਿੰਗ ਵਿਜ਼ਨ ਪੰਜਾਬ ਟੀਵੀ। ਹਰ ਕਦਮ ਤੁਹਾਡੇ ਨਾਲ। ਸਤਿ ਸ੍ਰੀ ਅਕਾਲ।